ਤੇ ਯੋਗਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਤਰ੍ਹਾਂ ਦਾ ਆਕਸੀਜਨ ਯੋਗਾ ਜਾਂ ਹੌਟ ਯੋਗਾ ਜਾਂ ਰੈਗੂਲਰ ਯੋਗਾ, ਇਹਦੇ ਵਿੱਚ ਕੀ ਫਰਕ ਹੈਗੇ ਆ? ਇਸ ਤਰ੍ਹਾਂ ਜੀ ਜਿਹੜਾ ਐਂਸ਼ੀਐਂਟ ਯੋਗਾ ਹੈਗਾ, ਪਤੰਜਲੀ ਯੋਗਾ, ਉਹ ਬੈਸਟ ਹੈਗਾ। ਤੁਸੀਂ ਹੌਟ ਯੋਗਾ ਦੀ ਗੱਲ ਕੀਤੀ ਹੈ, ਉਹਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਚਾਨਣਾ ਪਾਉਂਦਾ। ਮੇਰਾ ਮੰਨਣਾ ਇਹ ਹੈਗਾ ਬਈ ਜੇ ਅਸੀਂ ਬਹੁਤੀ ਹੀਟਡ ਕੰਡੀਸ਼ਨ ਦੇ ਵਿੱਚ ਕਰਾਂਗੇ, ਵੀ ਮਾਈਟ ਅਫੈਕਟ ਆਵਰ ਬੋਨਸ ਐਂਡ ਆਸਟੀਓਪੋਰੋਸਿਸ ਕੈਨ। So like Dr. Saab has said, Dr. Saini has said कि hot yoga definitely puts you at a risk ਕਿ ਉਹ ਤੁਹਾਨੂੰ being it non natural ਨਹੀਂ ਹੈ ਤੇ ਇਹ ਤੁਹਾਨੂੰ ਕਿਤੇ ਨਾ ਕਿਤੇ ਰਿਸਕ ਤੇ ਜ਼ਰੂਰ ਪਾਉਂਦਾ ਹੈ। ਜਿਹੜੇ ਡਾਈਟ ਸਾਡੀ ਹੈ, ਅਗਰ ਅਸੀਂ ਐਕਸੈਸ ਦੇ ਵਿੱਚ ਕੋਈ ਵੀ ਪ੍ਰੋਟੀਨ, ਕੋਈ ਵੀ ਵਾਈਟਾਮਿਨਸ ਲੈ ਰਹੇ ਹਾਂ ਜਿਹਦੀ ਕੋਈ ਬਾਡੀ ਨੂੰ ਲੋੜ ਨਹੀਂ ਹੈਗੀ, ਔਰ ਅਸੀਂ ਬਗੈਰ ਕਿਸੇ ਪ੍ਰੋਫੈਸ਼ਨਲ ਹੈਲਪ ਤੋਂ, ਪ੍ਰੋਫੈਸ਼ਨਲ ਐਡਵਾਈਸ ਤੋਂ ਲੈਂਦੇ ਹਾਂ, ਤਾਂ ਉਹ ਚੀਜ਼ਾਂ ਵੀ ਸਾਡੇ ਰੈਗੂਲਰ ਵਰਤਣ ਦੇ ਨਾਲ ਸਾਨੂੰ ਖਰਾਬ ਕਰ ਸਕਦੀਆਂ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ। ਮੇਰਾ ਤੇ ਤੁਹਾਡਾ ਸਾਥ ਹਰ ਬੁੱਧਵਾਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦਾ, ਜਿਸ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਲਈ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਆਵਾਂ ਜਿਹਦੇ ਤੋਂ ਤੁਸੀਂ ਵੀ ਫਾਇਦਾ ਚੁੱਕ ਸਕੋ। ਤੁਸੀਂ ਸਾਨੂੰ ਫੋਨ ਕਰਕੇ ਆਪਣੇ ਸਵਾਲ ਜਵਾਬ ਵੀ ਕਰ ਸਕੋ, ਕਿਉਂਕਿ ਹਮੇਸ਼ਾ ਮੇਰੇ ਸ਼ੋਅ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਆਉਂਦੀਆਂ ਨੇ ਜਿਨ੍ਹਾਂ ਤੋਂ ਤੁਸੀਂ ਬਹੁਤ ਸਾਰਾ ਲਾਭ ਚੁੱਕਦੇ ਹੋ। ਸਾਡੇ ਸਕਰੀਨ ਤੇ ਨੰਬਰ ਆ ਰਹੇ ਨੇ, ਇਹਨਾਂ ਤੇ ਫੋਨ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸਾਰੇ ਹੀ ਸਾਡੇ ਸਪਾਂਸਰਸ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ, ਤੁਹਾਡੇ ਕਰਕੇ ਹੀ ਅਸੀਂ ਸਾਰੇ ਪਰਿਵਾਰਾਂ ਦੇ ਰੂਬਰੂ ਹੁੰਦੇ ਆ। ਸੋ ਤੁਹਾਡਾ ਸਾਥ ਇਸੇ ਤਰ੍ਹਾਂ ਹੀ ਸਾਡੇ ਨਾਲ ਰਵੇ ਔਰ ਤੁਸੀਂ ਵੀ ਆਪਣੇ ਬਿਜ਼ਨਸ 'ਚ ਤਰੱਕੀਆਂ ਕਰੋ ਤੇ ਅਸੀਂ ਵੀ ਤੁਹਾਡੇ ਕਰਕੇ ਹੀ ਤੁਹਾਡੇ ਰੂਬਰੂ ਹੁੰਦੇ ਰਹੀਏ। ਸੋ ਅੱਜ ਜਿਹੜੀ ਖਾਸ ਮੁਲਾਕਾਤ ਹੈਗੀ ਆ, ਸਾਡੀ ਖਾਸ ਮਹਿਮਾਨ ਸਾਡੇ ਆਏ ਹੋਏ ਆ। ਇਹਨਾਂ ਨੂੰ ਤੁਸੀਂ ਪਹਿਲਾਂ ਵੀ ਜਾਣਦੇ ਹੋ, ਪਹਿਲਾਂ ਵੀ ਆ ਚੁੱਕੇ ਆ ਸਾਡੇ ਨਾਲ ਸ਼ੋਅ ਤੇ, ਪਰ ਉਸ ਦਿਨ ਸਮਾਂ ਥੋੜਾ ਸੀ, ਬਹੁਤ ਸਾਰੀਆਂ ਸਾਡੀਆਂ ਕਾਲਸ ਮਿਸ ਹੋ ਗਈਆਂ। ਮੈਨੂੰ ਬਹੁਤ ਸਾਰੇ ਤੁਸੀਂ ਮੈਸੇਜ ਕੀਤੇ ਫੇਸਬੁੱਕ ਦੇ ਰਾਹੀਂ, ਤੁਸੀਂ ਸਾਡੇ ਈਮੇਲ ਦੇ ਰਾਹੀਂ ਤੁਸੀਂ ਕਿਹਾ ਕਿ ਸਾਨੂੰ ਟਾਈਮ ਥੋੜਾ ਹੋਰ ਰੱਖਣਾ ਚਾਹੀਦਾ ਸੀ, ਤੁਹਾਡੇ ਸਵਾਲਾਂ ਦੇ ਜਵਾਬ ਕਈ ਨਹੀਂ ਮਿਲੇ ਕਿਉਂਕਿ ਸਮਾਂ ਨਹੀਂ ਸੀ। ਪਰ ਅੱਜ ਅਸੀਂ ਫਿਰ ਇੱਕ ਵਾਰ ਤੁਹਾਡੇ ਰੂਬਰੂ ਲੈ ਕੇ ਆਏ ਜੀ ਡਾਕਟਰ RS ਸੈਣੀ ਤੇ ਡਾਕਟਰ ਸ਼ਵੇਤਾ ਸੈਣੀ ਨੂੰ। ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਤੁਹਾਡੇ ਕੋਈ ਵੀ ਹੈਲਥ ਰਿਲੇਟਡ ਸਵਾਲ ਜਵਾਬ ਹੋਣ ਤੇ ਤੁਸੀਂ ਜ਼ਰੂਰ ਸਾਨੂੰ ਫੋਨ ਕਰ ਸਕਦੇ ਹੋ। ਸਿੱਧੀ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕਰਕੇ ਇਹਨਾਂ ਤੋਂ ਸਿੱਧਾ ਹੀ ਆਪਣੀ ਪ੍ਰੋਬਲਮ ਦਾ ਹੱਲ ਪੁੱਛ ਸਕਦੇ ਹੋ, ਮਿਲ ਸਕਦੇ ਹੋ। ਸਾਡੇ ਆਪਣੇ ਸ਼ਹਿਰ ਦੇ ਵਿੱਚ ਹੀ ਨੇ ਔਰ ਸ਼ਵੇਤਾ ਜੀ ਐਬਸਫੋਰਡ 'ਚ ਨੇ। ਸੋ ਐਬਸਫੋਰਡ ਵਾਲੇ ਐਬਸਫੋਰਡ 'ਚ ਮਿਲ ਸਕਦੇ ਨੇ ਤੇ ਸਰੀ ਵਾਲੇ ਡਾਕਟਰ RS ਸੈਣੀ ਨੂੰ ਸਾਡੇ ਇੱਥੇ ਆਪਣੇ ਸ਼ਹਿਰ ਦੇ ਵਿੱਚ ਹੀ ਪਾਇਲ ਬਿਜ਼ਨਸ ਸੈਂਟਰ 'ਚ ਮਿਲ ਸਕਦੇ ਹੋ। ਪਹਿਲਾਂ ਜੀ ਆਇਆਂ ਕਹਿੰਦੇ ਆ, ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ ਇਹਨਾਂ ਦੇ ਨਾਲ, ਸੋ ਮੇਰੇ ਨਾਲ ਤੁਸੀਂ ਵੀ ਇਹਨਾਂ ਨੂੰ ਜੀ ਆਇਆਂ ਕਹੋ ਜੀ। ਸੋ ਡਾਕਟਰ RS ਸੈਣੀ ਤੇ ਡਾਕਟਰ ਸ਼ਵੇਤਾ ਸੈਣੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ, ਥੈਂਕਸ ਫॉर ਹੈਵਿੰਗ ਅਸ ਜੀ। ਥੈਂਕ ਯੂ ਵੈਰੀ ਮੱਚ, ਤੁਸੀਂ ਮੁੜ ਤੋਂ ਫਿਰ ਸਾਡੇ ਨਾਲ ਆਏ ਹੋ ਕਿਉਂਕਿ ਉਸ ਦਿਨ ਬਹੁਤ ਸਾਰੀਆਂ ਸਾਡੀਆਂ ਕਾਲਸ ਰਹਿ ਗਈਆਂ ਸੀਗੀਆਂ ਔਰ ਬਹੁਤ ਸਾਰੇ ਲੋਕਾਂ ਦੇ ਸਵਾਲਾਂ ਦੇ ਅਸੀਂ ਜਵਾਬ ਨਹੀਂ ਦੇ ਸਕੇ ਸੀ। ਖਾਸ ਕਰਕੇ ਇੱਕ ਸਵਾਲ ਜਿਹੜਾ ਸਾਨੂੰ ਬਹੁਤ ਵਾਰ ਆਇਆ ਸੀ ਫੇਸਬੁੱਕ ਦੇ, ਉਹਨਾਂ ਨੇ ਸਪੈਸ਼ਲ ਮੈਸੇਜ ਕੀਤਾ ਸੀ ਕਿ ਕੈਂਸਰ ਬਾਰੇ ਕੋਈ ਤੁਸੀਂ ਗੱਲਬਾਤ ਨਹੀਂ ਕੀਤੀ। ਸੋ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਵੀ ਜਾਣਾਂਗੇ, ਪਰ ਪਹਿਲਾਂ ਅਸੀਂ ਤੁਹਾਨੂੰ ਵਧਾਈ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਆਨਲਾਈਨ ਯੋਗਾ ਦੀਆਂ ਕਲਾਸਿਸ ਦੇ ਰਹੇ ਹੋ ਔਰ ਤੁਸੀਂ ਅੱਜ 100 ਐਪੀਸੋਡ ਜਿਹੜਾ ਤੁਸੀਂ ਪੂਰਾ ਕਰ ਲਿਆ। ਹਾਂਜੀ। ਸੋ ਕਿਵੇਂ ਜਾ ਰਿਹਾ ਜੀ ਸਾਰਾ ਕੁਝ, ਪਹਿਲਾਂ ਉਹਦੇ ਬਾਰੇ ਦੱਸੋ। ਬਹੁਤ ਅੱਛਾ ਜਾ ਰਿਹਾ ਜੀ। ਹਰ ਰੋਜ਼ ਹੀ ਥ੍ਰਿਲ ਹੁੰਦੀ ਹੈ ਕਿ ਵੀ ਸਵੇਰੇ ਕਦੋਂ 6:30 ਵਜਣ ਤੇ ਕਦੋਂ ਆਪਣਾ ਜਿਹੜਾ ਹੈਗਾ ਸ਼ੁਰੂ ਕਰੀਏ ਐਕਸਰਸਾਈਜ਼ ਤੇ ਬੋਡੀ ਤੇ ਮਾਈਂਡ ਤੇ ਆਪਣੇ ਆਪ ਨੂੰ ਬੈਲੈਂਸ ਕਰਨ ਵਾਸਤੇ ਕੋਸ਼ਿਸ਼ ਕਰੀਏ ਤੇ ਇਹ ਉਦਮ ਸ਼ੁਰੂ ਹੋ ਜਾਂਦਾ। ਇਹ ਸਿਰਫ ਕਰੋਨਾ ਵਾਇਰਸ ਦੇ ਚੱਲਦੇ ਆ ਤੁਹਾਡੇ ਜਹਿਨ ਦੇ ਵਿੱਚ ਆਇਆ ਸੀ ਕਿ ਪਹਿਲਾਂ ਵੀ ਤੁਸੀਂ ਇਹੋ ਜਿਹੇ ਸੈਸ਼ਨ ਲਾਉਂਦੇ ਹੁੰਦੇ ਸੀ? ਮੈਂ ਜੀ ਯੋਗਾ ਤਾਂ ਕਰਦਾ 1973 ਤੋਂ, ਬਹੁਤ ਪੁਰਾਣਾ ਯੋਗਾ ਕਰਦਾ। ਕੀ ਬਾਤ ਹੈ। ਤੇ ਸਵੇਰੇ ਜਾਣਾ, ਸੈਰ ਕਰਨੀ, ਯੋਗਾ ਕਰਨਾ ਤੇ ਆਪਣਾ ਜਿੰਨਾ ਵੀ ਹੈ 1.5-2 ਘੰਟੇ ਹਰ ਰੋਜ਼ ਲਾਉਣੇ। ਪਰ ਜਦੋਂ ਪੈਂਡੈਮਿਕ ਡਿਕਲੇਅਰ ਹੋ ਗਿਆ ਤੇ ਉਸ ਤੋਂ ਬਾਅਦ ਆਪਣੀ ਕੈਨੇਡੀਅਨ ਗਵਰਨਮੈਂਟ ਨੇ ਵੀ ਲੋਕਡਾਊਨ ਅਨਾਉਂਸ ਕਰਤਾ ਜੀ, ਤੇ ਬਾਹਰ ਨਿਕਲਣਾ ਤਾਂ ਸਾਰਿਆਂ ਵਾਸਤੇ ਹੀ ਸੰਭਵ ਸੀ। ਤੇ ਫਿਰ ਮੈਂ ਸੋਚਿਆ ਵੀ ਬਾਹਰ ਜੋ ਕਰਦੇ ਸੀਗੇ ਐਕਟੀਵਿਟੀ ਤਾਂ ਉਹਨੂੰ ਕਿਉਂ ਨਾ ਇਨਡੋਰਸ ਕੀਤਾ ਜਾਏ ਤੇ ਜਿਹਦੇ ਨਾਲ ਲਾਈਵ ਫੇਸਬੁੱਕ ਤੇ ਕਰਦਿਆਂ ਤੇ ਆਪਣੇ ਭੈਣ ਭਰਾਵਾਂ ਨੂੰ ਅੰਦਰ ਬੈਠੇ ਤਾੜੇ ਸਾਰੇ ਤੇ ਕਿਸੇ ਨੂੰ ਬੈਨੀਫਿਟ ਹੋ ਸਕੇ ਤਾਂ ਸਾਡਾ ਉਹਦੇ ਕੀ ਜਾਂਦਾ ਹੈਗਾ। ਆਪ ਤਾਂ ਐਕਸਰਸਾਈਜ਼ ਕਰਨੀ ਆ ਤੇ ਦੂਜਿਆਂ ਤੋਂ ਖੁਦ ਮੋਟੀਵੇਟ ਹੋਈਏ ਤੇ ਦੂਜਿਆਂ ਨੂੰ ਮੋਟੀਵੇਟ ਕਰੀਏ, ਐਨਕਰੇਜ ਕਰੀਏ ਤੇ ਉਸ ਪੱਖੋਂ ਫਿਰ ਮੈਂ ਡਿਸਾਈਡ ਕੀਤਾ ਤੇ ਫਿਰ ਮੈਂ
ਮਿਡ ਮਾਰਚ ਤੋਂ ਸ਼ੁਰੂ ਕਰਤਾ ਸੀ ਤੇ ਰੈਗੂਲਰਲੀ ਚੱਲਦਾ ਪਿਆ ਤੇ ਅੱਜ ਇਹਦਾ 100th ਸੈਗਮੈਂਟ ਸੀਗਾ 100th ਸੋ ਕਿੰਨੇ ਟਾਈਮ ਦਾ ਸੈਸ਼ਨ ਹੁੰਦਾ, ਕਿੰਨੇ ਕੁ ਲੋਕਾਂ ਨੇ ਇਹਨੂੰ ਜੁਆਇਨ ਕੀਤਾ ਜੀ? ਬਦਲਦੇ ਰਹਿੰਦੇ ਆ ਜੀ, ਕਈਆਂ ਨੂੰ ਟਾਈਮ ਕਦੇ ਹੁੰਦਾ, ਕਈਆਂ ਨੂੰ ਨਹੀਂ ਹੁੰਦਾ ਤੇ ਉਹ ਫਿਰ ਸਵੇਰੇ ਜਿਨ੍ਹਾਂ ਕੋਲ ਟਾਈਮ ਹੈ ਇੰਡੀਆ ਤੋਂ ਵੀ ਜੁਆਇਨ ਹੁੰਦੇ ਆ, US ਤੋਂ ਵੀ ਜੁਆਇਨ ਹੁੰਦੇ, ਆਸਟ੍ਰੇਲੀਆ ਤੋਂ ਵੀ ਜੁਆਇਨ ਹੁੰਦੇ ਆ, ਡਿਫਰੈਂਟ ਪਾਰਟਸ ਆਫ ਦ ਗਲੋਬ ਤੋਂ, ਔਰ ਲੋਕਲ ਵੀ ਆਪਣੇ ਕੈਨੇਡੀਅਨ ਵੀ ਜੁਆਇਨ ਹੁੰਦੇ ਆ, ਜਿਵੇਂ ਜਿਵੇਂ ਜਿਸ ਕੋਲ ਟਾਈਮ ਹੁੰਦਾ ਹੈਗਾ ਜੀ। ਤੇ ਸਵੇਰੇ ਫਿਰ ਅਸੀਂ ਇੱਕ ਦੂਜੇ ਦੇ ਨਾਲ ਰਲ ਕੇ ਯੋਗਾ ਕਰਦੇ ਆ ਤੇ ਇੱਕ ਦੂਜੇ ਦੀ ਸਹਾਇਤਾ ਦੇ ਨਾਲ ਫਿਰ ਮੋਟੀਵੇਟ ਹੁੰਦੇ ਆ ਜੀ। ਤੇ ਯੋਗਾ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਬਹੁਤ ਤਰ੍ਹਾਂ ਦਾ ਆਕਸੀਜਨ ਯੋਗਾ ਜਾਂ ਹੌਟ ਯੋਗਾ ਜਾਂ ਰੈਗੂਲਰ ਯੋਗਾ, ਇਹਦੇ ਵਿੱਚ ਕੀ ਫਰਕ ਹੈਗੇ ਆ? ਇਸ ਤਰ੍ਹਾਂ ਜੀ ਜਿਹੜਾ ਐਂਸ਼ੀਐਂਟ ਯੋਗਾ ਹੈਗਾ ਪਤੰਜਲੀ ਯੋਗਾ ਉਹ ਬੈਸਟ ਹੈਗਾ। ਤੁਸੀਂ ਹੌਟ ਯੋਗਾ ਦੀ ਗੱਲ ਕੀਤੀ ਹੈ, ਉਹਦਾ ਮੈਂ ਤੁਹਾਨੂੰ ਥੋੜਾ ਜਿਹਾ ਜਾਣਨਾ ਪਾਣਾ। ਯੋਗਾ ਕਰਦਿਆਂ ਹੋਇਆਂ ਸਾਡੇ ਬਾਡੀ ਦੇ ਅੰਦਰ ਨੈਚੁਰਲ ਹੀਟ ਪੈਦਾ ਹੋਏਗੀ, ਨੈਚੁਰਲ ਆਸਨਾਸ, ਨੈਚੁਰਲ ਕਿਰਿਆਵਾਂ, ਪ੍ਰਾਣਾਯਾਮ ਜਦੋਂ ਕਰਾਂਗੇ ਤਾਂ ਬਾਡੀ ਨੇ ਆਪਣੇ ਆਪ ਹੀ ਹੀਟ ਜਨਰੇਟ ਕਰਨੀ ਹੈ ਜੀ। ਜੇ ਤੁਸੀਂ ਆਰਟੀਫੀਸ਼ੀਅਲ ਹੀਟ ਦੇ ਵਿੱਚ ਯੋਗਾ ਕਰੋਗੇ ਤਾਂ ਉਹਦਾ ਤਾਂ ਪਰਪਸ ਡਿਫੀਟ ਹੋ ਗਿਆ ਨਾ, ਜਿਹੜਾ ਕਿ ਤੁਸੀਂ ਆਪਣੇ ਸਹੀ ਯੋਗਿਕ ਕਿਰਿਆਵਾਂ ਦੇ ਰਾਹੀਂ ਇੰਟਰਨਲ ਹੀਟ ਜਨਰੇਟ ਕਰਨੀ ਹੈ। ਸੋ ਇਫ ਯੂ ਸਿਟ ਇਨ ਦੀ ਆਰਟੀਫੀਸ਼ੀਅਲ ਹੀਟ, ਨੰਬਰ 1 ਯੂ ਆਰ ਡਾਇਰੈਕਟਲੀ ਅਫੈਕਟਿੰਗ ਯੋਰ ਬੋਨਸ। ਮੇਰਾ ਮੰਨਣਾ ਇਹ ਹੈਗਾ ਬਈ ਜੇ ਅਸੀਂ ਬਹੁਤੀ ਹੀਟਡ ਕੰਡੀਸ਼ਨਸ ਦੇ ਵਿੱਚ ਕਰਾਂਗੇ ਵੀ ਮਾਈਟ ਅਫੈਕਟ ਆਵਰ ਬੋਨਸ ਐਂਡ ਆਸਟੀਓਪੋਰੋਸਿਸ ਕੈਨ ਐਸਟੈਬਲਿਸ਼ ਐਟ ਸਮ ਪੁਆਇੰਟ ਆਫ ਟਾਈਮ ਇਨ ਦ ਲਾਈਫ, ਕਿਉਂਕਿ ਉਹ ਨੈਚੁਰਲ ਨਹੀਂ ਹੈਗਾ। ਸੋ ਨੈਚੁਰਲ ਯੋਗਾ ਇਜ਼ ਦ ਬੈਸਟ ਵਨ ਵਿਚ ਇਜ਼ ਡਨ ਖੁੱਲੀ ਹਵਾ 'ਚ ਕਰੋ, ਹਾਂਜੀ, ਪੂਰੇ ਤੁਸੀਂ ਆਪਣੇ ਆਲੇ ਦੁਆਲੇ ਜਿਹੜਾ ਬਨਸਪਤੀ ਹੈਗੀ ਆ ਉਹਨੂੰ ਵੀ ਇੰਜੋਏ ਕਰੋ ਜੀ। ਬਿਲਕੁਲ ਜੀ ਜੀ। ਡਾਕਟਰ ਸ਼ਵੇਤਾ, ਜਦੋਂ ਬਹੁਤੀ ਵਾਰੀ ਅਸੀਂ ਦੇਖਿਆ, ਮੈਂ ਹੁਣ ਡਾਕਟਰ ਸਾਹਿਬ ਨਾਲ ਗੱਲ ਕਰ ਰਹੀ ਸੀ ਕਿ ਹੌਟ ਯੋਗਾ ਬਹੁਤ ਸਾਰੀਆਂ ਲੇਡੀਜ਼ ਨੇ ਜੁਆਇਨ ਕੀਤਾ ਹੈਗਾ ਹੌਟ ਯੋਗਾ, ਕਿ weight lose ਕਰਨ ਦਾ ਇਹੋ ਫਾਸਟ ਵੇ ਹੈਗਾ ਆ ਕਿ ਤੁਸੀਂ ਬਹੁਤ ਜ਼ਿਆਦਾ, ਤੁਹਾਨੂੰ ਉੱਥੇ ਗਰਮੀ ਆਉਂਦੀ ਆ, ਤੁਹਾਡੀ ਬਾਡੀ ਦਾ weight ਜਿਹੜਾ ਘਟਦਾ ਆ, ਪਾਣੀ ਜਿਹੜਾ ਬਾਡੀ ਚੋਂ ਤੁਹਾਡੇ ਉਹ ਨਿਕਲਦਾ, ਤੁਹਾਨੂੰ ਪਸੀਨਾ ਆਉਂਦਾ ਆ ਤੇ ਉਹ ਇਹਨੂੰ ਈਜ਼ੀ ਵੇ ਸਮਝਦੇ ਆ। ਸੋ ਇਹਨਾਂ ਨੇ ਦੱਸਿਆ ਕਿ ਬੋਨਸ ਨੂੰ ਅਫੈਕਟ ਸਾਡੀ ਨੂੰ ਕਰਦਾ ਹੈਗਾ। ਔਰ ਲੇਡੀਜ਼ ਦੇ ਸਾਨੂੰ ਬਹੁਤ ਸਾਰੇ ਸਵਾਲ ਆਏ ਕਿ ਨੈਚੁਰਲ ਵੇ ਦੇ ਨਾਲ ਉਹ ਕਿਵੇਂ weight lose ਕਰ ਸਕਦੀ। ਜਿੱਥੇ ਤੱਕ ਬਲਜਿੰਦਰ ਜੀ ਯੋਗਾ ਦਾ ਸਵਾਲ ਹੈ ਕਿ ਹੌਟ ਯੋਗਾ ਦੇ ਰਾਹੀਂ ਆਪਾਂ weight lose ਕਰ ਸਕਦੇ ਹਾਂ, so like Dr. Saab has said, Dr. Saini has said ਕਿ hot yoga definitely puts you at a risk ਕਿ ਉਹ ਤੁਹਾਨੂੰ being it non natural ਨਹੀਂ ਹੈ ਤੇ ਇਹ ਤੁਹਾਨੂੰ ਕਿਤੇ ਨਾ ਕਿਤੇ ਰਿਸਕ ਤੇ ਜ਼ਰੂਰ ਪਾਉਂਦਾ ਹੈ। so if you really want to lose your weight ਤੇ ਉਹਦੇ 'ਚ ਹੈ ਕਿ ਤੁਸੀਂ ਨੈਚੁਰਲ ਤਰੀਕੇ ਨਾਲ ਹੀ ਆਪਣੀ ਬਾਡੀ ਨੂੰ ਵਾਰਮ ਅਪ ਕਰੋ, you generate the heat, ਪਸੀਨਾ ਲਿਆਓ, along with that also cater for your diet। ਆਪਣੀ ਡਾਈਟ ਦਾ ਐਕਸਰਸਾਈਜ਼ ਦੇ ਨਾਲ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਨਹੀਂ ਕਿ ਅੱਜ ਅਸੀਂ ਜੇ 1 ਘੰਟਾ ਮਾਰਨਿੰਗ ਦੇ ਵਿੱਚ ਵਰਕਆਊਟ ਸੈਸ਼ਨ ਲਗਾ ਲਿਆ, ਬੀਟ ਯੋਗਾ ਔਰ ਐਨੀ ਅਦਰ ਕਾਰਡੀਓ ਐਕਸਰਸਾਈਜ਼, ਔਰ ਸ਼ਾਮ ਨੂੰ ਕਹੀਏ ਕਿ ਲਿਆਓ ਜੀ ਅੱਜ ਤਾਂ ਬਹੁਤ ਐਕਸਰਸਾਈਜ਼ ਕਰ ਲਈ, ਹੁਣ ਮਠਾਈ ਲਿਆਓ ਤੇ ਪਕੌੜੇ ਚਾਹ ਲਿਆਓ। that's not gonna work। ਸਾਡੇ ਨਾਲ ਕਾਲਰ ਹੈ, ਕਾਫੀ ਸਮੇਂ ਤੋਂ ਸਾਨੂੰ ਕਾਲ ਕਰ ਰਹੇ ਆ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀਗਾ, ਜਿੱਦਾਂ ਮੇਰੀ ਮੰਮੀ ਆ, ਉਹਨਾਂ ਦੇ ਜਿੱਦਾਂ ਨਾੜਾਂ ਬਹੁਤ ਚੜਦੀਆਂ ਰਾਤ ਨੂੰ ਸੌਣ ਲੱਗਿਆਂ ਤੋਂ ਜੀ। ਹਾਂਜੀ, ਤੇ ਉਹ ਕੀ ਕਰ ਸਕਦੇ? ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਨੂੰ ਜ਼ਰੂਰ ਇਹਦਾ ਜਵਾਬ ਦੇਣਗੇ, ਸੋ ਤੁਸੀਂ ਆਪਣੇ ਜਵਾਬ ਦਾ ਇੰਤਜ਼ਾਰ ਕਰੋ, ਜ਼ਰੂਰ ਅਸੀਂ ਇਹਦੇ ਬਾਰੇ ਗੱਲ ਕਰਦੇ ਹਾਂ। ਥੈਂਕ ਯੂ ਜੀ ਤੁਹਾਡਾ। ਜੀ ਥੈਂਕ ਯੂ ਜੀ। ਸੋ ਜਦੋਂ ਅਸੀਂ ਯੋਗਾ ਦੀ ਗੱਲ ਕਰਦੇ ਹਾਂ ਤੇ ਜਦੋਂ ਹੁਣ ਇਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਦੀਆਂ ਨਾੜਾਂ ਬਹੁਤ ਚੜ੍ਹਦੀਆਂ, ਇਹਦਾ ਕੀ ਕਾਰਨ ਹੁੰਦਾ ਕਿ ਅਸੀਂ ਜੇ ਰੈਗੂਲਰ ਐਕਸਰਸਾਈਜ਼ ਯੋਗਾ ਵਗੈਰਾ ਕਰਦੇ ਰਹੀਏ, ਮੇਬੀ ਹੋ ਸਕਦਾ ਇਹਨਾਂ ਤੋਂ ਵੀ ਸਾਨੂੰ ਛੁਟਕਾਰਾ, ਕਿ ਜਾਂ ਇਹਦੀ ਕੋਈ ਮੈਡੀਸਨ ਹੁੰਦੀ ਹੈ? ਸਭ ਤੋਂ ਪਹਿਲੀ ਤਾਂ ਗੱਲ ਇਹ ਜੀ, ਕਿਉਂ ਨਾੜਾਂ ਚੜ੍ਹਦੀਆਂ, ਉਹਦਾ ਕੋਈ ਨਾ ਕੋਈ ਰੀਜ਼ਨ ਹੁੰਦਾ, ਬਗੈਰ ਰੀਜ਼ਨ ਤੋਂ ਕੁਝ ਵੀ ਨਹੀਂ ਹੁੰਦਾ। ਸੋ ਪਹਿਲੀ ਗੱਲ ਹੈ ਵੀ ਮੈਗਨੀਸ਼ੀਅਮ ਦੀ ਘਾਟ ਜਿਹੜੀ ਹੈ ਉਹ ਕ੍ਰੈਂਪਸ ਜਿਹੜੇ ਆ ਉਹ ਲੈਗਸ ਦੇ ਵਿੱਚ, ਕਾਲਸ ਦੇ ਵਿੱਚ, ਕਿਤੇ ਵੀ ਬਾਡੀ ਦੇ ਵਿੱਚ ਉਹਦੇ ਕਰਕੇ ਹੁੰਦੇ ਆ, ਡੈਫੀਸ਼ੀਐਂਸੀ ਕਰਕੇ, ਉਹਦੇ ਕਰਕੇ ਘਾਟ। ਨੰਬਰ 2, ਜਦੋਂ ਆਪਾਂ ਵਾਟਰ ਇਨਟੇਕ ਸਾਡੀ ਘੱਟ ਹੁੰਦੀ ਹੈ, ਉਹ ਵੀ ਇੱਕ ਕਾਰਨ ਹੁੰਦਾ ਹੈਗਾ। ਨੰਬਰ 3, ਲੈਕ ਆਫ ਐਕਸਰਸਾਈਜ਼। ਨੰਬਰ 4, ਜਦੋਂ ਅਸੀਂ ਜਿਹੜੇ ਡਾਈਟ ਸਾਡੀ ਹੈ, ਅਗਰ ਅਸੀਂ ਐਕਸੈਸ ਦੇ ਵਿੱਚ ਕੋਈ ਵੀ ਪ੍ਰੋਟੀਨ, ਕੋਈ ਵੀ ਵਿਟਾਮਿਨਸ ਲੈ ਰਹੇ ਹਾਂ ਨਾ, ਜਿਹਦੀ ਕੋਈ ਬਾਡੀ ਨੂੰ ਲੋੜ ਨਹੀਂ ਹੈਗੀ, ਔਰ ਅਸੀਂ ਬਗੈਰ ਕਿਸੇ ਪ੍ਰੋਫੈਸ਼ਨਲ ਹੈਲਪ ਤੋਂ, ਪ੍ਰੋਫੈਸ਼ਨਲ ਐਡਵਾਈਸ ਤੋਂ ਲੈਂਦੇ ਹਾਂ, ਤਾਂ ਉਹ ਚੀਜ਼ਾਂ ਵੀ ਸਾਡੇ ਰੈਗੂਲਰ ਵਰਤਣ ਦੇ ਨਾਲ ਸਾਨੂੰ ਖਰਾਬ ਕਰ ਸਕਦੀਆਂ। ਇਸੇ ਕਰਕੇ ਸਾਨੂੰ ਪ੍ਰੋਫੈਸ਼ਨਲ ਐਡਵਾਈਸ ਦੇ ਤਹਿਤ ਹੀ ਚੀਜ਼ਾਂ ਦਾ ਜਿਹੜਾ ਇਸਤੇਮਾਲ ਕਰਨਾ ਚਾਹੀਦਾ, ਭਾਵੇਂ ਵਿਟਾਮਿਨ ਆ, ਪ੍ਰੋਟੀਨ ਆ, ਕੁਝ ਵੀ ਹੈ ਜੀ। ਕਈ ਲੋਕ ਬਿਲਕੁਲ ਵੀ ਐਕਸਰਸਾਈਜ਼ ਨਹੀਂ ਕਰਦੇ, ਕਹਿੰਦੇ ਕਿ ਸਾਡੇ ਕੋਲ ਸਮਾਂ ਨਹੀਂ, ਜਾਂ ਕਈ ਆਪਣੇ ਕੰਮਾਂ ਕਾਰਾਂ 'ਚ ਇੰਨੇ ਵਿਅਸਤ ਹੁੰਦੇ, ਜਾਂਦੇ ਨਹੀਂ, ਬਿਲਕੁਲ ਵੀ ਐਕਸਰਸਾਈਜ਼ ਉਹਨਾਂ ਦੀ ਜ਼ਿੰਦਗੀ ਦੀ ਰੂਟੀਨ ਦੇ ਵਿੱਚ ਹੁੰਦੀ ਨਹੀਂ, ਵਾਕ ਨਹੀਂ ਕਰਦੇ, ਐਕਸਰਸਾਈਜ਼ ਨਹੀਂ ਕਰਦੇ। ਉਹਨਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ?
ਕਈ ਬੰਦਿਆਂ ਦੇ ਅਸੀਂ ਜਦੋਂ ਪੁੱਛਦੇ ਹਾਂ ਨਾ ਕੋਈ ਫਿਜ਼ੀਕਲ ਐਕਟੀਵਿਟੀ ਹੁੰਦੀ ਹੈ, ਉਹ ਕਹਿੰਦੇ ਜੀ ਕੰਮ ਤੇ ਬਹੁਤ ਹੋ ਜਾਂਦੀ ਹੈ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਕੰਮ ਦੇ ਉੱਪਰ ਕੀਤਾ ਹੋਇਆ ਜੋ ਵੀ ਐਕਟੀਵਿਟੀ ਆ ਉਹ ਐਕਸਰਸਾਈਜ਼ ਦੇ ਵਿੱਚ ਕਾਊਂਟ ਨਹੀਂ ਹੁੰਦੀ, ਕਿਉਂਕਿ ਐਕਸਰਸਾਈਜ਼ ਉਹ ਤੁਸੀਂ ਫ੍ਰੀ ਮਾਈਂਡ ਦੇ ਨਾਲ ਬਗੈਰ ਕਿਸੇ ਪ੍ਰੋਬਲਮ ਤੋਂ, ਬਗੈਰ ਕਿਸੇ ਸੋਚ ਤੋਂ, ਟੈਨਸ਼ਨ ਫ੍ਰੀ ਹੋ ਕੇ ਤੁਸੀਂ ਭਾਵੇਂ ਬ੍ਰਿਸਕ ਵਾਕ ਕਰੋ ਜਾਂ ਤੁਸੀਂ ਵਾਕ ਕਰੋ, ਜੋਗਿੰਗ ਕਰੋ, ਉਹਨੂੰ ਐਕਸਰਸਾਈਜ਼ ਕਹਿੰਦੇ ਆ। ਜਦੋਂ ਤੁਸੀਂ ਕੰਮ ਤੇ ਹੈਵੀ ਵਰਕ ਭਾਵੇਂ ਕਰ ਰਹੇ ਹੋ, ਪੌੜੀਆਂ ਚੜ੍ਹ ਰਹੇ ਹੋ, ਉਤਰ ਰਹੇ ਹੋ, ਤੁਸੀਂ ਸਮਾਨ ਜਿਹੜਾ ਹੌਲੇਜ ਕਰ ਰਹੇ ਹੋ, ਤਾਂ ਉਸ ਵੇਲੇ ਤੁਹਾਡਾ ਜਿਹੜਾ ਮਾਈਂਡ ਆ ਉਹ ਤੁਹਾਡੇ ਉਸ ਕੰਮ ਦੀ ਨਿਪੁੰਨਤਾ ਦੇ ਵਿੱਚ ਆ, ਉਸ ਕੰਮ ਦੀ ਜਿਹੜੀ ਹੈਗੀ ਆ ਉਹਨੂੰ ਸਿਰੇ ਚੜਾਉਣ ਦੇ ਵਿੱਚ ਤੁਹਾਡਾ ਮਾਈਂਡ ਲੱਗਿਆ, ਤੁਹਾਡਾ ਫੋਕਸ ਆਪਣੀ ਬਾਡੀ ਦੇ ਉੱਪਰ ਨਹੀਂ ਹੈਗਾ। ਸੋ ਇਸ ਕਰਕੇ ਉਹ ਐਕਸਰਸਾਈਜ਼ ਦੇ ਵਿੱਚ ਕਾਊਂਟ ਨਹੀਂ। ਫਾਇਦਾ ਹੋਏਗਾ ਜ਼ਰੂਰ, ਐਸੀ ਗੱਲ ਨਹੀਂ, ਪਰ ਉਹਦਾ ਉਨਾ ਨਹੀਂ ਬੈਨੀਫਿਟ ਹੋਏਗਾ ਜਿੰਨਾ ਕਿ ਤੁਸੀਂ ਫ੍ਰੀ ਮਾਈਂਡ ਦੇ ਨਾਲ ਐਕਸਰਸਾਈਜ਼ ਕਰੋਗੇ। ਜੀ ਸਾਡੇ ਨਾਲ ਇੱਕ ਹੋਰ ਕਾਲਰ ਨੇ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਅੱਛਾ ਲੱਗਾ ਜੀ ਤੁਹਾਨੂੰ ਦੁਬਾਰਾ ਦੇਖ ਕੇ। ਮੈਂ ਪਹਿਲਾਂ ਵੀ ਤੁਹਾਡਾ ਪ੍ਰੋਗਰਾਮ ਦੇਖਿਆ ਸੀ ਤੇ ਉਸ ਦਿਨ ਵੀ ਤੁਹਾਡੀ ਸਲਾਹ ਬਹੁਤ ਅੱਛੀ ਲੱਗੀ ਸੀਗੀ ਤੇ ਮੈਂ ਵੈਰੀ ਸੂਨ ਤੁਹਾਨੂੰ ਵਿਜ਼ਿਟ ਵੀ ਕਰਨਾ ਚਾਹਾਂਗਾ। ਤੇ ਮੈਂ ਬਲਜਿੰਦਰ ਜੀ, ਮੈਂ ਰਿਕੁਐਸਟ ਕਰਨਾ ਚਾਹਾਂਗਾ ਕਿ ਤੁਸੀਂ ਡਾਕਟਰ ਸਾਹਿਬ ਦੇ ਥਰੂ ਪਲੀਜ਼ ਇਹ ਦੱਸੋ, ਜਿੱਦਾਂ ਹੁਣ ਤੁਸੀਂ ਅੱਜ ਕਿਹਾ ਕਿ 100 ਸੈਸ਼ਨ ਵਾਲਾ ਯੋਗਾ ਸੀ ਅੱਜ, ਤੇ ਉਹ ਸਾਨੂੰ ਨਹੀਂ ਪਤਾ ਉਹਨਾਂ ਦਾ ਚੈਨਲ ਕੀ ਹੈ ਫੇਸਬੁੱਕ ਤੇ ਜਾਂ ਯੂਟਿਊਬ ਤੇ, ਕਿਹਦੀ ਗੱਲ ਹੋ ਰਹੀ ਹੈ, ਕਿਹਦੇ ਤੇ ਸੈਸ਼ਨ ਜੀ। ਸੋ ਪਲੀਜ਼ ਉਹਦੇ ਬਾਰੇ ਦੱਸੋ, ਪ੍ਰੋਪਰ ਉਹਨਾਂ ਦਾ ਨਾਮ ਦੱਸੋ ਫੇਸਬੁੱਕ ਪੇਜ ਦਾ ਜਾਂ ਫੇਸਬੁੱਕ ਦਾ, ਵੀ ਕਿਹਦੇ ਤੇ ਅਸੀਂ ਇਹਨਾਂ ਨੂੰ ਇਹ ਸੈਸ਼ਨ ਇਹਨਾਂ ਦੇ ਦੇਖ ਸਕਦੇ ਹਾਂ ਜੀ। ਤੇ ਦੂਜਾ, ਪਿਛਲੀ ਵਾਰ ਵੀ ਉਹ ਚੀਜ਼ ਮਿਸ ਸੀਗੀ, ਮੈਂ ਹੁਣ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਇਹਨਾਂ ਦਾ ਆਪ ਦਾ ਹੋਮੋਪੈਥੀ ਹੈ ਉਹ ਐਡਰੈਸ ਕੀ ਹੈ, ਕਿੱਥੇ ਨੇ ਇਹ, ਮੈਨੂੰ ਉਹ ਚੀਜ਼ ਦੀ ਮਿਸਿੰਗ ਸੀਗੀ। ਸੋ ਪਲੀਜ਼ ਉਹ ਵੀ ਮੈਨੂੰ ਦੱਸੋ, ਕਿਉਂਕਿ ਮੈਂ ਆਪਣੇ ਮੰਮੀ ਨੂੰ ਲੈ ਕੇ ਜਾਣਾ ਚਾਹੁੰਦਾ ਜੀ। ਪਿਛਲੀ ਵਾਰ ਵੀ ਤੁਸੀਂ ਐਡਰੈਸ ਸਾਡਾ ਮੈਨੂੰ ਲੱਗਦਾ ਤੁਸੀਂ ਮਿਸ ਕਰ ਲਿਆ ਸੀ ਜੀ। ਥੈਂਕ ਯੂ ਜੀ, ਜ਼ਰੂਰ ਅਸੀਂ ਮੈਂਸ਼ਨ ਕਰਾਂਗੇ। ਥੈਂਕ ਯੂ ਜੀ। ਸੋ ਡਾਕਟਰ ਸੈਣੀ, ਪਹਿਲਾਂ ਤੇ ਜ਼ਰੂਰ ਤੁਸੀਂ ਦੱਸੋ ਕਿ ਕਿਹੜੀ ਵੈਬਸਾਈਟ ਹੈ ਤੁਹਾਡੀ, ਕਿਹੜਾ ਚੈਨਲ ਹੈ ਤੁਹਾਡਾ ਜਿੱਥੇ ਲੋਕੀ ਤੁਹਾਨੂੰ ਜੁਆਇਨ ਕਰ ਸਕਦੇ ਆ ਯੋਗਾ ਲਈ, ਜਾਂ ਜਿੱਥੇ ਤੁਹਾਨੂੰ ਉਹ ਦੇਖ ਸਕਦੇ ਆ। ਥੈਂਕ ਯੂ ਭਾਈ ਸਾਹਿਬ ਜੀ। ਪਹਿਲਾਂ ਤਾਂ ਤੁਸੀਂ ਪਸੰਦ ਕੀਤਾ ਲਾਸਟ ਟਾਈਮ ਵਾਲਾ ਸਾਡਾ ਟਾਕ ਸ਼ੋ, ਵੀ ਰੀਅਲੀ ਆਰ ਥੈਂਕਫੁਲ ਟੂ ਯੂ। ਨੰਬਰ 2, ਤੁਹਾਡੇ ਬਹੁਤ ਸੋਹਣੇ ਸਵਾਲ ਨੇ ਜੀ। ਜਦੋਂ ਪਤਾ ਹੀ ਨਹੀਂ ਹੋਏਗਾ ਰਾਹ ਕਿੱਧਰ ਨੂੰ ਜਾਣਾ ਤਾਂ ਤੁਰ ਵੀ ਨਹੀਂ ਹੋਣਾ ਜੀ। ਸੋ ਮੇਰਾ ਫੇਸਬੁੱਕ ਪੇਜ ਹੈ ਜੀ RS ਸੈਣੀ, ਜਾਂ ਰਾਮ ਸਰੂਪ ਸੈਣੀ ਪਾ ਕੇ ਤੁਸੀਂ ਸਰਚ ਕਰ ਸਕਦੇ ਹੋ, ਤੇ ਉਹ ਪਬਲਿਕ ਪੇਜ ਹੈਗਾ ਜੀ ਮੇਰਾ, ਤੇ ਉਹਦੇ 'ਚ ਕੋਈ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ। ਤੇ ਉੱਤੇ ਤੁਸੀਂ ਜਦੋਂ ਜਾਓਗੇ ਫੇਸਬੁੱਕ ਤੇ ਤਾਂ ਸਵੇਰੇ 6:30 ਵਜੇ ਹਰ ਰੋਜ਼ ਮੈਂ ਸ਼ੁਰੂ ਕਰਦਾ ਹੈਗਾ ਜੀ, ਤੇ ਤੁਸੀਂ ਸ਼ਾਮਲ ਹੋ ਸਕਦੇ ਹੋ। ਇਟ ਇਜ਼ ਅ ਪਬਲਿਕ ਪੇਜ। ਤੇ ਡਾਕਟਰ ਸ਼ਵੇਤਾ, ਤੁਸੀਂ ਐਬਸਫੋਰਡ ਦੇ ਵਿੱਚ ਥੋੜਾ ਜਿਹਾ ਦੱਸੋ ਕਿ ਕਿੱਥੇ ਤੁਹਾਡਾ ਕਲੀਨਿਕ ਹੈਗਾ ਜਾਂ ਕਿੱਥੇ ਆ ਕੇ ਤੁਹਾਨੂੰ ਮਿਲਿਆ ਜਾ ਸਕਦਾ। ਐਬਸਫੋਰਡ ਦੇ ਵਿੱਚ ਬਲਜਿੰਦਰ ਜੀ ਸਾਡਾ ਕਲੀਨਿਕ ਜਿਹੜਾ ਹੈ ਉਹ ਸੀਡਰ ਪਾਰਕ ਪਲੇਸ 'ਚ ਹੈ। ਸੋ ਉਹ 2nd ਫਲੋਰ ਤੇ ਹੈ, ਯੂਨਿਟ ਨੰਬਰ 1 32056। ਨਾਮ ਪਏਗਾ ਸਾਊਥ ਫਰੇਜ਼ਰ ਵੇ। ਹਾਲਾਂਕਿ ਪਾਰਕਿੰਗ ਤੁਸੀਂ ਸੀਡਰ ਪਾਰਕ ਦੀ ਯੂਜ਼ ਕਰੋਗੇ, ਬਟ ਐਂਟਰੈਂਸ ਜਿਹੜੀ ਸਾਊਥ ਫਰੇਜ਼ਰ ਵਾਲੇ ਪਾਸਿਓਂ ਹੈ ਜੀ, ਐਂਡ ਇਟ ਗੋਜ਼ ਬਾਈ ਦ ਨੇਮ ਆਫ ਲਾਈਫ ਕੇਅਰ ਹੋਮਿਓਪੈਥੀ। ਜੀ। ਥੈਂਕ ਯੂ ਜੀ ਤੁਹਾਡਾ, ਤੇ ਥੈਂਕ ਯੂ ਕਾਲਰ ਤੁਹਾਡਾ ਕਿ ਜਿਨ੍ਹਾਂ ਨੇ ਉਹ ਸਾਨੂੰ ਦੱਸਿਆ ਕਿ ਉਹ ਕਿੱਥੇ ਮਿਲ ਸਕਦੇ। ਵਾਕਈ ਇਹਨਾਂ ਦੀ ਗੱਲ ਸਹੀ ਹੈ ਕਿ ਜਾਣਾ ਕਿੱਥੇ ਆ, ਰਾਹ ਵੀ ਪਤਾ ਹੋਣਾ ਚਾਹੀਦਾ ਨਾ। ਸੋ ਯੋਗਾ ਦੀ ਅਸੀਂ ਗੱਲ ਕਰ ਰਹੇ ਸੀ। ਸੋ ਬਹੁਤ ਸਾਰੇ ਲੋਕ ਤੁਹਾਨੂੰ ਜੁਆਇਨ ਕਰਦੇ ਆ ਯੋਗਾ ਤੇ, ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜੇ ਆ। ਤੇ ਵੈਸੇ ਰੈਗੂਲਰ ਸਾਨੂੰ ਕਿੰਨਾ ਕੁ ਟਾਈਮ, ਕਿੰਨੇ ਕੁ ਵਾਰੀ, ਜਿੱਦਾਂ ਵੀਕ ਦੇ ਵਿੱਚ ਕਈ ਲੋਕ ਕਹਿੰਦੇ 2 ਤੋਂ 3 ਦਿਨ ਵੀ ਕਰ ਲੈਣੀ ਚਾਹੀਦੀ ਹੈ, ਪਰ ਰੈਗੂਲਰ ਸਾਨੂੰ ਆਪਣੇ ਆਪ ਦੇ ਲਈ ਕਿੰਨਾ ਕੁ ਟਾਈਮ ਐਕਸਰਸਾਈਜ਼ ਕੱਢਣਾ ਚਾਹੀਦਾ? ਦੇਖੋ, ਮਿਨੀਮਮ ਜੇ ਤੁਸੀਂ 4 ਦਿਨ ਵੀ ਕੱਢ ਲਓ ਨਾ ਜੀ, ਆਲਟਰਨੇਟ ਡੇ ਤੇ ਵੀ 40 to 45 ਮਿੰਟਸ, ਭਾਵੇਂ ਉਹ ਬ੍ਰਿਸਕ ਵਾਕ ਹੈ, ਭਾਵੇਂ ਉਹ ਸਿੰਪਲ ਵਾਕ ਹੈਗੀ ਹੈ, ਜਾਂ ਤੁਸੀਂ ਜੋਗਿੰਗ ਕਰਦੇ ਹੋ, ਡਿਪੈਂਡਿੰਗ ਅਪਨ ਯੋਰ ਹੈਲਥ ਸਟੇਟਸ, ਤਾਂ ਇਹ ਬਹੁਤ ਉੱਤਮ ਹੁੰਦਾ ਜੀ। ਤੇ ਡੇਲੀ ਨਹੀਂ ਵੀ ਟਾਈਮ ਕੱਢ ਸਕਦੇ ਤਾਂ ਤੁਸੀਂ ਆਲਟਰਨੇਟ ਡੇ ਤੇ ਕਰ ਲਓ 40 to 45 ਮਿੰਟਸ, ਸੋ ਮੈਕਸਿਮਮ 1 ਆਵਰ ਜੇ ਨਿਕਲ ਜੇ, ਨਥਿੰਗ ਲਾਈਕ ਇਟ। ਬਾਕੀ ਸਵੇਰੇ ਟਾਈਮ ਨਿਕਲਦਾ ਜਾਂ ਸ਼ਾਮ ਨੂੰ ਨਿਕਲਦਾ ਹੈਗਾ ਅਕੋਰਡਿੰਗ ਟੂ ਯੋਰ ਓਨ ਸਕੈਜੂਲ, ਤਾਂ ਤੁਸੀਂ ਇਹ ਐਕਸਰਸਾਈਜ਼ ਕਰੋ ਤਾਂ ਬੈਨੀਫਿਟ ਹੁੰਦਾ ਹੈ ਜੀ। ਜੀ। ਔਰ ਜਦੋਂ ਅਸੀਂ ਡਾਕਟਰ ਸ਼ਵੇਤਾ ਗੱਲ ਕਰਦੇ ਹਾਂ, ਪਿਛਲੀ ਵਾਰ ਸਾਡੇ ਨਾਲ ਬਹੁਤ ਸਾਰੇ ਜਿਹੜੇ ਕਾਲਰ ਸੀਗੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਕਈ ਸਵਾਲ ਰਹਿ ਵੀ ਗਏ ਸੀ। ਇੱਕ ਸਾਨੂੰ ਸਵਾਲ ਆਇਆ ਸੀ ਕਿਸੇ ਲੇਡੀ ਵੱਲੋਂ ਫੇਸਬੁੱਕ ਦੇ ਰਾਹੀਂ, ਉਹਨਾਂ ਨੇ ਸਾਨੂੰ ਮੈਸੇਜ ਕੀਤਾ ਸੀ। ਉਹ ਕਹਿੰਦੇ ਸੀ ਕਿ ਪੀਰੀਅਡਸ ਦਾ ਇਨਬੈਲੈਂਸ ਹੋਣਾ ਉਹਦਾ ਕੀ ਕਾਰਨ ਹੈਗਾ, ਬਹੁਤ ਜ਼ਿਆਦਾ ਕਹਿੰਦੇ ਹੁੰਦੇ ਆ, ਤੇ ਕਹਿੰਦੇ ਏਜ ਵੀ ਜਿਹੜੀ ਮੇਰੀ ਆ ਉਹ 40 ਤੋਂ ਥੱਲੇ, ਹੱਲੇ ਅੰਡਰ ਹੀ ਆ, 30 ਤੋਂ ਓਵਰ ਆ, 40 ਤੋਂ ਥੱਲੇ ਆ, ਪਰ ਕਹਿੰਦੇ ਉਹਦਾ ਕੀ ਕਾਰਨ ਆ, ਮੈਂ ਐਕਸਰਸਾਈਜ਼ ਰੈਗੂਲਰ ਕਰਦੀ ਹੈਗੀ ਆ ਔਰ ਮੇਰੀ ਡਾਈਟ ਵੀ ਪ੍ਰੋਪਰ ਆ, ਪਰ ਇਹਦਾ ਕਾਰਨ ਕੀ ਆ, ਕਿਉਂ ਇਨਬੈਲੈਂਸ ਰਹਿੰਦੇ ਆਲ ਦਾ ਟਾਈਮ? ਜਿਹੜੇ ਇਰੈਗੂਲਰ ਪੀਰੀਅਡਸ ਨੇ ਉਹਨਾਂ ਦੇ देयर ਵੇਰੀਅਸ ਰੀਜ਼ਨਸ। ਮੋਸਟਲੀ ਇਰੈਗੂਲਰ ਪੀਰੀਅਡਸ ਹੁੰਦੇ ਨੇ ਜਦੋਂ ਕਿ ਸ਼ੁਰੂ ਹੋਣੇ ਆ, ਲਾਈਕ ਪਿਊਬਰਟੀ ਟਾਈਮ ਤੇ ਟੀਨੇਜ ਗਰਲਸ ਦੇ ਵਿੱਚ,
ਜਾਂ ਫਿਰ ਜਦੋਂ ਉਹਨਾਂ ਨੇ ਬੰਦ ਹੋਣਾ ਐਟ ਦ ਟਾਈਮ ਆਫ ਮੀਨੋਪੌਜ਼ ਲਾਈਕ ਲੇਟ 40s ਜਾ ਕੇ ਬਟ ਇਹਨਾਂ ਦੇ ਕੇਸ ਹੁਣ ਜੇ ਉਹ ਕਹਿ ਰਹੇ ਨੇ ਕਿ ਸ਼ੀ ਇਜ਼ ਇਨ ਮਿਡ 30s ਐਂਡ ਐਵਰੀਥਿੰਗ ਇਜ਼ ਫਾਈਨ ਸੋ ਮੋਸਟ ਪ੍ਰੋਬੇਬਲ ਰੀਜ਼ਨਸ ਦੈਟ ਕੁਡ ਬੀ ਅ ਕਾਜ਼ ਆਫ ਦਿਸ ਉਹ ਹੋ ਸਕਦਾ ਹੈ ਕਿ ਉਹਨਾਂ ਦਾ ਥਾਇਰਾਇਡ ਪਹਿਲਾਂ ਚੈੱਕ ਕਰਾਉਣ ਉਹ ਆਪਣਾ ਥਾਇਰਾਇਡ ਲੈਵਲ ਬਹੁਤ ਇੰਪੋਰਟੈਂਟ ਹੈ ਜੇ ਹਾਈਪੋਥਾਇਰਾਇਡ ਜਾਂ ਹਾਈਪਰਥਾਇਰਾਇਡ ਵੱਲ ਚਲੇ ਗਏ ਸਭ ਤੋਂ ਪਹਿਲਾਂ ਫੀਮੇਲਸ ਦੇ ਵਿੱਚ ਪੀਰੀਅਡਸ ਦਾ ਇੰਬੈਲੈਂਸ ਹੋਏਗਾ then secondly is any kind of anxiety or stress ਜੇ ਕੁਛ ਨਾ ਕੁਛ ਇਦਾਂ ਦਾ ਸਟ੍ਰੈਸ ਮਾਈਂਡ ਤੇ ਪਲੇ ਕਰ ਰਿਹਾ ਹੈ ਭਾਵੇਂ ਉਹ ਤੁਹਾਡੇ ਬੈਕ ਆਫ ਦਾ ਮਾਈਂਡ ਤੇ ਹੀ ਹੈ ਕਈ ਵਾਰੀ ਕਈਆਂ ਦੇ ਸੁਭਾਅ ਚ ਬਣ ਜਾਂਦਾ ਨਿੱਕੀ ਨਿੱਕੀ ਚੀਜ਼ ਦੇ ਬਾਰੇ ਸਟ੍ਰੈਸ ਲੈ ਲੈਣਾ ਜੋ ਜੇ ਇਦਾਂ ਦੀ ਨੇਚਰ ਹੈਗੀ ਹੈ ਜਿਹੜੀ ਕਿ ਰੀਸੈਂਟਲੀ ਕਿਸੇ ਨਾ ਕਿਸੇ ਕਾਰਨਵਸ਼ ਡਿਵੈਲਪ ਹੋਈ ਹੈ ਸੋ ਉਹ ਇੱਕ ਰੀਜ਼ਨ ਬਣ ਜਾਂਦਾ ਹੈ ਹਾਰਮੋਨਲ ਇੰਬੈਲੈਂਸ ਦਾ ਸੋ ਜਿਸ ਵੇਲੇ ਹਾਰਮੋਨਲ ਇੰਬੈਲੈਂਸ ਹੋਇਆ ਉਹਨੇ ਆਪਣੇ ਆਪ ਨੂੰ ਪੀਰੀਅਡਸ ਦੇ ਇਰੈਗੂਲੈਰਿਟੀ ਦੇ ਸ਼ੇਪ ਦੇ ਵਿੱਚ ਦਿਖਾਣਾ ਹੈ ਤੇ ਹੋਮੋਪੈਥਿਕ ਦੇ ਵਿੱਚ ਇਸ ਦੀ ਕੋਈ ਦਵਾ ਹੈ ਕੋਈ ਹੈ ਮੈਡੀਸਨ ਹੈ ਵੀ ਹੈਵ ਗੁੱਡ ਵੈਰੀ ਗੁੱਡ ਮੈਡੀਸਿਨਸ ਜਿਹੜੀ ਕਿ ਇਹਨੂੰ ਕੇਟਰ ਕਰਦੀਆਂ ਨੇ ਚਾਹੇ ਉਹ ਅਨੀਮੀਆ ਕਰਕੇ ਤੁਹਾਨੂੰ ਪੀਰੀਅਡਸ ਦੀ ਇਰੈਗੂਲੈਰਿਟੀ ਹੋ ਰਹੀ ਹੈ ਔਰ ਇਟ ਇਜ਼ ਬਿਕਾਜ਼ ਆਫ ਹਾਰਮੋਨਲ ਇੰਬੈਲੈਂਸ ਜਾਂ ਫਿਰ ਐਨੀ ਕਾਈਂਡ ਆਫ ਸਟ੍ਰੈਸ ਲਾਈਕ ਵੀ ਹੈਵ ਟਾਕਡ ਅਬਾਊਟ ਸੋ ਕੋਈ ਵੀ ਰੀਜ਼ਨ ਹੈ ਪਹਿਲਾਂ ਤੁਹਾਨੂੰ ਜਾਣ ਕੇ ਪੂਰੀ ਹਿਸਟਰੀ ਲੈ ਕੇ ਪਛਾਣ ਕੇ ਪੂਰਾ then we come up with the appropriate remedy ਜਿਹੜੀ ਕਿ ਫਿਰ ਆਪਣੇ ਹੈਲਥ ਇਸ਼ੂਜ਼ ਨੂੰ ਐਡਰੈਸ ਕਰਦੀ ਹੈ ਜੀ ਤੇ ਡਾਕਟਰ ਸੈਣੀ ਪਿਛਲੀ ਵਾਰ ਸਾਡੇ ਕੋਲ ਇੱਕ ਸਵਾਲ ਸੀ ਆਪਾਂ ਉਹਦੇ ਬਾਰੇ ਗੱਲ ਕੀਤੀ ਸੀ ਪਰ ਆਪਾਂ ਉਹਦੇ ਲਈ ਟਾਈਮ ਨਹੀਂ ਕੱਢ ਪਾਏ ਸੀ ਕਿਉਂਕਿ ਆਪਣੇ ਸ਼ੋਅ ਦਾ ਸਮਾਂ ਹੋ ਗਿਆ ਸੀ ਉਹਨਾਂ ਨੇ ਪੁੱਛਿਆ ਸੀ ਕਿ ਹੋਮੋਪੈਥੀ ਵਿੱਚ ਕੈਂਸਰ ਵਰਗੀ ਬਿਮਾਰੀ ਦਾ ਵੀ ਇਲਾਜ ਹੈ ਹੋਮੋਪੈਥੀ ਕੇਟਰਸ ਟੂ ਈਚ ਐਂਡ ਐਵਰੀ ਡਿਜ਼ੀਜ਼ ਈਚ ਐਂਡ ਐਵਰੀ ਸਿਕਨੈਸ ਪਰ ਡਿਪੈਂਡ ਕਰਦਾ ਹੈਗਾ ਵੀ ਤੁਸੀਂ ਕਿਹੜੀ ਸਟੇਜ ਦੇ ਉੱਪਰ ਹੋਮੋਪੈਥੀ ਹੈਲਪ ਲੈ ਰਹੇ ਹੋ ਆਮ ਤੌਰ ਤੇ ਜਿਹੜੀਆਂ ਟਰਮੀਨਲ ਡਿਜ਼ੀਜ਼ਸ ਹੈਗੀਆਂ ਕੈਂਸਰ ਜਿਨ੍ਹਾਂ ਦੇ ਵਿੱਚ ਇੱਕ ਹੈਗਾ ਔਰ ਇਹ ਬਹੁਤ ਪ੍ਰਚਲਿਤ ਹੁੰਦਾ ਜਾ ਰਿਹਾ ਡੇ ਬਾਈ ਡੇ ਤਾਂ ਪੇਸ਼ੈਂਟ ਜਿਹੜਾ ਹੈਗਾ ਉਹ ਜਦੋਂ ਸਾਰੇ ਦੇ ਸਾਰੇ ਆਪਦੇ ਜਿੰਨੇ ਉਹਦੇ ਹਿੱਲੇ ਵਸੀਲੇ ਆ ਉਹਨਾਂ ਨੂੰ ਜਦੋਂ ਐਗਜ਼ੌਸਟ ਕਰ ਲੈਂਦਾ ਹੈਗਾ ਤਾਂ ਮੋਸਟਲੀ ਇਹੀ ਵੇਖਿਆ ਗਿਆ ਕਿ ਤੇ ਫਿਰ ਹੋਮੋਪੈਥੀ ਦੇ ਵਿੱਚ ਅਖੀਰ ਚ ਆਉਂਦੇ ਹੈਗੇ ਆ ਸੋ ਜੇ ਫਸਟ ਸਟੇਜ ਦੇ ਵਿੱਚ ਹੀ ਹੈਲਪ ਲਿੱਤੀ ਜਾਏ ਔਰ ਤੁਹਾਨੂੰ ਕਲਾਸੀਕਲ ਹੋਮਿਓਪੈਥ ਵੈਲ ਟ੍ਰੇਨਡ ਹੋਮਿਓਪੈਥ ਕੋਈ ਮਿਲ ਜਾਵੇ ਤਾਂ ਤੁਹਾਡੀ ਫਸਟ ਸਟੇਜ ਦੇ ਉੱਪਰ ਪਕੜ ਕਰਕੇ ਬਿਮਾਰੀ ਦੀ ਉਹਦਾ ਬਾਖੂਬੀ ਜਿਹੜਾ ਹੈਗਾ ਉਹ ਸਮਾਧਾਨ ਕਰ ਸਕਦਾ ਪਰ ਜੇ ਫੋਰਥ ਸਟੇਜ ਦੇ ਵਿੱਚ ਜਾਂ ਸਟੇਜ ਜਦੋਂ ਲੰਘ ਗਈ ਹੈ ਟਰਮੀਨਲ ਇਲਨੈਸ ਦੀ ਉਦੋਂ ਪੇਸ਼ੈਂਟ ਆਉਂਦਾ ਹੈਗਾ ਤਾਂ ਫਿਰ ਤਾਂ ਤੁਸੀਂ ਸਿਰਫ ਮੈਨੇਜ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਪਰ ਜਦੋਂ ਪਤਾ ਲੱਗਦਾ ਕਿ ਕੈਂਸਰ ਹੈ ਤੁਹਾਨੂੰ ਪਤਾ ਕਿ ਇਸ ਬਿਮਾਰੀ ਦਾ ਨਾਂ ਸੁਣ ਕੇ ਲੋਕੀ ਇੱਕਦਮ ਸਟ੍ਰੈਸ 'ਚ ਚਲੇ ਜਾਂਦੇ ਹੈਗੇ ਆ ਸੋ ਜਦੋਂ ਪਤਾ ਲੱਗਦਾ ਸੋ ਬਹੁਤ ਸਾਰੀ ਉਹਨਾਂ ਦੇ ਟੈਸਟ ਕੀਮੋਥੈਰੇਪੀ ਬਹੁਤ ਕੁਝ ਚੱਲਦਾ ਰਹਿੰਦਾ ਆ ਪਰ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਇਹ ਵਿਗੜ ਗਿਆ ਹੈਗਾ ਫਿਰ ਉਹ ਆ ਜਾਂਦੇ ਆ ਫਿਰ ਉਹ ਨਾਲ ਕਰ ਸਕਦੇ ਆ ਕਿ ਜੇ ਉਹ ਕੈਂਸਰ ਦੀ ਹੋਰ ਪਾਸਿਓਂ ਵੀ ਟ੍ਰੀਟਮੈਂਟ ਲੈ ਰਿਹਾ ਨਾਲ ਹੋਮੋਪੈਥੀ ਦੀ ਵੀ ਕਰ ਸਕਦੇ ਹੈਗੇ ਆ ਹੋਮਿਓਪੈਥਿਕ ਮੈਡੀਸਨ ਦਾ ਜਿਹੜਾ ਐਕਸ਼ਨ ਆ ਦੈਟ ਇਜ਼ ਟੋਟਲੀ ਡਿਫਰੈਂਟ ਫਰੋਮ ਦੀ ਅਦਰ ਸਟਰੀਮ ਆਫ ਮੈਡੀਕੇਸ਼ਨਸ ਹਾਊਐਵਰ ਜੇ ਕੀਮੋ ਚੱਲ ਰਹੀ ਹੈ ਜਾਂ ਰੇਡੀਏਸ਼ਨ ਚੱਲ ਰਹੀ ਹੈਗੀ ਆ ਤਾਂ ਐਡਵਾਈਸਡ ਇਹ ਹੈਗਾ ਵੀ ਪਹਿਲਾਂ ਆਪਣੀ ਉਹ ਫਿਨਿਸ਼ ਹੋ ਜਵੇ ਇਨ ਕੇਸ ਦੇਰ ਆਰ ਸਰਟਨ ਸਾਈਡ ਇਫੈਕਟਸ ਤੁਸੀਂ ਉਹਨਾਂ ਨੂੰ ਵੀ ਦੇਖਦਿਆਂ ਹੋਇਆਂ ਫਿਰ ਸਹੀ ਹੋਮੋਪੈਥੀ ਦੀ ਚੋਣ ਤੇ ਪਹੁੰਚੋਗੇ ਹਾਊਐਵਰ ਜੇ ਤੁਸੀਂ ਉਹਨੂੰ ਸਾਈਡ ਬਾਈ ਸਾਈਡ ਹੀ ਕਰਦੇ ਹੋ ਪਰ ਹੋਮੋਪੈਥੀ ਦੇ ਫਿਰ ਜਿਹੜੇ ਦਵਾਈ ਦੇ ਐਕਸ਼ਨ ਔਰ ਰਿਜ਼ਲਟ ਆ ਉਹ ਉਹਨਾਂ ਨਹੀਂ ਆਏਗਾ ਜਿੰਨਾ ਕਿ ਤੁਹਾਨੂੰ ਬਗੈਰ ਕਿਸੇ ਹਿੰਡਰੈਂਸ ਤੋਂ ਆਊਗਾ ਬਿਕੋਜ਼ ਰੇਡੀਏਸ਼ਨ ਨੇ ਔਰ ਜਿਹੜੀ ਕੀਮੋਥੈਰੇਪੀ ਹੈ ਉਹਨੇ ਕੁਛ ਨਾ ਕੁਛ ਮਾਇਆਜ਼ਮ ਕੁਛ ਨਾ ਕੁਛ ਬਲੌਕ ਜਿਹੜਾ ਹੋਮੋਪੈਥੀ ਮੈਡੀਸਨ ਦੇ ਐਕਟ ਕਰਨ ਨੂੰ ਉਹ ਕ੍ਰੀਏਟ ਕਰਨਾ ਸੋ ਇਹਦੇ 'ਚ ਐਡਵਾਈਸਡ ਇਹੀ ਹੈ ਕਿ ਪਹਿਲਾਂ ਉਹ ਪ੍ਰੋਸੀਜਰ ਨੂੰ ਕਰਵਾ ਲਿਆ ਜਾਏ ਉਸ ਤੋਂ ਨਾ ਖੁੰਝੋ ਆਪਣੀ ਰੇਡੀਏਸ਼ਨ ਹੈ ਕੈਮੋ ਹੈ ਜੋ ਵੀ ਹੈ ਔਰ ਉਸ ਤੋਂ ਬਾਅਦ ਤੁਸੀਂ ਜੋ ਵੀ ਰੈਮੀਨੈਂਟ ਇਸ਼ੂਜ਼ ਹੈਗੇ ਆ ਉਹ ਤੁਸੀਂ ਹੋਮੋਪੈਥੀ ਦੇ ਨਾਲ ਬਾਖੂਬੀ ਐਡਰੈਸ ਹੋ ਸਕਦੇ ਆ ਤੇ ਇੱਕ ਜਦੋਂ ਡਾਕਟਰ ਸ਼ਵੇਤਾ ਲੇਡੀਜ਼ ਦੀਆਂ ਜ਼ਿਆਦਾ ਪ੍ਰੋਬਲਮ ਜਿਹੜੀਆਂ ਹੁੰਦੀਆਂ ਆ ਉਹਨਾਂ ਨੂੰ ਓਵਰੀ ਦੇ ਵਿੱਚ ਅਸਿਸਟ ਬਣਦੀ ਆ ਨਾਰਮਲ ਜੇ ਕਾਫੀ ਲੇਡੀਜ਼ ਨੂੰ ਇਹ ਹੈਗੀਆਂ ਇਹਦੇ ਕਰਕੇ ਵੀ ਪੀਰੀਅਡ ਇਨਬੈਲੈਂਸ ਹੋ ਜਾਂਦੇ ਆ ਇਹਦਾ ਕੀ ਇਲਾਜ ਆ ਇਹਦਾ ਹੋਮੋਪੈਥੀ ਦੇ ਵਿੱਚ ਕਿੰਨੇ ਸਮੇਂ ਦਾ ਇਲਾਜ ਆ ਇਹਦੀ ਕੀ ਟ੍ਰੀਟਮੈਂਟ ਹੈਗੀ ਆ ਨਾਰਮਲੀ ਜਦੋਂ ਓਵਰੀ ਦੇ ਵਿੱਚ ਸਿਸਟਸ ਬਣਦੀਆਂ ਨੇ ਮੋਰ ਦੈਨ ਪੀਰੀਅਡ ਇੰਬੈਲੈਂਸ ਉਹ ਬਣਦਾ ਹੈ ਰੀਜ਼ਨ ਇਨਫਰਟੀਲਿਟੀ ਦਾ ਜਦੋਂ ਸਿਸਟ ਬਣ ਗਈ ਹੈ ਓਵਰੀ ਦੇ ਵਿੱਚ ਸੋ ਉਹਦੇ ਵਿੱਚ ਆਪਾਂ ਇਹੀ ਐਡਵਾਈਸ ਕਰੀਦਾ ਹੈ ਕਿ ਤੁਸੀਂ ਆਪਣੇ ਸਕੈਨਸ ਕਰਵਾ ਲਓ ਸੋ ਦੈਟ ਵੀ ਹੈਵ ਅ ਕਲੀਅਰ ਪਿਕਚਰ ਕਿ ਜਿਹੜੀ ਓਵਰੀ ਦੀ ਸਿਸਟ ਹੈ ਉਹ ਕੀ ਇੱਕ 'ਚ ਹੈ ਜਾਂ ਦੋਨਾਂ 'ਚ ਹੈ ਔਰ ਜੇ ਹੈ ਤਾਂ ਸਾਈਜ਼ਸ ਕੀ ਨੇ ਐਂਡ ਦੈਨ ਅਕੋਰਡਿੰਗਲੀ ਫਿਰ ਸਾਡੇ ਕੋਲ ਬਹੁਤ ਚੰਗੀਆਂ ਰੈਮੇਡੀਜ਼ ਹੈਗੀਆਂ ਨੇ ਜਿਹੜੀਆਂ ਕਿ ਫਿਰ ਹੈਲਪ ਕਰਦੀਆਂ ਨੇ ਦੈਨ ਨੈਕਸਟ ਜਿਹੜੀ ਓਵਰੀ ਦੀ ਸਿਸਟ ਹੁੰਦੀ ਹੈ ਸਮਟਾਈਮਸ ਉਹ ਸਿਸਟ ਇਸ ਕਰਕੇ ਵੀ ਬਣ ਜਾਂਦੀ ਹੈ ਕਿਉਂਕਿ ਬਹੁਤ ਦੇਰ ਤੋਂ ਤੁਸੀਂ ਓਰਲ ਕੰਟਰਾਸੈਪਟਿਵ ਪਿਲਸ ਲੈ ਰਹੇ ਹੋ
ਸੋ ਜਦੋਂ ਤੁਸੀਂ ਜ਼ਿਆਦਾ ਦੇਰ ਲਈ ਹਾਰਮੋਨ ਡੋਸੇਜ ਲੈ ਲੈਂਦੇ ਹੋ ਸੋ ਉਹਦੇ ਵਿੱਚ ਸਿਸਟਸ ਡਿਵੈਲਪ ਹੋ ਜਾਂਦੀਆਂ ਨੇ, ਜਿਹਦੇ ਕਰਕੇ ਕਿ ਜਿਹੜੇ ਤੁਹਾਡੇ ਪੀਰੀਅਡ ਦੇ ਸਾਈਕਲ ਨੇ ਉਹ ਐਨ ਓਵੂਲੇਟਰੀ ਸਾਈਕਲ ਕਹਿੰਦੇ ਆ ਆਪਾਂ ਉਹਨਾਂ ਨੂੰ, ਕਿ ਉਹਨਾਂ ਦੇ ਵਿੱਚ ਐਗ ਨਹੀਂ ਬਣ ਰਿਹਾ। ਐਗ ਓਵਰੀ ਤੇ ਬਣਾ ਰਹੀ ਹੈ ਪਰ ਉਹ ਅੱਗੇ ਨਹੀਂ ਨਿਕਲ ਰਿਹਾ, ਕਿਉਂਕਿ ਓਵਰੀ ਦੇ ਵਿੱਚ ਹੀ ਉਹ ਬਣ ਕੇ ਇਕੱਠੇ ਹੋ ਰਹੇ ਨੇ। ਸੋ ਸਮਟਾਈਮਸ ਉਹ ਨਾਰਮਲ ਵੀ ਹੁੰਦੇ ਨੇ ਬਟ ਮੋਸਟ ਆਫ ਦਾ ਟਾਈਮ ਦੇਖਿਆ ਗਿਆ ਕਿ ਉਹ ਇਨਫਰਟੀਲਿਟੀ ਦਾ ਕਾਰਨ ਬਣ ਜਾਂਦੇ ਨੇ ਐਂਡ ਦੈਨ ਵੀ ਐਡਰੈਸ ਦ ਇਸ਼ੂਜ਼ ਵਿਦ ਦ ਟ੍ਰੀਟਮੈਂਟ। ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹਨਾਂ ਨੂੰ ਪੁੱਛਣਾ ਸੀ ਕਿ ਹੋਮਿਓਪੈਥਿਕ ਦੇ ਵਿੱਚ ਵੈਰੀਕੋਨ ਵੇਨਸ ਦਾ ਕੋਈ ਹੈ ਟ੍ਰੀਟਮੈਂਟ? ਜੀ ਬਿਲਕੁਲ ਜੀ, ਤੁਹਾਨੂੰ ਦੱਸਦੇ ਆ, ਤੁਸੀਂ ਪ੍ਰੋਗਰਾਮ ਸੁਣਦੇ ਰਹੋ ਜੀ। ਓਕੇ ਜੀ, ਥੈਂਕ ਯੂ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਡਾਕਟਰ ਸਾਹਿਬ ਨੂੰ ਪੁੱਛਣਾ ਸੀ, ਮੇਰੇ ਮਦਰ ਇਨ ਲਾ ਉਹਨਾਂ ਨੂੰ 3-4 ਮੰਥ ਹੋ ਗਏ ਖਾਂਸੀ ਉਹਨਾਂ ਦੀ ਠੀਕ ਨਹੀਂ ਹੁੰਦੀ ਜੀ, ਤੇ ਉਹਨਾਂ ਨੇ ਕਾਫੀ ਮੈਡੀਸਿਨ ਵੀ ਲਈਆਂ। ਇੰਡੀਆ ਜਦੋਂ ਜਾਂਦੇ ਇੰਡੀਆ ਠੀਕ ਹੁੰਦੇ ਆ, ਇੱਥੇ ਆਉਂਦੇ ਆ ਇੱਥੇ ਨਹੀਂ ਠੀਕ ਰਹਿੰਦੇ ਜੀ। ਬਿਲਕੁਲ ਜੀ, ਪ੍ਰੋਗਰਾਮ ਸੁਣਦੇ ਰਹੋ, ਤੁਹਾਨੂੰ ਜ਼ਰੂਰ ਦੱਸਣਗੇ ਜੀ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਸਾਡੇ ਪਹਿਲੇ ਕਾਲਰ ਨੇ ਜਿਹੜੀ ਆਪਣੀ ਪ੍ਰੋਬਲਮ ਦੱਸੀ ਸੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ? ਵੈਰੀਕੋਸ ਵੇਨਸ ਕਈ ਸਥਿਤੀਆਂ ਦੇ ਵਿੱਚ ਹੋ ਜਾਂਦੀਆਂ ਨੇ। ਕਈਆਂ ਨੂੰ ਡਿਊਰਿੰਗ ਪ੍ਰੈਗਨੈਂਸੀ, ਕਈਆਂ ਨੂੰ ਡਿਲੀਵਰੀ ਤੋਂ ਬਾਅਦ ਹੋ ਜਾਂਦੀਆਂ ਨੇ, ਕਈਆਂ ਨੂੰ ਹਾਈ ਬਲੱਡ ਪ੍ਰੈਸ਼ਰ ਕਰਕੇ ਵੀ ਹੋ ਜਾਂਦੀਆਂ ਨੇ। ਸੋ ਔਰ ਇਹ ਬਹੁਤ ਪੇਨਫੁਲ ਹੁੰਦੀਆਂ ਨੇ। ਇੰਨੀ ਜਿਹੜੀ ਪੇਨ ਹੈ ਉਹ ਕਈ ਵਾਰੀ ਸਹਾਰੀ ਨਹੀਂ ਜਾਂਦੀ, ਇੰਨੀ ਪੇਨ ਹੁੰਦੀ ਹੈ। ਔਰ ਨਾੜਾਂ ਜਿਹੜੀਆਂ ਉਹ ਬਾਹਰ ਪੌਪ ਅਪ ਹੋ ਜਾਂਦੀਆਂ, ਉੱਭਰ ਜਾਂਦੀਆਂ। ਸੋ ਹੋਮਿਓਪੈਥੀ ਦੇ ਵਿੱਚ ਪਹਿਲੀ ਤਾਂ ਇਹ ਹੈਗੀ ਹੈ, ਜਿਹੜੀ ਹੋਮਿਓਪੈਥੀ ਅਪਰੋਚ ਹੈ ਉਹ ਟੋਟਲੀ ਸਟ੍ਰਿਕਟਲੀ ਇੰਡੀਵਿਜੂਅਲਿਸਟਿਕ ਹੈ। ਦੈਟ ਮੀਨਸ ਤੁਸੀਂ ਉਸ ਮਨੁੱਖ ਦੀ ਪਛਾਣ ਕਰਨੀ ਹੈ ਜਿਹਨੂੰ ਤਕਲੀਫ ਹੈ। ਪਛਾਣ ਕਿਵੇਂ? ਕਿ ਉਹਦਾ ਲਾਈਫ ਸਟਾਈਲ ਕਿਹੋ ਜਿਹਾ, ਉਹਦੀ ਸਟੇਜ ਆਫ ਏਜ ਕੀ ਹੈ, ਉਹਦੀ ਇਹ ਚੀਫ ਕੰਪਲੇਂਟ ਜਿਹੜੀ ਕਿ ਜਿਵੇਂ ਇਸ ਕੇਸ 'ਚ ਵੈਰੀਕੋਸ ਵੇਨਸ ਆ ਉਹਦੇ ਚੱਲਦੇ ਆ, ਉਹਨੂੰ ਹੋਰ ਕਹੀ ਜੀ ਤਕਲੀਫਾਂ ਨੇ, ਕਿਹੜੀ ਦਵਾਈਆਂ ਉਹ ਲੈ ਚੁੱਕੇ ਆ, ਕਹੀ ਜੀ ਸਿਚੁਏਸ਼ਨ ਦੇ ਵਿੱਚ ਦੀ ਲੰਘ ਰਹੇ ਆ। ਹੋਮਿਓਪੈਥੀ ਕਹੀ ਜੀ ਸਿਸਟਮ ਆ ਟ੍ਰੀਟਮੈਂਟ ਦਾ ਜਿਹੜੀ ਮਨੁੱਖ ਦੇ ਮਨ ਨੂੰ ਨਾਲ ਲੈ ਕੇ ਚੱਲਦੀ ਹੈ, ਕਿਉਂਕਿ ਹਰ ਇੱਕ ਇਨਸਾਨ ਉਤਾਰ ਚੜਾਵ ਦਾ ਸ਼ਿਕਾਰ ਹੈ ਔਰ ਕਿਸੇ ਨਾ ਕਿਸੇ ਔਖਿਆਈ ਦੇ ਵਿੱਚੋਂ ਦੀ ਨਿਕਲ ਚੁੱਕਿਆ, ਨਿਕਲ ਰਿਹਾ, ਜਾਂ ਉਹਨੂੰ ਲੱਗਦਾ ਮੈਂ ਔਖਿਆਈ ਆਉਣ ਵਾਲੀ ਹੈ। ਔਰ ਹਰ ਇੱਕ ਇਨਸਾਨ ਇੱਕ ਦੂਜੇ ਤੋਂ ਵੱਖਰੀ ਤਰ੍ਹਾਂ ਸੈਂਸਿਟਿਵ ਹੈ, ਵੱਖਰੀ ਤਰ੍ਹਾਂ ਸਸੈਪਟੀਬਲ ਹੈ ਜੀ। ਸੋ ਹਰ ਇੱਕ ਸਥਿਤੀ ਦੇ ਵਿੱਚ ਇੱਕੋ ਜਿਹਾ ਸਾਡਾ ਵਰਤਾਵ ਨਹੀਂ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਦਾ ਮੁੱਲਾਂਕਣ ਕਰਕੇ ਫਿਰ ਅਸੀਂ ਦਵਾਈ ਦੀ ਚੋਣ ਕਰਦੇ ਹਾਂ। ਔਰ ਵੈਰੀਕੋਸ ਵੇਨ ਜੋ ਕੋਈ ਵੈਰੀਕੋਸ ਵੇਨ ਦੀ ਦਵਾਈ ਦੇ ਦਿਓ, ਹੋਮਿਓਪੈਥੀ ਦੀ ਇਹ ਨਹੀਂ ਵੀ ਕੋਈ ਵੀ ਚੱਕ ਕੇ ਦੇ ਦਿਓ, ਨੋ। ਉਹਨੂੰ ਬੜੇ ਸਵਾਲ ਪੁੱਛਾਂਗੇ, ਉਹਦੀ ਤਕਲੀਫ ਦੀ ਗਹਿਰਾਈ 'ਚ ਜਾਵਾਂਗੇ, ਉਹਦੀ ਪੂਰੀ ਡਿਟੇਲਡ ਕੇਸ ਹਿਸਟਰੀ ਲਵਾਂਗੇ, ਯਾਨੀ ਪੂਰੀ ਸਕੈਨਿੰਗ ਕਰਦੇ ਹਾਂ ਅਸੀਂ। ਇੰਨੇ ਡੂੰਘੇ ਸਵਾਲ ਪੁੱਛਦੇ ਹਾਂ ਕਿ ਵੀ ਉਸ ਮਨੁੱਖ ਨੂੰ ਫਿਰ ਆਪ ਨੂੰ ਵੀ ਅਹਿਸਾਸ ਹੁੰਦਾ ਵੀ ਇਹ ਤਾਂ ਮੇਰੇ ਕੋਲ ਕਿਸੇ ਨੇ ਅੱਜ ਤੱਕ ਇਹ ਸਵਾਲ ਤਾਂ ਪੁੱਛਿਆ ਹੀ ਨਹੀਂ, ਔਰ ਮੈਂ ਦੱਸਣਾ ਵੀ ਚਾਹੁੰਦੀ ਹਾਂ, ਕੋਈ ਸੁਣਨ ਨੂੰ ਤਿਆਰ ਨਹੀਂ। ਪਰ ਬਹੁਤ ਵਾਰ ਹੁੰਦਾ ਕਿ ਲੋਕੀ ਲੌਂਗ ਸਮੇਂ ਲਈ ਖੜੇ ਹੋ ਕੇ ਕੰਮ ਕਰਦੇ ਆ, ਸਾਰਾ ਦਿਨ ਖੜੇ ਰਹਿ ਕੇ ਕੰਮ ਕਰਦੇ ਆ। ਕਈਆਂ ਦੀ ਜੌਬਸ ਇਦਾਂ ਦੀ ਹੁੰਦੀ, ਉਹਨਾਂ ਦੇ ਲੱਤਾਂ ਦੇ ਪਿੱਛੇ ਗੁੱਛੇ ਬਣੇ ਹੁੰਦੇ ਆ ਨਾੜਾਂ ਦੇ, ਜਿੱਦਾਂ ਗੰਢਾਂ ਜੀਆਂ ਬਣ ਜਾਂਦੀਆਂ ਹੈਗੀਆਂ। ਸੋ ਇਹਦਾ ਵੀ ਇਲਾਜ ਉਹਦਾ ਤਕਲੀਫ ਕਰਕੇ ਨਾ ਜੀ, ਕਈ ਫਿਰ ਇਹੋ ਜਿਹੇ ਕੰਮ ਹੈਗੇ ਆ, ਇਹੋ ਜਿਹੇ ਤੁਹਾਡੇ ਪੋਜ਼ਿਸ ਹੈ, ਸਟੈਂਸਿਸ ਆ ਕਿ ਵੀ ਤੁਹਾਨੂੰ ਉਹ ਕਰਨ ਨੂੰ ਔਖਿਆਂ ਲੱਗਦਾ ਹੈਗਾ। ਸੋ ਜਿਹਨੂੰ ਆਲਰੇਡੀ ਪੇਨ ਆ, ਖੜਨਾ ਉਹਦੇ ਵਾਸਤੇ ਔਖਾ ਹੋਏਗਾ, ਜਾਂ ਜਿਹਨਾਂ ਲੰਬੇ ਸਮੇਂ ਤੱਕ ਖੜ ਕੇ ਕੰਮ ਕਰਦੇ ਆ ਉਹਨਾਂ ਨੂੰ ਹੋਰ ਵੀ ਪ੍ਰੋਬਲਮ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੈਂਦਾ ਹੈਗਾ ਜੀ। ਸੋ ਤੁਹਾਨੂੰ ਆ ਕੇ ਮਿਲ ਸਕਦੇ ਆ, ਸੋ ਤੁਸੀਂ ਇਹਨਾਂ ਨੂੰ ਹੋਰ ਗਾਈਡ ਕਰ ਸਕਦੇ ਹੋ। ਹਾਂਜੀ, ਸਾਰੀ ਗੱਲ ਸੁਣ ਕੇ ਫਿਰ ਗਾਈਡ ਕਰ ਸਕਦੇ ਹਾਂ, ਕਿਉਂਕਿ ਇੰਡੀਵਿਜੂਅਲੀ ਸਾਰੀ ਗੱਲ ਨੂੰ ਸਮਝਣਾ ਜ਼ਰੂਰੀ ਹੈ ਜੀ। ਬਿਲਕੁਲ। ਔਰ ਦੂਜੇ ਸਾਡੇ ਕਾਲਰ ਨੇ ਕਿਹਾ ਸੀ ਕਿ ਉਹਨਾਂ ਦੇ ਮਦਰ ਇਨ ਲਾ ਜਿਨ੍ਹਾਂ ਨੂੰ ਇੰਡੀਆ ਜਾਂਦੇ ਆ ਤਾਂ ਉਹਨਾਂ ਦੀ ਖੰਘ ਬਿਲਕੁਲ ਠੀਕ ਹੋ ਜਾਂਦੀ ਹੈ, ਪਰ ਜਦੋਂ ਇੱਥੇ ਵਾਪਸ ਆ ਜਾਂਦੇ ਆ ਤੇ ਉਹਨਾਂ ਦੀ ਖੰਘ ਜਿਹੜੀ ਮੁੜ ਤੋਂ ਸ਼ੁਰੂ ਹੋ ਜਾਂਦੀ ਆ, ਵੀ ਕਾਫੀ ਉਹਨਾਂ ਨੇ ਦਵਾਈਆਂ ਵੀ ਖਾਧੀਆਂ। ਤਾਂ ਉਹਦਾ ਕੀ ਕਾਰਨ ਹੈ? ਉਹਦੇ ਲਈ ਕੀ ਕੀਤਾ ਜਾ ਸਕਦਾ? ਉਹ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਜੀ, ਇੰਡੀਵਿਜੂਅਲ ਕੇਸ ਹੈ, ਇੰਡੀਵਿਜੂਅਲ ਦੇਖਣਾ ਪਏਗਾ। ਖੰਘ ਤੋਂ ਪਹਿਲਾਂ ਉਹਨਾਂ ਦੀ ਲਾਈਫ ਦੇ ਵਿੱਚ ਕੀ ਕੁਝ ਚੱਲ ਰਿਹਾ ਸੀ, ਖੰਘ ਸ਼ੁਰੂ ਹੋਣ ਤੋਂ ਪਹਿਲਾਂ ਕੀ ਕੋਈ ਹੋਰ ਬਿਮਾਰੀ ਸੀ, ਕੀ ਕੋਈ ਹੋਰ ਪ੍ਰੋਬਲਮ ਸੀ, ਇਹਦੇ ਵਾਸਤੇ ਦਵਾਈ ਲਈ ਹੈ ਜਾਂ ਨਹੀਂ ਲਈ। ਸੋ ਉਹਨਾਂ ਦੀ ਲਾਈਫ ਦੇ ਵਿੱਚ ਚੱਲ ਕੀ ਰਿਹਾ ਸੀ, ਉੱਥੋਂ ਸਟੋਰੀ ਸ਼ੁਰੂ ਹੋਣੀ ਹੈ। ਕਿਉਂਕਿ ਜਿਵੇਂ ਮੈਂ ਲਾਸਟ ਟਾਈਮ ਵੀ ਕਿਹਾ ਸੀ ਵੀ ਇੱਕ ਤਕਲੀਫ ਕੋਈ ਵੀ ਹੈ ਭਾਵੇਂ, ਜਾਂ ਕੋਈ ਵੀ ਆਦਤ ਹੈ, ਕਦੀ ਵੀ ਸਿੱਧੀ ਆਸਮਾਨ ਤੋਂ ਤਾਂ ਨਹੀਂ ਡਿੱਗਦੀ, ਕਿਤੇ ਨਾ ਕਿਤੇ ਉਹਦਾ ਰੱਸਾ ਵੱਜਿਆ ਹੁੰਦਾ। ਔਰ ਉਸ ਰੱਸੇ ਨੂੰ ਪਛਾਣਨਾ ਔਰ ਕਹੇ ਜਿਹੇ ਖੁੱਟੇ ਨਾਲ ਵੱਜਿਆ, ਇਹ ਇੱਕ ਕਲਾਸੀਕਲ ਟ੍ਰੇਨਡ ਹੋਮੋਪੈਥ ਦਾ ਕੰਮ ਹੈ। ਕਿਉਂਕਿ ਕੱਲਾ ਰੱਸਾ ਨਹੀਂ ਵੱਢਣਾ, ਅਸੀਂ ਖੁੱਟਾ ਪੱਟਣਾ, ਔਰ ਖੁੱਟਾ ਪੱਟਣਾ ਹੀ ਜੜ ਤੋਂ ਪ੍ਰੋਬਲਮ ਨੂੰ ਖਤਮ ਕਰਨਾ। ਉਹ ਤਾਂ ਹੀ ਹੋਏਗੀ ਜੇ ਤੁਸੀਂ ਪੂਰੀ ਤਰ੍ਹਾਂ ਉਸ ਇਨਸਾਨ ਦੀ ਤਕਲੀਫ ਨੂੰ ਔਰ ਉਸ ਇਨਸਾਨ ਨੂੰ ਸਮਝੋਗੇ। ਤੇ ਕਈ ਵਾਰੀ ਇਦਾਂ ਹੁੰਦਾ, ਕਈਆਂ ਨੂੰ, ਜਿਵੇਂ ਅਸੀਂ ਹੋਮੋਪੈਥਿਕ ਦੀ ਦਵਾਈ ਦੀ ਗੱਲ ਕਰਦੇ ਆ, ਕਈ ਲੋਕਾਂ ਨੂੰ ਬਹੁਤ ਛੇਤੀ ਇਸ ਦਾ ਅਸਰ ਹੋਣ ਲੱਗਦਾ। ਜਿਵੇਂ ਮੈਂ ਜੇ ਆਪਣੀ ਗੱਲ ਕਰਾਂ ਤੇ ਮੈਂ ਵੀ ਟਰਾਈ ਕੀਤਾ ਆ, ਔਰ ਮੈਨੂੰ ਮਾਈਗ੍ਰੇਨ ਕਾਫੀ ਸੀਗੀ, ਔਰ ਮੇਰੀ ਮਾਈਗ੍ਰੇਨ ਨੂੰ ਕਾਫੀ ਫਰਕ ਆ ਰਹੀ। ਲੰਬੇ ਸਮੇਂ ਤੋਂ ਜਿਹੜਾ ਮੈਂ ਮਾਈਗ੍ਰੇਨ ਦੇ ਨਾਲ ਸਫਰ ਕਰ ਰਹੀ ਸੀਗੀ।
ਔਰ ਦੂਜੀ ਗੱਲ ਇਹ ਹੈ ਕਿ ਕਈ ਲੋਕ ਕਹਿੰਦੇ ਆ ਸਵੇਰੇ ਸਵੇਰੇ ਸਾਨੂੰ ਮੈਸੇਜ ਬਹੁਤ ਆਏ ਕਿ ਸਵੇਰੇ ਸਵੇਰੇ ਉੱਠਦੇ ਸਾਰ ਹੀ ਜਦੋਂ ਅਸੀਂ ਸਵੇਰੇ ਉੱਠਦੇ ਆ ਤੇ ਭਾਰੀ ਜਿਹਾ ਹੁੰਦਾ, ਸਿਰ ਭਾਰੀ ਆ, ਨੱਕ ਮੂੰਹ ਸਿਰ ਬੰਦ ਆ, ਸਾਡਾ ਸਾਹ ਨਹੀਂ ਆ ਰਿਹਾ ਹੈਗਾ। ਤੇ ਕਈ ਕਹਿੰਦੇ ਆ ਕਿ ਡਸਟ ਤੋਂ ਹੋ ਜਾਂਦੀ ਆ, ਜਾਂ ਸੁੱਤੇ ਪਿਆਂ ਨੂੰ ਸਾਨੂੰ ਜਿਹੜੀ ਲਿੰਟ ਜੀ ਬਲੈਂਕਟ ਦੀ ਜਾਂ ਕੋਈ ਘਰ ਦੇ ਵਿੱਚ ਡਸਟ ਆ ਉਹਦੇ ਤੋਂ ਹੋ ਜਾਂਦਾ ਆ। ਪਰ ਇਸ ਦਾ ਕੋਈ ਹੋਰ ਕਾਰਨ ਵੀ ਆ? ਦੇਖੋ ਜੀ, ਕੋਈ ਵੀ ਤਕਲੀਫ ਹੈ ਕਾਰਨ ਤੋਂ ਬਗੈਰ ਤਾਂ ਹੁੰਦੀ ਨਹੀਂ ਔਰ ਹਰ ਇੱਕ ਇੰਡੀਵਿਜੂਅਲ ਦੇ ਕੇਸ ਦੇ ਵਿੱਚ ਕਾਰਨ ਅਲੱਗ-ਅਲੱਗ ਹੋਏਗਾ, ਸਾਰਿਆਂ ਦਾ ਕਾਰਨ ਇੱਕੋ ਨਹੀਂ ਹੋਏਗਾ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਜੀ, ਜੇ 3 ਬੰਦਿਆਂ ਦਾ ਸਿਰ ਦੁਖਦਾ ਫਰਜ਼ ਕਰੋ ਤੇ ਉਹ ਸਾਡੇ ਕੋਲ ਤਿੰਨੋਂ ਆਏ ਆ, ਹੈ ਸਿਰ ਦੁਖਣਾ, ਹੈਡੇਕ ਹੈ, ਅਸੀਂ ਪਹਿਲੇ ਨੂੰ ਬੁਲਾ ਕੇ ਪੁੱਛਦੇ ਹਾਂ ਵੀ ਕੀ ਵਜ੍ਹਾ, ਉਹ ਕਹਿੰਦਾ ਜੀ ਮੇਰਾ ਤਜਰਬਾ ਆ ਵੀ ਜਦੋਂ ਮੈਂ ਕਦੇ ਆਪਣਾ ਮੀਲ ਮਿਸ ਕਰ ਦਵਾਂ ਹੈਡੇਕ ਸ਼ੁਰੂ ਹੋ ਜਾਂਦਾ। ਦੂਜੇ ਨੂੰ ਪੁੱਛਦੇ ਆ ਤੇਰਾ ਕੀ ਵਜ੍ਹਾ, ਉਹ ਕਹਿੰਦਾ ਜਦੋਂ ਮੈਂ ਲੋਡ ਨਾਲੋਂ ਜ਼ਿਆਦਾ ਖਾ ਲਵਾਂ ਮੇਰਾ ਸਿਰ ਦਰਦ ਸ਼ੁਰੂ ਹੋ ਜਾਂਦਾ। ਤੀਜੇ ਨੂੰ ਪੁੱਛਦੇ ਆ ਵੀ ਤੇਰਾ ਵੀ ਹੈਡੇਕ ਆ, ਤੂੰ ਦੱਸ ਭਾਈ ਕਿਵੇਂ ਆ, ਐਕਸਪੀਰੀਅੰਸ ਦੱਸ। ਉਹ ਕਹਿੰਦਾ ਜੀ ਮੇਰੇ ਕੰਮ ਤੇ ਮੇਰਾ ਬੌਸ ਬਹੁਤ ਡਾਢਾ, ਬਹੁਤ ਸਟ੍ਰਿਕਟ ਆ, ਰਿਊਡ ਆ, ਜਦੋਂ ਵੀ ਕੋਵਰਕਰਸ ਦੇ ਸਾਹਮਣੇ ਇਨਸਲਟ ਕਰ ਦਿੰਦਾ ਮੇਰਾ ਹੈਡੇਕ ਸ਼ੁਰੂ ਹੋ ਜਾਂਦਾ। ਹੁਣ ਤਿੰਨਾਂ ਕੇਸਾਂ ਦੇ ਵਿੱਚ ਹੈ ਕਹਿਣ ਨੂੰ ਸਿਰ ਦਰਦ ਆ, ਪਰ ਉਹਦੇ ਕਾਰਨ ਵੱਖਰੇ ਵੱਖਰੇ ਨੇ, ਦਵਾਈ ਖੋ ਨਹੀਂ ਸਕਦੀ। ਇਸੇ ਤਰ੍ਹਾਂ ਹੀ ਪਹਿਲਾ ਮਨੁੱਖ ਜਿਹੜਾ ਭੁੱਖਾ ਰਹਿਣ ਤੋਂ ਬਾਅਦ ਸਿਰ ਦਰਦ ਹੁੰਦਾ, ਕਹਿੰਦਾ ਮੇਰਾ ਮਨ ਹੀ ਕਰਦਾ ਸਿਰ ਦਰਦ ਦੌਰਾਨ ਵੀ ਜੇ ਗਰਮ ਕੱਪ ਚਾਹ ਦਾ ਮਿਲ ਜਾਵੇ ਨਾ ਮੈਨੂੰ ਬੜਾ ਅੱਛਾ ਲੱਗੇਗਾ। ਦੂਜਾ ਜਿਹੜਾ ਲੋੜ ਤੋਂ ਵੱਧ ਖਾਂਦਾ, ਉਹ ਕਹਿੰਦਾ ਜੀ ਮੇਰਾ ਮਨ ਕਰਦਾ ਮੈਂ ਖੁੱਲੀ ਹਵਾ 'ਚ ਚਲਾ ਜਾਵਾਂ, ਲੀੜੇ ਵੀ ਖੋਲ ਦੇਵਾਂ, ਆਪਣੇ ਕੇਸ ਵੀ ਖੋਲ ਦੇਵਾਂ, ਠੰਡੀ ਠੰਡੀ ਹਵਾ ਲੱਗੇ ਨਾ ਸਿਰ ਨੂੰ, ਮੈਨੂੰ ਬੜਾ ਚੰਗਾ ਲੱਗੇਗਾ। ਥਰਡ ਬੰਦਾ ਕਹਿੰਦਾ ਜੀ ਮੇਰਾ ਮਨ ਉਦੋਂ ਇਹ ਕਰਦਾ ਸਿਰ ਦਰਦ ਦੌਰਾਨ ਵੀ ਠੰਡੀ ਠੰਡੀ ਬਾਲਟੀ ਪਾਣੀ ਜੀ ਸਿਰ 'ਚ ਪੈ ਜਾਵੇ, ਬੜਾ ਚੰਗਾ ਲੱਗੇਗਾ। ਹੁਣ ਪਹਿਲੇ ਇਨਸਾਨ ਦੀ ਖਾਹਿਸ਼ਾਂ ਵੀ ਅਲੱਗ ਆ, ਦੂਜੇ ਦੀ ਅਲੱਗ ਆ, ਤੀਜੇ ਦੀ ਅਲੱਗ ਆ। ਸੋ ਹੋਮੋਪੈਥੀ ਦੇ ਵਿੱਚ ਪਹਿਲੇ ਇਨਸਾਨ ਦੇ ਕਾਜ਼ ਆਫ ਹੈਡੇਕ ਉਹਦੀ ਖਾਹਿਸ਼ ਦੇ ਨਾਲ, ਦੂਜੇ ਦੀ ਉਹਦੀ ਖਾਹਿਸ਼ ਉਹਦੇ ਕਾਜ਼ ਦੇ ਨਾਲ ਮਿਲਾ ਕੇ ਫਿਰ ਦਵਾਈ ਦੀ ਚੋਣ ਕੀਤੀ ਜਾਂਦੀ ਹੈ ਜੀ। ਸਾਡੇ ਨਾਲ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਡਾਕਟਰ ਸਾਹਿਬ ਕੀ ਹਾਲ ਨੇ? ਬਹੁਤ ਅੱਛੇ ਜੀ, ਤੁਸੀਂ ਸੁਣਾਓ? ਠੀਕ ਹੈ ਡਾਕਟਰ ਸਾਹਿਬ, ਮੈਂ ਨਾ ਇੱਕ ਗੱਲ ਪੁੱਛਣੀ ਹੈਗੀ ਹੈ। ਮੈਨੂੰ ਇਹ ਦੱਸੋ ਵੀ ਜਿੱਦਾਂ ਮੈਂ ਨਾ ਪਹਿਲੇ ਜਾਂਦਾ ਸੀ ਜਿਮ, ਉਹ ਮੈਂ ਐਕਸਰਸਾਈਜ਼ ਜਦੋਂ ਕਰਦਾ ਸੀ ਉਦੋਂ ਮੈਂ ਖਾਂਦਾ, ਜਿਹੜੀ ਮੇਰੀ ਡਾਈਟ ਸੀ ਜ਼ਿਆਦਾ ਹੁੰਦੀ ਸੀ, ਤੇ ਹੁਣ ਕੀ ਹੋ ਗਿਆ, ਹੁਣ ਮੈਂ ਐਕਸਰਸਾਈਜ਼ ਕਰ ਨਹੀਂ ਪਾ ਰਿਹਾ ਲੇਕਿਨ ਮੇਰੀ ਭੁੱਖ ਹੋਣੀ ਹੋਈ ਹੈ। ਤੇ ਹੁਣ ਕੀ ਹੋ ਰਿਹਾ, ਮੈਂ ਜਦੋਂ ਥੋੜੀ ਦੇਰ ਬਾਅਦ ਮੈਨੂੰ ਨਾ ਸਿਰ ਪੀੜ ਹੋਣ ਲੱਗ ਜਾਂਦੀ ਹੈ, ਤੇ ਫਿਰ ਮੈਂ ਸਿਰ ਪੀੜ ਹਟਾਉਣ ਵਾਸਤੇ ਮੈਨੂੰ ਕੁਝ ਨਾ ਕੁਝ ਖਾਣਾ ਪੈਂਦਾ ਹੈ। ਉਹ ਖਾਣ ਦੇ ਨਾਲ ਕੀ ਹੋ ਰਿਹਾ, ਹੁਣ ਮੇਰਾ ਭਾਰ ਵਧੀ ਜਾ ਰਿਹਾ ਜੀ, ਤੇ ਮੈਨੂੰ ਉਹਦੇ ਬਾਰੇ ਪਲੀਜ਼ ਐਡਵਾਈਸ ਕਰੋ ਜੀ, ਅਸੀਂ ਹੋਮੋਪੈਥੀ ਦੇ ਵਿੱਚ ਕੁਝ ਕਰ ਸਕਦੇ ਹਾਂ ਜੀ। ਥੈਂਕ ਯੂ ਜੀ। ਥੈਂਕ ਯੂ ਜੀ ਤੁਹਾਡਾ। ਸਵਾਗਤ ਹੈ ਜੀ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਡਾਕਟਰ ਸਾਹਿਬ ਤੋਂ ਪੁੱਛਣਾ ਸੀ ਕਿ ਮੇਰੇ ਨਾਲ ਡੈਂਡਰਫ ਬਹੁਤ ਜ਼ਿਆਦਾ, ਇਹ ਅੱਜ ਦਾ ਨਹੀਂ ਹੈਗਾ, ਹੋ ਗਏ 5-7 ਸਾਲ। ਮੈਂ ਹਰ ਇੱਕ ਤਰ੍ਹਾਂ ਦਾ ਸ਼ੈਂਪੂ, ਮੈਡੀਸਨ, ਈਵਨ ਡਾਕਟਰ ਨਾਲ ਕੰਸਲਟ ਕਰਕੇ ਵੀ ਕੀਤਾ, ਪਰ ਡੈਂਡਰਫ ਮਹੀਨੇ ਬਾਅਦ ਫਿਰ ਵਾਪਸ ਆ ਜਾਂਦਾ। ਤੇ ਉਹਦੇ ਨਾਲ ਕੀ ਹੁੰਦਾ, ਇੰਨਾ ਹੁੰਦਾ ਵੀ ਖਾਰਿਸ਼ ਹੁੰਦੀ ਹੈ, ਔਰ ਬਾਅਦ ਚੋਂ ਡੈਂਡਰਫ ਅੱਖਾਂ ਤੇ ਵੀ ਮਤਲਬ ਬਹੁਤ ਆਉਂਦਾ, ਫਿਰ ਅੱਖਾਂ ਤੇ ਵੀ ਖਾਰਿਸ਼ ਸ਼ੁਰੂ ਹੋ ਜਾਂਦੀ ਹੈ ਮੇਰੀ। ਬਿਲਕੁਲ ਜੀ, ਤੁਸੀਂ ਸੁਣਦੇ ਰਹੋ ਪ੍ਰੋਗਰਾਮ ਤੇ ਤੁਹਾਨੂੰ ਜ਼ਰੂਰ ਦੱਸਦੇ ਆ, ਤੁਹਾਡੀ ਸਵਾਲ ਦਾ ਜਵਾਬ ਦਿੰਦੇ ਆ। ਥੈਂਕ ਯੂ ਜੀ। ਸੋ ਡਾਕਟਰ ਸਾਹਿਬ, ਪਹਿਲੀ ਜਿਹੜੀ ਕਾਲ ਸੀ ਉਹਨਾਂ ਨੇ ਤਾਂ ਦੱਸਤਾ ਵੀ ਹੁਣ ਜਿਮ ਛੱਡੀ ਹੋਈ ਹੈ ਪਰ ਭੁੱਖ ਨਹੀਂ ਲੱਗ ਰਹੀ ਹੈਗੀ ਹੈ, ਉਹਦਾ ਪਹਿਲਾਂ ਦੱਸੋ ਤੇ ਫਿਰ ਅਸੀਂ ਬਾਅਦ ਵਿੱਚ ਜਿਹੜੀ ਡੈਂਡਰਫ ਦੀ ਗੱਲ ਕਰਦੇ ਆ। ਇਹ ਹੋਰ ਵੀ ਕਿਸੇ ਦਾ ਸਵਾਲ ਆ, ਉਹ ਵੀ ਫਿਰ ਮੈਂ ਦੱਸੂਗੀ, ਸੋ ਦੋਨਿਆਂ ਦੇ ਤੁਸੀਂ ਸਾਨੂੰ ਜਵਾਬ ਦਿਓ ਜੀ। ਪਹਿਲਾਂ ਨੇ ਤਾਂ ਜੀ ਜਵਾਬ ਵੀ ਆਪਣੇ ਆਪ ਹੀ ਦਿੱਤਾ ਉਹਨਾਂ ਨੇ। ਬਿਲਕੁਲ ਜੀ, ਉਹਨਾਂ ਦੀ ਗੱਲ ਦੇ ਵਿੱਚ ਉਹਨਾਂ ਦਾ ਜਵਾਬ ਛੁਪਿਆ ਹੋਇਆ। ਹਾਂ, ਸਿਰ ਦੁਖਦਾ, ਕੁਝ ਖਾ ਲਿਆ ਤਾਂ ਸਿਰ ਆ ਗਿਆ। ਕਰ ਰਹੇ ਸੀ ਤੁਸੀਂ, ਐਕਸਰਸਾਈਜ਼ ਕਰਦੇ ਪਏ ਸੀਗੇ ਤੇ ਬਾਅਦ ਚ ਕਿਸੇ ਮਜਬੂਰੀ ਕਰਕੇ ਤੁਹਾਨੂੰ ਐਕਸਰਸਾਈਜ਼ ਬੰਦ ਹੋ ਗਈ ਹੈ, ਤਾਂ ਖਾਣੇ ਦਾ ਜਿਹੜਾ ਕੈਲਰੀ ਇਨਟੇਕ ਆ ਉਹ ਤੁਹਾਡੀ ਉਸੇ ਤਰ੍ਹਾਂ ਬਰਕਰਾਰ ਮੇਨਟੇਨਡ ਆ, ਤੇ ਤੁਹਾਡੀ ਐਕਸਰਸਾਈਜ਼ ਜਿਹੜੀ ਆ ਉਹ ਘਟ ਗਈ ਜਾਂ ਜ਼ੀਰੋ ਹੋ ਗਈ ਹੈ। ਸੋ ਦੇਅਰ ਲਾਈਜ਼ ਦ ਪ੍ਰੋਬਲਮ। ਸੋ ਤੁਸੀਂ ਇਸ ਨੂੰ ਐਡਰੈਸ ਕਰਨ ਵਾਸਤੇ ਤਾਂ ਜਿਮ ਜਾਂਦੇ ਸੀ, ਨਹੀਂ ਹੁਣ ਜਿਮ ਜਾ ਸਕਦੇ ਡਿਊ ਟੂ ਕੋਵਿਡ-19, ਤਾਂ ਜੋ ਅਸੀਂ ਕਿਰਿਆਵਾਂ ਕਰ ਰਹੇ ਹਾਂ ਜਿਹਦੇ ਕਰਕੇ ਅੱਜ ਤੁਹਾਨੂੰ ਦੱਸਿਆ ਹੈਗਾ, ਯੋਗਾ ਆਸਨਾ ਕਰੋ, ਤੁਸੀਂ ਮੇਰੇ ਨਾਲ ਜੁੜੋ, ਅਸੀਂ ਫ੍ਰੀ ਯੋਗਾ ਕਰਾਉਂਦੇ ਹਾਂ। ਤੇ ਮੈਨੂੰ ਆਸ ਹੈ ਕਿ ਵੀ ਤੁਸੀਂ, ਕਿਉਂਕਿ ਫਿਟਨੈਸ ਫਰੀਕ ਹੋ, ਜਿਮ ਜਾਂਦੇ ਸੀਗੇ, ਤਾਂ ਤੁਹਾਨੂੰ ਜ਼ਰੂਰ ਲਾਭ ਪ੍ਰਾਪਤ ਹੋਏਗਾ। ਇੱਕ ਕਾਲਰ ਸਾਡੇ ਨਾਲ ਹੋ ਰਿਹਾ ਜੀ, ਮਾਫ ਕਰਨਾ ਉਹਨਾਂ ਦੀ ਕੱਟੀ ਗਈ ਕਾਲ, ਪਰ ਤੁਸੀਂ ਹੁਣ ਦੱਸੋ ਕਿ ਇਹਨਾਂ ਨੂੰ ਤਾਂ ਤੁਸੀਂ ਦੱਸਿਆ ਕਿ ਜਿਮ ਫਰੀਕ ਤੇ ਹੈਗੇ ਆ, ਪਰ ਕਈ ਵਾਰੀ ਇਦਾਂ ਹੁੰਦਾ ਬੰਦਾ ਮੋਟੀਵੇਸ਼ਨਲ ਹੁੰਦਾ, ਪਹਿਲਾਂ ਥੋੜੇ ਟਾਈਮ ਲਈ ਹੁੰਦਾ ਹੈ, ਪਰ ਕਾਲਰ ਫੇਰ ਜੁੜ ਚੁੱਕੀ ਹੈ, ਇਹਨਾਂ ਦਾ ਵੀ ਸਵਾਲ ਸੁਣ ਲੈਂਦੇ ਅਸੀਂ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਆਵਾਜ਼ ਨਹੀਂ ਜੀ ਸਾਡੇ ਤੱਕ ਆ ਰਹੀ, ਤੁਸੀਂ ਸਾਨੂੰ ਮੁੜ ਤੋਂ ਕਾਲ ਕਰ ਸਕਦੇ ਹੋ। ਸੋ ਇਹਨਾਂ ਦੀ ਤਾਂ ਤੁਸੀਂ ਦੱਸਿਆ ਕਿ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਯੋਗਾ ਜੁਆਇਨ ਕਰ ਸਕਦੇ ਆ, ਤੁਹਾਨੂੰ ਜੁਆਇਨ ਕਰ ਸਕਦੇ ਹੈਗੇ ਡਾਕਟਰ RS ਸੈਣੀ, ਤੁਹਾਡੇ ਫੇਸਬੁੱਕ ਤੇ ਪੇਜ ਤੇ ਜਾ ਕੇ ਤੁਹਾਨੂੰ ਕਰ ਸਕਦੇ ਜੁਆਇਨ। ਤੇ ਦੂਜਾ ਸਾਡੇ ਇੱਕ ਭੈਣ ਜੀ ਉਹਨਾਂ ਨੇ ਕਾਲ ਕੀਤੀ ਸੀ ਕਿ ਡੈਂਡਰਫ ਬਹੁਤ ਆ, ਇਹਦੇ ਰਿਲੇਟਡ ਹੀ ਪਿਛਲੀ ਵਾਰ ਦਾ ਇੱਕ ਸਵਾਲ ਸਾਨੂੰ ਫੇਸਬੁੱਕ ਦੇ ਰਾਹੀਂ ਆਇਆ ਪਿਆ ਆ, ਉਹਨਾਂ ਨੇ ਵੀ ਇਹੀ ਦੱਸਿਆ ਆ।
ਪਰ ਮੈਨੂੰ ਲੱਗਦਾ ਆ ਸਵਾਲ ਵੀ ਅਸੀਂ ਸੁਣ ਲੈਂਦੇ ਆ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ 20 ਸਾਲ ਦੀ ਹਾਂ। ਮੈਂ ਨਾ weight ਨਹੀਂ ਮੇਰਾ ਲੂਜ਼ ਹੁੰਦਾ, ਸੋ ਮੈਂ ਕੀ ਕਰ ਸਕਦੀ ਹਾਂ? ਅੱਛਾ, weight gain ਕਰਨਾ ਤੁਸੀਂ? ਨਹੀਂ, ਮੈਂ ਲੂਜ਼ ਕਰਨਾ। ਅੱਛਾ, ਲੂਜ਼ ਕਰਨਾ ਹੈ। ਮੈਂ ਕਿਹਾ ਖਰੇ ਗੇਨ ਕਰਨਾ ਤਾਂ ਬਹੁਤ ਸੌਖਾ। ਉਹ ਤਾਂ ਸੌਖਾ, ਉਹ ਤਾਂ ਕਰ ਲਿਆ। ਠੀਕ ਹੈ ਜੀ, ਅਸੀਂ ਜ਼ਰੂਰ, ਤੁਸੀਂ ਸੁਣਦੇ ਰਹੋ ਪ੍ਰੋਗਰਾਮ, ਜ਼ਰੂਰ ਤੁਹਾਨੂੰ ਦੱਸਦੇ ਆ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਮੈਂ ਕਿਹਾ ਗੇਨ ਕਰਨਾ ਹੈ ਤਾਂ ਬੜਾ ਹੀ ਸੌਖਾ ਹੈ। ਸੋ ਪਹਿਲਾਂ ਤੁਸੀਂ ਸਾਨੂੰ ਡੈਂਡਰਫ ਦੇ ਬਾਰੇ ਦੱਸੋ। ਇੱਕ ਹੋਰ ਸਵਾਲ ਆਇਆ, ਉਹ ਕਹਿੰਦੇ ਕਿ ਮੇਰੇ ਜੇ ਮੈਂ ਕੋਈ ਵੀ ਹੇਅਰ ਦੇ ਵਿੱਚ ਕੋਈ ਹੇਅਰ ਸਪਰੇਅ ਜਾਂ ਕੁਝ ਵੀ ਸਿਰ ਦੇ ਵਿੱਚ ਲਾ ਲੈਂਦੀ ਆ, ਐਵਰੀ ਸੈਕਿੰਡ ਡੇ ਜੇ ਮੈਂ ਨਹਾਉਂਦੀ ਆ ਤੇ ਫਿਰ ਵੀ ਮੇਰੇ ਡੈਂਡਰਫ ਨਹੀਂ ਜਾਂਦੀ। ਮੈਂ ਐਵਰੀ ਡੇ ਵੀ ਨਹਾ ਕੇ ਦੇਖ ਲਿਆ। ਉਹ ਕਹਿੰਦੇ ਮੇਰੇ ਜਿੱਦਾਂ ਛੋਟੇ ਬੱਚਿਆਂ ਦੇ ਜਨਮ ਵੇਲੇ ਨਹੀਂ ਸਿਰ ਦੇ ਵਿੱਚ ਇੱਕ ਜੰਮ ਜਾਂਦੀ ਆ, ਮੈਨੂੰ ਪਤਾ ਨਹੀਂ ਉਹਨੂੰ ਕੀ ਕਹਿੰਦੇ ਹੈਗੇ, ਕ੍ਰੈਡਲ ਕੈਪ। ਉਹ ਕਹਿੰਦੇ ਇਸ ਤਰ੍ਹਾਂ ਮੇਰੇ ਸਿਰ ਦੇ ਵਿੱਚ ਜੰਮੀ ਆ ਤੇ ਮੇਰਾ ਹਮੇਸ਼ਾ ਹੀ ਹੱਥ ਸਿਰ 'ਚ ਰਹਿੰਦਾ ਹੈ ਤੇ ਮੈਂ ਉਹ ਖੁਰਕਦੀ ਰਹਿੰਦੀ ਆ ਤੇ ਮੈਂ ਜਿੱਥੇ ਬਹਿੰਦੀ ਆ, ਮੈਂ ਕੱਪੜੇ ਪਾਉਂਦੀ ਕਾਲੇ, ਤਾਂ ਮੇਰੇ ਹਮੇਸ਼ਾ ਡੈਂਡਰਫ ਮੋਢਿਆਂ ਤੇ ਮੇਰੇ ਖਿਲਰਿਆ ਰਹਿੰਦਾ। ਤੇ ਮੈਨੂੰ ਹੁਣ ਇਦਾਂ ਮੇਰਾ ਦਿਲ ਬਹੁਤ ਘਬਰਾਉਣ ਲੱਗ ਪਿਆ ਸਾਰਾ ਕੁਝ ਦੇਖ ਕੇ ਕਿ ਪਤਾ ਨਹੀਂ ਮੇਰੇ ਸਿਰ ਦੇ ਵਿੱਚ ਫੰਗਸ ਆ ਜਾਂ ਕੋਈ ਬਿਮਾਰੀ ਲੱਗੀ ਆ, ਵਾਲ ਬਹੁਤ ਲੂਜ਼ ਹੋ ਰਹੇ ਆ। ਤੇ ਇਹਨਾਂ ਨੇ ਵੀ ਕਿਹਾ ਕਿ ਡੈਂਡਰਫ ਬਹੁਤ ਜ਼ਿਆਦਾ ਆ ਤੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਪੈਂਦੀ ਆ ਤੇ ਖਾਜ ਹੋਣ ਲੱਗ ਪੈਂਦੀ ਆ। ਸੋ ਇਹਦਾ ਕੀ ਕਾਰਨ ਆ? ਕੀ ਇਹਦਾ ਹੋਮੋਪੈਥੀ 'ਚ ਇਲਾਜ ਆ? ਪਹਿਲੀ ਗੱਲ ਤਾਂ ਜੀ ਡੈਂਡਰਫ ਕਿਉਂ ਹੁੰਦੀ ਹੈ? ਕਿਉਂਕਿ ਹੋਮੋਪੈਥੀ ਨੇ ਤਾਂ ਕਿਉਂ ਤੇ ਜਾਣਾ। ਕਿਉਂ, ਕਿਵੇਂ, ਕਦੋਂ ਤੇ ਕਿਸ ਤਰ੍ਹਾਂ। ਹੋਮਿਓਪੈਥੀ ਨਾ 4 ਪਿਲਰਸ ਦੇ ਉੱਪਰ ਖੜੀ ਆ। ਸੋ ਹਮੇਸ਼ਾ ਜਿਸ ਇਨਸਾਨ ਨੂੰ ਬਿਮਾਰੀ ਆਏਗੀ ਨਾ, ਜੋ ਝਾਤ ਮਾਰੂਗਾ ਨਾ ਕੀ ਵਜ੍ਹਾ ਹੋ ਸਕਦੀ ਹੈ। ਔਰ ਆਮ ਤੌਰ ਤੇ ਡੈਂਡਰਫ ਤੇ ਕਿਉਂ ਇਹ ਬਣਦੀ ਹੈ, ਮੇਨਲੀ ਇਹ ਵੇਖਿਆ ਗਿਆ ਵੀ ਜਿਹੜੇ ਜੈਂਟਸ ਆ ਭਾਵੇਂ ਲੇਡੀਜ਼ ਹੈਗੇ ਆ, ਅੱਜ ਕੱਲ੍ਹ ਬੜੀ ਦੌੜ ਧੁੱਪ ਦਾ ਜ਼ਮਾਨਾ ਹੈਗਾ। ਅਸੀਂ ਨਹਾ ਕੇ ਇੰਨਾ ਟਾਈਮ ਨਹੀਂ ਸਾਨੂੰ ਕੇਸੀ ਨਹਾਉਣ ਤੋਂ ਬਾਅਦ ਮਿਲਦਾ ਹੈਗਾ ਕਿ ਵੀ ਅਸੀਂ ਵਾਲ ਚੰਗੀ ਤਰ੍ਹਾਂ ਸੁਕਾ ਸਕੀਏ। ਔਰ ਅੱਜ ਕੱਲ ਰੈਡੀਮੇਡ ਹੈਗੀਆਂ, ਤੁਸੀਂ ਮੈਂ ਡਰਾਇਰ ਨਾਲ ਸੁਕਾ ਲਏ। ਸੋ ਦੈਟ ਇਜ਼ ਅਨਨੈਚੁਰਲ। ਕਰਨਾ ਕਾ ਪੈਂਦਾ ਆਪਾਂ ਨੂੰ ਸਾਰਿਆਂ ਨੂੰ। ਸੋ ਨੈਚੁਰਲ ਵੇ ਨਾਲ ਵਾਲਾਂ ਨੂੰ ਟਾਈ ਕਰਨ ਤੋਂ ਪਹਿਲਾਂ, ਜੂੜਾ ਕਰਨ ਤੋਂ ਪਹਿਲਾਂ ਅਗਰ ਉਹਨੂੰ ਤੁਸੀਂ ਪ੍ਰੋਪਰਲੀ ਡਰਾਈ ਕੀਤਾ ਹੈਗਾ ਤਾਂ ਫਿਰ ਤੁਹਾਨੂੰ ਬੜੀ ਹੈਲਪ ਮਿਲਦੀ ਹੈ। ਕਿਉਂਕਿ ਤੁਹਾਡੇ ਹਰ ਇੱਕ ਫੋਲੀਕਲ ਜਿਹੜਾ ਹੇਅਰ ਦਾ ਹੈਗਾ ਉਹਨੂੰ ਏਅਰ ਮਿਲਦੀ ਹੈ, ਉਹਨੂੰ ਏਅਰੇਸ਼ਨ ਮਿਲਦੀ ਹੈ। ਤੇ ਜਦੋਂ ਅਸੀਂ ਗਿੱਲੇ ਵਾਲ ਬੰਨ ਲੈਂਦੇ ਆ ਜਾਂ ਜੂੜਾ ਕਰ ਲੈਂਦੇ ਆ ਤਾਂ ਜਿਹੜਾ ਮੋਇਸਚਰ ਹੈਗਾ ਉਹ ਐਂਟਰੈਪ ਹੋ ਜਾਂਦਾ ਹੈਗਾ ਵਿੱਚ, ਜਿਹਦੇ ਕਰਕੇ ਸਾਨੂੰ ਇਹ ਸਿਰ ਦੇ ਵਿੱਚ ਖਾਜ ਹੋਣੀ, ਡੈਂਡਰਫ ਹੋਣੀ, ਇਹਦਾ ਸਾਹਮਣਾ ਕਰਨਾ ਪੈਂਦਾ। ਦੂਜੀ ਗੱਲ, ਡੈਂਡਰਫ ਕਈਆਂ ਨੂੰ ਵਾਈਟ ਹੁੰਦੀ ਹੈ, ਡਰਾਈ ਹੁੰਦੀ ਹੈ, ਕਈਆਂ ਨੂੰ ਵੈਟ ਹੁੰਦੀ ਹੈ, ਯੈਲੋ ਕਲਰ ਦੀ ਵੀ ਹੁੰਦੀ ਹੈ। ਹੁਣ ਜੇ ਆਪਾਂ ਬਾਹਰੀ ਤੌਰ ਤੇ ਸ਼ੈਂਪੂ ਵਗੈਰਾ ਲਾਵਾਂਗੇ ਤਾਂ ਕੁਝ ਦੇਰ ਵਾਸਤੇ ਤੁਹਾਨੂੰ ਜ਼ਰੂਰ ਬੈਨੀਫਿਟ ਹੋਏਗਾ। ਪਰ ਗੱਲ ਇਹ ਹੈ, ਜਿਵੇਂ ਮੈਂ ਪਹਿਲਾਂ ਕਿਹਾ ਵੀ ਡਿਜ਼ੀਜ਼ ਤਾਂ ਜਿਹੜੀ ਹੈ ਕਿਤੇ ਨਾ ਕਿਤੇ ਤਾਂ ਰੱਸਾ ਵੱਜਿਆ। ਸਰ ਕੋਈ ਨਾ ਕੋਈ ਇੰਟਰਨਲ ਰੀਜ਼ਨਸ ਵੀ ਹੈਗੇ ਆ। ਬਾਹਰੋਂ ਲਾਇਆ ਹੋਇਆ ਕਰੀਮ ਜਾਂ ਕੋਈ ਸਾਬਣ ਜਾਂ ਕੋਈ ਸ਼ੈਂਪੂ ਜਾਂ ਕੋਈ ਆਇਲ ਉਹ ਉਸ ਅੰਦਰਲੇ ਕਾਜ਼ ਨੂੰ ਕਿਵੇਂ ਹਟਾ ਦੂਗਾ, ਇਹ ਸਿੱਧੀ ਜੀ ਗੱਲ ਹੈ। ਸੋ ਯੂ ਹੈਵ ਟੂ ਗੈਟ ਯੋਰ ਟ੍ਰੀਟਮੈਂਟ ਡਨ ਇੰਟਰਨਲੀ। ਐਂਡ ਹੋਮਿਓਪੈਥੀ ਦੇ ਵਿੱਚ ਇੰਨੀਆਂ ਦਵਾਈਆਂ ਉਪਲਬਧ ਨੇ ਬਹੁਤ ਚੰਗੀਆਂ, ਜਿਹੜੀਆਂ ਕਿ ਇਸ ਕੰਡੀਸ਼ਨ ਨੂੰ ਬਾਖੂਬੀ ਐਡਰੈਸ ਕਰਦੀਆਂ ਨੇ। ਅਗਰ ਇਹ ਨਾ ਕੀਤੀ ਜਾਏ ਐਡਰੈਸ, ਤਾਂ ਥੋੜੀ ਦੇਰ ਬਾਅਦ ਕੀ ਹੁੰਦਾ ਹੈਗਾ, ਤੁਹਾਡੇ ਭਰਵੱਟਿਆਂ ਦੇ ਵਿੱਚ, ਤੁਹਾਡੇ ਆਈ ਲੈਸ਼ਿਸ ਦੇ ਵਿੱਚ, ਤੁਹਾਡੇ ਕੰਨਾਂ ਦੇ ਵਿੱਚ ਇਹ ਟਰੈਵਲ ਕਰਨਾ ਸ਼ੁਰੂ ਕਰ ਦਿੰਦੀ ਹੈ। ਜੈਂਟਸ ਦੇ ਜਿਹੜੀ ਬੀਅਰਡ ਹੈਗੀ ਆ ਉਹਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਤੁਹਾਨੂੰ ਖੁਜਲੀ ਇੰਤਹਾ ਹੁੰਦੀ ਹੈ। ਤੇ ਉਸ ਤੋਂ ਬਾਅਦ ਇਹਦਾ ਨੈਕਸਟ ਜਿਹੜਾ ਰੂਪ ਹੈਗਾ ਉਹ ਐਗਜ਼ੀਮਾ, ਸੋਰੀਆਸਿਸ, ਸੋ ਮੈਨੀ ਥਿੰਗਸ ਦੇ ਕੈਨ ਡਿਵੈਲਪ ਲੇਟਰ ਔਨ। ਸੋ ਇਸ ਕੰਡੀਸ਼ਨ ਨੂੰ ਢੁਕਵਾਂ ਇਲਾਜ ਜਿਹੜਾ ਹੈਗਾ ਉਹ ਜ਼ਰੂਰ ਉਹਦੇ ਰਾਹੀਂ ਇਹਨੂੰ ਹੱਲ ਲੱਭਣਾ ਚਾਹੀਦਾ। ਤੇ ਇਹਨੂੰ ਆਮ ਜਿਹੜੇ ਤੌਰ ਤਰੀਕੇ ਹੈਗੇ ਆ, ਘਰੇਲੂ ਨੁਸਖੇ ਹੈਗੇ ਆ, ਕਈ ਵਾਰੀ ਕਾਮਯਾਬ ਹੋ ਵੀ ਜਾਂਦੇ ਆ। ਪਰ ਜੇ ਨਹੀਂ ਤੁਹਾਡੇ ਕਾਮਯਾਬ ਹੋ ਰਹੇ ਤਾਂ ਹਮੇਸ਼ਾ ਪ੍ਰੋਫੈਸ਼ਨਲ ਹੈਲਪ ਲਵੋ। ਤੁਸੀਂ ਫੈਮਿਲੀ ਡਾਕਟਰ ਨਾਲ ਗੱਲ ਕਰਨੀ ਆ, ਪ੍ਰੋਫੈਸ਼ਨਲ ਤਰੀਕੇ ਨਾਲ ਚੱਲੋ। ਆਯੁਰਵੈਦਿਕ ਲੈਣੀ ਆ, ਪ੍ਰੋਫੈਸ਼ਨਲ ਆਯੁਰਵੈਦਿਕ ਪ੍ਰੈਕਟੀਸ਼ਨਰ ਕੋਲ ਜਾਓ। ਹੋਮੋਪੈਥੀ ਦੀ ਹੈਲਪ ਲੈਣੀ ਆ ਤਾਂ ਪ੍ਰੋਫੈਸ਼ਨਲ ਕੋਲ ਜਾਓ ਜੀ, ਔਰ ਸਿਚੁਏਸ਼ਨ ਐਡਰੈਸ ਹੋ ਜਾਂਦੀ ਹੈ ਜੀ। ਥੈਂਕ ਯੂ ਜੀ। ਅਸੀਂ ਅਗਲਾ ਸਵਾਲ ਵੀ ਪੁੱਛਾਂਗੇ ਪਰ ਹੁਣ ਸਮਾਂ ਬ੍ਰੇਕ ਦਾ ਹੋ ਗਿਆ, ਸੋ ਛੋਟੀ ਜੀ ਅਸੀਂ ਬ੍ਰੇਕ ਕਰ ਲੈਂਦੇ ਆ। ਔਰ ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਹੋ ਸਾਂਝਾ ਟੀਵੀ। ਤੁਹਾਡਾ ਕਿ ਕੋਈ ਵੀ ਤੁਹਾਡਾ ਵੀ ਸਵਾਲ ਆ ਤੇ ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ। ਸਕਰੀਨ ਤੇ ਸਾਡੇ ਨੰਬਰ ਆ ਰਹੇ ਨੇ। ਔਰ ਡਾਕਟਰ ਸਾਹਿਬ ਡਾਕਟਰ RS ਸੈਣੀ ਤੇ ਡਾਕਟਰ ਸ਼ਵੇਤਾ ਸੈਣੀ। ਸੋ ਸ਼ਵੇਤਾ ਜੀ ਹੁਣਾਂ ਨੂੰ ਤੁਸੀਂ ਐਬਸਫੋਰਡ ਦੇ ਵਿੱਚ ਸੀਡਰ ਪਲਾਜ਼ੇ ਦੇ ਵਿੱਚ ਜਾ ਕੇ ਮਿਲ ਸਕਦੇ ਹੋ। ਔਰ ਡਾਕਟਰ RS ਸੈਣੀ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਨੇ ਔਰ ਇਹਨਾਂ ਦੀਆਂ ਯੋਗਾ ਕਲਾਸਿਸ ਆਨਲਾਈਨ ਕਰਵਾਉਂਦੇ ਨੇ। ਉਹਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਇਹਨਾਂ ਦੇ ਫੇਸਬੁੱਕ ਤੇ ਡਾਕਟਰ RS ਸੈਣੀ, ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ।
ਔਰ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਤੁਹਾਡਾ ਕੋਈ ਸਵਾਲ ਹੋਵੇ ਬ੍ਰੇਕ ਤੋਂ ਬਾਅਦ ਤੁਸੀਂ ਸਾਨੂੰ ਕਰ ਸਕਦੇ ਹੋ ਤੇ ਡਾਕਟਰ ਸਾਹਿਬ ਤੋਂ ਜ਼ਰੂਰ ਉਸ ਦਾ ਜਵਾਬ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਤੁਹਾਡੇ ਆਪਣੇ ਸਾਂਝਾ ਟੀਵੀ ਤੇ। ਬਲਜਿੰਦਰ ਕੌਰ ਦੇ ਨਾਲ ਬੁੱਧਵਾਰ ਸਾਥ ਹੁੰਦਾ ਜੀ ਤੁਹਾਡਾ 7 ਵਜੇ ਤੋਂ ਲੈ ਕੇ 8 ਵਜੇ ਤੱਕ, ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਉਹਨਾਂ ਸ਼ਖਸੀਅਤਾਂ ਨੂੰ ਹੀ ਲੈ ਕੇ ਆਵਾਂ ਜਿਨ੍ਹਾਂ ਕੋਲੋਂ ਤੁਸੀਂ ਢੇਰ ਸਾਰੀ ਜਾਣਕਾਰੀ ਲੈ ਸਕੋ। ਸੋ ਡਾਕਟਰ ਆਰ.ਐਸ. ਸੈਣੀ ਤੇ ਡਾਕਟਰ ਸ਼ਵੇਤਾ ਸੈਣੀ ਸਾਡੇ ਨਾਲ ਆਏ ਹੋਏ ਨੇ। ਪਿਛਲੀ ਵਾਰ ਵੀ ਆਏ ਸੀ ਪਰ ਸਮੇਂ ਦੀ ਘਾਟ ਹੋਣ ਕਰਕੇ ਸਾਡੇ ਬਹੁਤ ਸਾਰੇ ਜਿਹੜੇ ਸਵਾਲ ਰਹਿ ਗਏ ਸੀ। ਸੋ ਹੁਣ ਤੁਸੀਂ ਵੀ ਕੋਈ ਸਵਾਲ ਕਰਨਾ ਚਾਹੁੰਦੇ ਹੋ, ਤੁਹਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਹੈ ਜਿਹੜੀ ਤੁਸੀਂ ਇਹਨਾਂ ਨਾਲ ਡਿਸਕਸ ਕਰਨੀ ਚਾਹੁੰਦੇ ਹੋ, ਜਾ ਕੇ ਵੀ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ, ਪਰ ਹੁਣ ਵੀ ਤੁਸੀਂ ਸਾਨੂੰ ਫੋਨ ਕਰਕੇ ਸਵਾਲ ਇਹਨਾਂ ਤੱਕ ਰੱਖ ਸਕਦੇ ਹੋ। ਸੋ ਆਓ ਜੀ ਮੁੜ ਤੋਂ ਜੀ ਆਏ ਕਹਿੰਦੇ ਆ। ਸੋ ਡਾਕਟਰ ਸੈਣੀ ਥੈਂਕ ਯੂ ਜੀ ਤੁਹਾਡਾ, ਸ਼ਵੇਤਾ ਜੀ ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ। ਔਰ ਸਾਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਕਾਲ ਆਈ ਸੀ, ਉਹ ਕਹਿੰਦੇ ਸੀ ਕਿ ਭਾਰ ਘਟਾਉਣਾ ਆ। ਸੋ ਸਾਨੂੰ ਲੱਗਾ ਸੀ ਕਿ ਕਹਿੰਦੇ ਵਧਾਉਣਾ ਆ, ਪਰ ਉਹਨਾਂ ਨੇ ਘਟਾਉਣਾ ਆ। ਇਹ ਕਿਸੇ ਇੱਕ ਦੀ ਪ੍ਰੋਬਲਮ ਨਹੀਂ ਹੈ, ਬਹੁਤ ਸਾਰੇ ਆ, ਮੇਰੇ ਵਰਗੇ ਵੀ ਬਹੁਤ ਸਾਰੇ ਆ ਜਿਹੜੇ ਸੋਚ ਲੈਂਦੇ ਆ ਭਾਰ ਘਟਾਉਣਾ ਆ। 2 ਵੀਕਾਂ ਲਈ ਸ਼ੁਰੂਆਤ ਹੋ ਜਾਂਦੀ ਹੈ, 2 ਵੀਕਾਂ ਬਾਅਦ ਫੇਰ ਮੁੜ ਕੇ ਕਹਿੰਦੇ ਛੱਡ ਪਰੇ, ਇੱਕ ਵਾਰੀ ਦੁਨੀਆ ਤੇ ਆਏ ਆ, ਖਾ ਲਓ ਪੀ ਲਓ, ਕੀ ਕਰਨਾ ਭਾਰ ਘਟਾ ਕੇ ਨਾ। ਸੋ ਕੀ ਕੀਤਾ ਜਾ ਸਕਦਾ ਸੌਖਾ ਤਰੀਕਾ ਭਾਰ ਘਟਾਉਣ ਦਾ? ਇਹਦਾ ਜਵਾਬ ਡਾਕਟਰ ਸ਼ਵੇਤਾ ਦੇਣਗੇ। ਬੇਟੇ ਤੁਸੀਂ ਦਿਓ, ਕਿਉਂਕਿ ਉਹ ਬੇਟੀ ਨੇ ਨਾ ਤੁਹਾਡੀ ਗੱਲ ਛੇਤੀ ਮੰਨਣੀ ਆ। ਉਹਨਾਂ ਨੇ ਦੱਸ ਦਿੱਤਾ ਮੈਂ 20 ਸਾਲ ਦੀ ਆ। ਸੋ ਯਾ ਡੈਫੀਨਿਟਲੀ ਤੁਹਾਡੀ ਗੱਲ ਛੇਤੀ ਮੰਨਣਗੇ। ਤੁਸੀਂ ਦੱਸੋ। ਨਹੀਂ, weight lose ਕਰਨ ਦਾ ਸਭ ਤੋਂ ਪਹਿਲਾਂ ਹੈਗਾ ਕਿ ਆਪਣਾ ਮਨ ਪੱਕਾ ਕਰੋ। ਮਨ ਕਿਵੇਂ ਪੱਕਾ ਕਰਨਾ ਨਾ, ਹੁਣ ਇਹ ਵੀ ਦੱਸੋ ਸਾਨੂੰ। ਸੈਲਫ ਕੰਟਰੋਲ ਜਿਹੜਾ ਆਪਣੇ ਉੱਤੇ ਲਿਆਣਾ ਉਹ ਬਹੁਤ ਇੰਪੋਰਟੈਂਟ ਹੈ। ਇੱਧਰ ਉੱਧਰ ਦੇਖ ਕੇ ਆਪਾਂ ਡੁੱਲਣਾ ਨਹੀਂ ਹੈ ਕਿ ਸਾਹਮਣੇ ਵਾਲਾ ਬੰਦਾ ਜੇ ਖਾ ਰਿਹਾ ਹੈ ਸਮੋਸੇ ਤੇ ਮੈਂ ਵੀ ਚਲੋ ਖਾ ਹੀ ਲਵਾਂ, ਮੇਰਾ ਵੀ ਜੀ ਕਰਿਆ ਆ। ਸੋ ਆਪਣੇ ਮਨ ਨੂੰ ਸਭ ਤੋਂ ਪਹਿਲਾਂ ਸਟਰੋਂਗ ਕਰਨਾ ਹੈ। ਦੂਸਰਾ ਹੈ ਕਿ ਆਪਣੀ ਬਾਡੀ ਨੂੰ ਸਟਰੋਂਗ ਕਰਨਾ ਹੈ। ਬਾਡੀ ਨੂੰ ਸਟਰੋਂਗ ਕਰਨ ਲਈ ਯੂ ਨੀਡ ਟੂ ਡੂ ਐਕਸਰਸਾਈਜ਼। ਸੋ ਐਕਸਰਸਾਈਜ਼ ਕਰੋ, ਆਪਣਾ ਮਨ ਪੱਕਾ ਕਰੋ, ਆਪਣੀ ਡਾਈਟ ਕੰਟਰੋਲ ਕਰੋ, ਐਂਡ ਇੰਪੋਰਟੈਂਟ ਇਜ਼ ਹੈਵ ਲੋਟਸ ਆਫ ਵਾਟਰ। ਆਪਾਂ ਜਿੰਨਾ ਪਾਣੀ ਵਧਾਵਾਂਗੇ, ਵਾਟਰ ਇਨਟੇਕ ਵਧੀ ਹੋਈ ਨੇ ਕੀ ਕਰਨਾ, ਤੁਹਾਡੀ ਭੁੱਖ ਨੂੰ ਘਟਾਉਣਾ ਹੁੰਦਾ ਹੈ ਉਹਨੇ। ਤਾਂ ਹੀ ਆਪਾਂ ਕਹਿੰਦੇ ਕਿ ਪਾਣੀ ਜ਼ਿਆਦਾ ਪੀਓ। ਜਿੰਨਾ ਹਾਈਡਰੇਟਿਡ ਰਹੋਗੇ ਉਹਨਾਂ ਤੁਹਾਨੂੰ ਅੰਦਰੋਂ ਕ੍ਰੇਵਿੰਗਸ ਘਟਦੀਆਂ ਨੇ ਉਹਦੇ ਨਾਲ। ਸੋ ਐਕਸਰਸਾਈਜ਼, ਵਾਟਰ ਇਨਟੇਕ, ਦੈਨ ਯੋਰ ਡਾਈਟ ਕੰਟਰੋਲ, ਐਂਡ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੈਲਫ ਕੰਟਰੋਲ। ਇਹ ਜਦ ਹੋਏਗਾ ਫਿਰ ਉਸ ਤੋਂ ਬਾਅਦ ਆਪਾਂ ਕੋਈ ਵੀ ਮੈਡੀਸਿਨ ਜਦੋਂ ਲਵਾਂਗੇ ਉਹਨੇ ਐਕਟ ਕਰਨਾ ਹੈ, ਕਿਉਂਕਿ ਕੋਈ ਇੱਕ ਚੀਜ਼ ਇਕੱਲੀ ਨਹੀਂ ਚਲੇਗੀ। there has to be a combination of everything। ਮੈਡੀਸਿਨ ਨੇ ਐਕਸਰਸਾਈਜ਼ ਔਰ ਤੁਹਾਡੇ ਆਪਣੇ ਮਨ ਦੀ ਪੱਕੇ ਹੋਏ ਸੋਚ ਦੇ ਨਾਲ ਹੀ ਚੱਲਣਾ ਹੈ ਜੀ। ਔਰ ਨਾਲ ਇਹ ਵੀ ਹੈ ਜੀ, ਉਹਨਾਂ ਨੂੰ ਚਾਹੀਦਾ ਆਪਣਾ ਥਾਇਰਾਇਡ ਇਵੈਲੂਏਟ ਕਰਾਉਣ, ਦੇਖਣ ਕਿ ਵੀ ਕੋਈ ਮੈਟਾਬੋਲਿਕ ਐਕਟੀਵਿਟੀ ਤਾਂ ਨਹੀਂ, ਕੋਈ ਪ੍ਰੋਬਲਮ ਜਿਹਦੇ ਕਰਕੇ ਉਹਨਾਂ ਦਾ weight ਵਧੀ ਜਾ ਰਿਹਾ ਹੈਗਾ। ਸੋ ਫੈਮਿਲੀ ਡਾਕਟਰ ਨੂੰ ਕੰਟੈਕਟ ਕਰਨ, ਬਲੱਡ ਵਰਕ ਕਰਾਉਣ, ਆਪਣਾ ਪੂਰਾ ਪ੍ਰੋਫਾਈਲਿੰਗ ਕਰਾਉਣ ਬਲੱਡ ਵਰਕ ਦੀ, ਤੇ ਉਹਦੇ ਚੋਂ ਜੇ ਕੋਈ ਕਿਸੇ ਦਾ ਵਿਕਾਰ ਹੋਇਆ ਤਾਂ ਉਹ ਫਿਰ ਸੈਟ ਰਾਈਟ ਹੋ ਸਕਦਾ ਹੈਗਾ। ਸੋ ਜਿਹੜੇ ਕਾਜ਼ਿਸ ਨੇ ਨਾ ਉਹ ਐਕਸਟ੍ਰਿੰਸਿਕ ਔਰ ਇੰਟ੍ਰਿੰਸਿਕ ਦੋਨੋਂ ਹੋ ਸਕਦੇ ਆ, ਬਾਹਰੀ ਵੀ ਹੋ ਸਕਦੇ ਆ, ਅੰਦਰੂਨੀ ਵੀ ਹੋ ਸਕਦੇ ਆ। ਸੋ ਅੰਦਰੂਨੀ ਦੇ ਵਾਸਤੇ ਤਾਂ ਸਾਨੂੰ ਮੈਡੀਕਲ ਹੈਲਪ ਲੈਣੀ ਜ਼ਰੂਰੀ ਹੈ, ਲੈਣੀ ਚਾਹੀਦੀ ਹੈ ਜੀ। ਤੇ ਬਹੁਤੀ ਵਾਰ ਇੰਜ ਹੁੰਦਾ ਕਿ ਸ਼ਾਰਟ ਟਰਮ ਦੇ ਲਈ ਕੋਈ ਨਾ ਕੋਈ ਡਾਈਟ ਫੋਲੋ ਕਰ ਲੈਂਦੇ ਆ, ਜਿਹੜੀਆਂ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਡਾਈਟਸ ਆਈਆਂ ਕਿ ਤੁਸੀਂ ਉਹਨਾਂ ਨੂੰ 3-4 ਮਹੀਨੇ ਲਈ ਲੋਕੀ ਫੋਲੋ ਕਰਕੇ ਕੁਇਕ weight lose ਕਰ ਲੈਂਦੇ ਆ, ਤੇ ਮੁੜ ਕੇ ਉਹ ਜਦੋਂ ਛੱਡ ਦਿੰਦੇ ਆ ਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਜਾਂਦਾ ਹੈਗਾ। ਉਹ ਸਿਹਤ ਲਈ ਕਿੰਨੀਆਂ ਕੁ ਚੰਗੀਆਂ ਤੇ ਕਿੰਨੀਆਂ ਕੁ ਮਾੜੀਆਂ, ਉਹ ਕਰਨੀਆਂ ਚਾਹੀਦੀਆਂ ਜਾਂ ਨਹੀਂ ਕਰਨੀਆਂ ਚਾਹੀਦੀਆਂ? ਕੋਈ ਵੀ ਚੀਜ਼ ਅਬਰਪਟ ਗੇਨ ਕਰ ਰਹੇ ਹੋ, ਅਬਰਪਟ ਲੂਜ਼ ਕਰ ਰਹੇ ਹੋ, ਇਜ਼ ਨਾਟ ਹੈਲਦੀ, ਇਟ ਇਜ਼ ਅਨਹੈਲਦੀ। ਸੋ ਜਿਹੜਾ ਕੰਸਿਸਟੈਂਟ ਵੇ ਨਾਲ ਚੱਲਣਾ ਹੈਗਾ, ਸਾਰੇ ਕੰਟਰੋਲ ਜਿਵੇਂ ਡਾਕਟਰ ਸ਼ਵੇਤਾ ਨੇ ਕਿਹਾ ਆਪਣੇ ਉੱਪਰ ਲਾਉਣ ਵਾਸਤੇ ਇੱਕ ਡਿਸਪਲਿਨ ਤੁਹਾਨੂੰ ਬਣਾਉਣਾ ਪਏਗਾ। ਉਸ ਡਿਸਪਲਿਨ ਦੇ ਅੰਦਰ ਰਹਿੰਦੇ ਹੋਇਆ ਤੁਸੀਂ ਸਾਰੀ ਐਕਟੀਵਿਟੀਜ਼ ਵੀ ਉਸ ਤਰ੍ਹਾਂ ਕਰਨੀਆਂ, ਆਪਣੀ ਥਾਟ ਪ੍ਰੋਸੈਸ ਨੂੰ ਵੀ ਪੋਜ਼ਿਟਿਵ ਰੱਖਣਾ, ਆਪਣੇ ਖਾਣ ਪੀਣ ਤੇ ਵੀ ਧਿਆਨ ਦੇਣਾ ਹੈਗਾ, ਲਾਈਫ ਸਟਾਈਲ ਨੂੰ ਸਹੀ ਰੱਖਣਾ ਹੈਗਾ, ਆਪਣੇ ਰਿਲੇਸ਼ਨਸ਼ਿਪ ਨੂੰ ਸਹੀ ਰੱਖਣਾ ਹੈਗਾ, ਔਰ ਇੱਕ ਬੈਲੈਂਸ ਜਿੰਨਾ ਮੇਨਟੇਨ ਕਰਕੇ ਰੱਖੋਗੇ ਉਨਾ ਹੀ ਤੁਹਾਨੂੰ ਅੱਗੇ ਵਧਣ ਵਾਸਤੇ ਮੋਟੀਵੇਸ਼ਨ ਵੀ ਮਿਲੇਗੀ ਔਰ ਤੁਹਾਨੂੰ ਰਿਜ਼ਲਟ ਵੀ ਪੋਜ਼ਿਟਿਵ ਆਣਗੇ। ਤੇ ਮੈਡੀਸਨ ਕੋਈ ਇਹੋ ਜੀ ਹੈ ਹੋਮੋਪੈਥਿਕਸ ਜਿਹੜੀ ਹੈਲਪ ਕਰ ਦੇਵੇ ਤੁਹਾਨੂੰ ਥੋੜਾ ਜਿਹਾ ਇਸ ਤੁਹਾਨੂੰ weight loss ਦੇ ਵਿੱਚ, ਜਿਹੜੀ ਤੁਸੀਂ ਰੈਗੂਲਰ ਥੋੜਾ ਟਾਈਮ ਲਈ ਨਾਲ ਉਹਨੂੰ ਵੀ ਇਨਟੇਕ ਕਰੀ ਜਾਓ, ਤੇ ਨਾਲ ਤੁਸੀਂ ਜੋ ਦੱਸੇ ਹੈਗੇ ਆ ਕਿ ਆਪਣੇ ਆਪ ਤੇ ਸੈਲਫ ਕੰਟਰੋਲ ਕਰਨਾ, ਵਾਕ ਕਰਨੀ ਜਾਂ ਹੈਲਦੀ ਡਾਈਟ ਲੈਣੀ, ਸੋ ਨਾਲ ਕੋਈ ਮੈਡੀਸਨ ਵੀ ਹੈ?
ਜੀ ਮੈਡੀਸਿਨਸ ਦਾ ਉਹ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਮੈਡੀਸਿਨ ਨੇ ਤਾਂ ਹੀ ਕੰਮ ਕਰਨਾ ਹੈ ਜੇ ਤੁਸੀਂ ਮੈਡੀਸਿਨ ਦਾ ਕਹਿਣਾ ਮੰਨ ਰਹੇ ਹੋ, ਤਾਂ ਹੀ ਉਹਨੇ ਤੁਹਾਡੀ ਬਾਡੀ ਦੇ ਉੱਤੇ ਐਕਟ ਕਰਨਾ ਹੈ। ਸੋ ਮੈਡੀਸਿਨਸ ਬਖੂਬੀ ਹੁੰਦੀਆਂ ਨੇ। ਅਗੇਨ ਵੀ ਹੈਵ ਟੂ ਲੁੱਕ ਫॉर द ਕਾਜ਼, ਕਿ ਪਹਿਲਾਂ ਕਾਜ਼ ਨੂੰ ਪਛਾਣਦੇ ਹੋਏ ਆਪਾਂ ਫਿਰ ਮੈਡੀਸਿਨ ਦੀ ਸਿਲੈਕਸ਼ਨ ਕਰਦੇ ਹਾਂ। ਜੇ ਕੋਈ ਆਰਗੈਨਿਕ ਕਾਜ਼ ਨਹੀਂ ਹੈ, ਸਿਰਫ ਤੁਹਾਡੇ ਖਾਣ ਪੀਣ ਦੀ ਪ੍ਰੋਬਲਮ ਕਰਕੇ ਤੁਹਾਡਾ weight ਗੇਨ ਹੋ ਰਿਹਾ ਹੈ, then also we have medications for that, ਜਿਹੜੇ ਕਿ ਤੁਹਾਡੀ ਵਿਲ ਪਾਵਰ ਨੂੰ ਵੀ ਸਟਰੋਂਗ ਕਰਨਗੀਆਂ, ਨਾਲ ਦੀ ਨਾਲ ਜਿਹੜੇ ਤੁਸੀਂ ਐਕਸਟਰਾ ਪਾਉਂਡਸ ਗੇਨ ਕੀਤੇ ਨੇ ਉਹ ਵੀ ਸ਼ੈਡ ਆਫ ਹੁੰਦੇ ਨੇ। ਫਿਰ ਅੱਜ ਕੱਲ ਦੇ ਡੇਟ ਦੇ ਵਿੱਚ ਨਾ ਜੀ ਕੀ ਹੈਗਾ, ਯੰਗ ਬੱਚਿਆਂ ਨੂੰ ਜਿਹੜਾ PCOS ਦੀ PCOD ਜਿਹੜੀ ਕੰਡੀਸ਼ਨ ਆ ਉਹਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ, ਜਿਹਦੇ ਕਰਕੇ ਉਹਨਾਂ ਦੀ ਮੈਟਾਬੋਲਿਕ ਚੇਂਜਸ ਜਿਹੜੀਆਂ ਉਹ ਉਹਨਾਂ ਨੂੰ ਬਾਡੀ weight ਵੀ ਉਹਨਾਂ ਦਾ ਵੱਧਦਾ ਪਿਆ ਹੈਗਾ, ਉਹਨਾਂ ਦੇ ਮੈਂਟਲ ਇਮੋਸ਼ਨਲ ਲੈਵਲ ਤੇ ਵੀ ਫਰਕ ਪੈਂਦਾ ਹੈਗਾ, ਉਹਨਾਂ ਦਾ ਲੋ ਸੈਲਫ ਕੌਨਫੀਡੈਂਸ ਵੀ ਹੁੰਦਾ, ਸੈਲਫ ਅਸਟੀਮ ਦੇ ਇਸ਼ੂਜ਼ ਵੀ ਆ ਜਾਂਦੇ ਹੈਗੇ ਆ। ਔਰ ਹੁਣ ਇਹ ਰੀਜ਼ਨ ਆ ਜਿਸ ਕੇਸ ਦੇ ਵਿੱਚ ਇਹ ਰੀਜ਼ਨ ਹੈਗਾ, ਅਗਰ ਉਹ ਭਾਰ ਘਟਾਉਣ ਵਾਲੇ ਪ੍ਰੋਡਕਟਸ ਜਾਂ ਕੋਈ ਵੀ ਚੀਜ਼ਾਂ ਤੇ ਫੋਕਸ ਕਰਨਗੇ, ਨਥਿੰਗ ਇਜ਼ ਗੋਇੰਗ ਟੂ ਵਰਕ ਬਿਕਾਜ਼ ਕਾਜ਼ ਇਜ਼ ਲਾਈਂਗ देयर। ਕਾਜ਼ ਨੂੰ ਰਿਮੂਵ ਕਰੋ, ਸਹੀ ਦਵਾਈ ਲਓ। ਸਾਡੇ ਨਾਲ ਕਾਲਰ ਨੇ ਜੀ, ਇਹਨਾਂ ਦੇ ਨਾਲ ਗੱਲ ਕਰੀਏ, ਕੀ ਕਹਿਣਾ ਚਾਹੁੰਦੇ ਹੋ? ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੈਂ ਜਦੋਂ ਵੀ ਬੰਨ ਕਰਦੀ ਹਾਂ, ਵਾਲਾਂ ਦਾ ਬੰਨ ਬਣਾਉਂਦੀ ਹਾਂ, ਤਾਂ ਮੇਰੇ ਹੈਡ ਦੇ ਵਿੱਚ ਪਿੰਪਲਸ ਹੋ ਜਾਂਦੇ ਆ, ਲਾਈਕ ਸਟਾਰਟਿੰਗ ਰੂਟਸ ਦੇ, ਲਾਈਕ ਏਦਾਂ ਜਦੋਂ ਤੁਸੀਂ ਵਾਲ ਟਾਈ ਕਰਦੇ ਆ? ਹਾਂਜੀ, ਟਾਈ ਕਰਦੀ ਹਾਂ ਤਾਂ ਉਹਦੇ ਪਿੰਪਲ ਹੋ ਜਾਂਦੇ ਆ ਕਾਫੀ ਟਾਈਮ ਤੇ ਸਭ ਜੀ। ਬਿਲਕੁਲ ਜੀ, ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਅਸੀਂ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ ਜੀ। ਥੈਂਕ ਯੂ ਜੀ। ਜੀ ਥੈਂਕ ਯੂ ਜੀ। ਸੋ ਇਹਨਾਂ ਦੀ ਵੀ ਵਾਲਾਂ ਦੀ ਰਿਲੇਟਡ ਪ੍ਰੋਬਲਮ ਆ, ਬਹੁਤ ਸਾਰੀਆਂ ਲੇਡੀਜ਼ ਨੂੰ ਹੇਅਰ ਦੇ ਰਿਲੇਟਡ ਪ੍ਰੋਬਲਮ ਆ, ਲੂਜ਼ ਬਹੁਤ ਹੁੰਦੇ ਆ ਹੇਅਰ, ਕਈ ਟਾਈਟ ਕਰਕੇ ਬੰਨ ਨਹੀਂ ਸਕਦੇ, ਕੋਈ ਸਿਰ ਦੇ ਵਿੱਚ ਸੂਈ ਕਲਿੱਪ ਨਹੀਂ ਲਾ ਸਕਦੇ, ਉਹਨਾਂ ਦੀ ਸਕਲਪ ਨੂੰ ਬੋਦਰ ਕਰਦੀ ਆ। ਸੋ ਜਿਵੇਂ ਇਹਨਾਂ ਨੇ ਕਿਹਾ ਕਿ ਜਦੋਂ ਬੰਨ ਕਰਦੇ ਆ ਜਾਂ ਟਾਈ ਕਰਦੇ ਆ ਤੇ ਵਿੱਚ ਪਿੰਪਲਸ ਹੋ ਜਾਂਦੇ ਆ, ਤੇ ਉਹਦਾ ਕੀ ਕਾਰਨ ਹੈਗਾ? ਪਹਿਲੀ ਗੱਲ ਤਾਂ ਇਹਨਾਂ ਨੂੰ ਭੈਣ ਜੀ ਉਹਨਾਂ ਨੂੰ ਦੇਖਣਾ ਪੈਣਾ ਵੀ ਬਹੁਤੇ ਟਾਈਟ ਤਾਂ ਨਹੀਂ ਬੰਨ੍ਹਦੇ ਹੈਗੇ, ਵਾਲਾਂ ਨੂੰ ਖਿੱਚ ਕੇ ਬੰਨਣ ਦੀ ਵੀ ਕਈ ਵਾਰੀ ਆਦਤ ਹੁੰਦੀ ਹੈਗੀ ਆ। ਸੋ ਦੈਟ ਆਲਸੋ ਕੈਨ ਲੀਡ ਟੂ ਦਿਸ ਕਾਈਂਡ ਆਫ ਦੀ ਪ੍ਰੋਬਲਮ। ਨੰਬਰ 2, ਇਹ ਵਾਸ਼ ਕਿੰਨੀ ਛੇਤੀ ਕਰਦੇ ਆ ਆਪਣੇ ਹੇਅਰ ਨੂੰ, ਉਹ 'ਤੇ ਵੀ ਡਿਪੈਂਡ ਕਰਦਾ। ਪਰਸਨਲ ਹਾਈਜੀਨ ਜਿਹੜੀ ਹੈਗੀ ਆ ਉਹ ਵੀ ਇਹਦੇ ਵਾਸਤੇ ਬਹੁਤ ਸਹੀ ਹੈ। ਨੰਬਰ 3, ਕੋਈ ਹੋਰ ਤਕਲੀਫ ਤਾਂ ਨਹੀਂ ਹੈਗੀ ਕਿ ਇਹਨਾਂ ਦਾ ਆਇਰਨ ਲੈਵਲ ਠੀਕ ਹੈਗੇ ਆ, ਇਹਨਾਂ ਦੀ ਡਾਈਟ ਠੀਕ ਹੈਗੀ ਹੈ, ਭੁੱਖ ਇਹਨਾਂ ਨੂੰ ਠੀਕ ਲੱਗਦੀ ਹੈ, ਇਹਨਾਂ ਦਾ ਐਕਸਰਸਾਈਜ਼ ਦਾ ਪੱਧਰ ਕੀ ਹੈ, ਔਰ ਲਾਈਫ ਕਿਵੇਂ ਚੱਲ ਰਹੀ ਹੈ। ਸਟ੍ਰੈਸਿਸ, ਟੈਨਸ਼ਨ ਹਰ ਕਿਸੇ ਨੂੰ ਹੁੰਦੀਆਂ, ਪਰ ਜੇ ਉਹ ਇਸ ਹਿਸਾਬ ਨਾਲ ਹੋਣ ਕਿ ਉਹਨੇ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੋਵੇ ਤਾਂ ਉਹ ਵੀ ਕਿਸੇ ਵੀ ਬਿਮਾਰੀ ਦਾ ਉਹ ਕਾਰਨ ਬਣ ਸਕਦੀਆਂ। ਸੋ ਪਹਿਲਾਂ ਤਾਂ ਆ ਜਿਹੜੇ ਕਾਰਨ ਹੋ ਸਕਦੇ ਆ, ਇਹਨਾਂ ਦੇ ਵਿੱਚ ਸ਼ੀ ਸ਼ੁੱਡ ਜਸਟ ਟਰਾਈ ਟੂ ਸਕੈਨ ਥਰੂ। ਜੇ ਉਹਨਾਂ ਨੂੰ ਦੇਖਦਿਆਂ ਹੋਇਆਂ, ਪਾਲਣਾ ਕਰਦਿਆਂ ਫਿਰ ਵੀ ਪ੍ਰੋਬਲਮ ਐਗਜ਼ਿਸਟ ਕਰਦੀ ਹੈ ਤਾਂ ਫਿਰ ਢੁਕਵੀਂ ਜਿਹੜੀ ਹੈਲਪ ਉਹ ਲੈਣੀ ਬਣਦੀ ਹੈ। ਕੋਈ ਨੈਚੁਰਲ ਇਹੋ ਜਿਹੀਆਂ ਚੀਜ਼ਾਂ ਹੈ ਜਿਨ੍ਹਾਂ ਦਾ ਕੋਈ ਪਹਿਲਾਂ ਟਰਾਈ ਆਊਟ ਕਰਨ ਦੇ ਲਈ ਕੋਈ ਰੈਮਡੀਜ਼ ਕੁਛ ਇੱਦਾਂ ਦਾ ਤੁਸੀਂ, ਜਾਂ ਤੁਹਾਡੇ ਕੋਲ ਕੋਈ ਹੋਮੋਪੈਥਿਕ ਦੇ ਵਿੱਚ ਇਹੋ ਜਿਹੀ ਕੋਈ ਲਾਉਣ ਲਈ, ਸਿਰ ਦੇ ਵਿੱਚ ਸਕਲਪ ਦੇ ਵਿੱਚ ਲਾਉਣ ਲਈ ਕੋਈ ਇੱਦਾਂ ਦੀ ਦਵਾਈ ਹੈ ਜਿਹਦੇ ਨਾਲ ਹੈਲਪ ਹੋ ਸਕੇ? ਇਹੀ ਫਰਕ ਹੈ ਜੀ ਹੋਮੋਪੈਥੀ ਔਰ ਹਰਬਲ ਦਾ। ਹਰਬਲ ਇਜ਼ ਨਾਟ ਹੋਮਿਓਪੈਥੀ। ਹਰਬਲ ਐਂਡ ਹੋਮਿਓਪੈਥੀ ਆਰ ਬੋਥ ਡਿਫਰੈਂਟ। ਸੋ ਬਹੁਤ ਲੋਕ ਕਨਫਿਊਜ਼ ਕਰਦੇ ਹੈਗੇ ਆ ਜੀ। ਸੋ ਹਰਬਲਿਜ਼ਮ ਔਰ ਹੋਮਿਓਪੈਥੀ ਟੋਟਲੀ ਡਿਫਰੈਂਟ ਹੈ। ਹਰਬਲਿਜ਼ਮ ਤਾਂ ਤੁਸੀਂ ਲਾ ਲਈ ਕੋਈ ਚੀਜ਼ ਜਾਂ ਤੁਸੀਂ ਪੀ ਲਈ ਜਾਂ ਖਾ ਲਈ, ਉਹ ਹੈ। ਹੋਮਿਓਪੈਥੀ ਇੰਡੀਵਿਜੂਅਲਿਸਟਿਕ ਹੈ, ਜਿਵੇਂ ਅਸੀਂ ਪਹਿਲਾਂ ਕਿਹਾ ਹੈਗਾ। ਹੋਮਿਓਪੈਥੀ ਦੇ ਵਿੱਚ ਜਿਹੜੀ ਦਵਾਈ ਹੈ ਉਹ ਬੰਦੇ ਦੇ ਵਿੱਚ ਫਿੱਟ ਕੀਤੀ ਜਾਂਦੀ ਹੈ। ਹਰ ਇੱਕ ਬੰਦਾ ਇੱਕ ਦੂਜੇ ਤੋਂ ਵੱਖਰਾ ਹੈਗਾ, ਚੜ੍ਹ ਤੇ ਜਾਣਾ ਹੈਗਾ। ਔਰ ਹਰਬਲਿਜ਼ਮ ਇਜ਼ ਡਿਫਰੈਂਟ ਫਰੋਮ ਹੋਮਿਓਪੈਥੀ। ਬੋਥ ਕੈਨ ਨਾਟ ਬੀ ਪ੍ਰੈਕਟਿਸਡ ਟੁਗੇਦਰ। ਸੋ ਹੋਮਿਓਪੈਥ ਜਿਹੜਾ ਹੈਗਾ ਉਹ ਕਲਾਸੀਕਲੀ ਟ੍ਰੇਨਡ, ਜਿਹੜਾ ਹੋਮਿਓਪੈਥ ਉਹ ਕੱਲੀ ਹੋਮਿਓਪੈਥੀ ਹੀ ਕਰਦਾ, ਉਹ ਹਰਬਲ ਵੱਲ ਕਿਉਂਕਿ ਉਹਨੂੰ ਪੜ੍ਹਾਇਆ ਨਹੀਂ ਗਿਆ ਹਰਬਲ ਦਾ। ਸੋ ਹਰਬਲਿਜ਼ਮ ਇਜ਼ ਡਿਫਰੈਂਟ, ਹੋਮਿਓਪੈਥੀ ਇਜ਼ ਡਿਫਰੈਂਟ। ਹਾਊਐਵਰ ਬਥੇਰੇ ਮਾਰਕੀਟ ਦੇ ਵਿੱਚ ਆਇਲਸ ਮਿਲਦੇ ਆ, ਬਹੁਤ ਕੁਝ ਮਿਲਦਾ। ਹੋਮਿਓਪੈਥੀ ਦੇ ਵਿੱਚ ਵੀ ਆਇਲਸ ਹੈਗੇ ਆ। ਸੋ ਉਹਨਾਂ ਦਾ ਲਾਉਣ ਦਾ ਬੈਨੀਫਿਟ ਹੋ ਸਕਦਾ, ਜ਼ਰੂਰੀ ਨਹੀਂ ਹੈਗਾ ਕਿ ਵੀ ਹਰ ਕਿਸੇ ਨੂੰ ਹੋਏਗਾ, ਕਿਉਂਕਿ ਜਦ ਤੱਕ ਕਾਜ਼ ਦੇ ਨੂੰ ਪਛਾਣ ਕੇ ਦਵਾਈ ਨਹੀਂ ਦਿੱਤੀ ਜਾਏਗੀ ਉਦੋਂ ਤੱਕ ਜਿਹੜੀ ਅਲਾਮਤ ਉਹ ਦੂਰ ਨਹੀਂ ਹੋਊਗੀ। ਸੋ ਜਦੋਂ ਅਸੀਂ ਗੱਲ ਕਰਦੇ ਹਾਂ, ਕਈ ਲੇਡੀਜ਼ ਕਹਿੰਦੀਆਂ ਹੈਗੀਆਂ ਕਿ ਜਦੋਂ ਉਹਨਾਂ ਦੇ ਡਿਲੀਵਰੀ ਹੁੰਦੀ ਹੈ, ਬੱਚਾ ਪੈਦਾ ਕਰਦੀਆਂ ਹੈਗੀਆਂ, ਉਦੋਂ ਵੀ ਉਹਨਾਂ ਦੇ ਹੇਅਰ ਬਹੁਤ ਫਾਲ ਹੁੰਦੇ ਆ, ਜਾਂ ਜਦੋਂ ਬੱਚੇ ਨੂੰ ਫੀਡ ਕਰ ਰਹੀਆਂ ਹੁੰਦੀਆਂ ਉਦੋਂ ਬਹੁਤ ਹੁੰਦੇ ਆ, ਨੈਚੁਰਲ ਵੇ ਨਾਲ ਹੁੰਦੇ ਆ। ਪਰ ਕਈਆਂ ਦੇ ਜਿੱਦਾਂ ਡੈਂਡਰਫ ਜਾਂ ਸਕਲਪ ਦੇ ਵਿੱਚ ਇਹਦੇ ਜ਼ਿਆਦਾ ਇਸ਼ੂ ਆ। ਮੋਸਟ ਆਪਣੀ ਸਕਿਨ ਦੀਆਂ ਤੇ ਵਾਲਾਂ ਦੀਆਂ ਜ਼ਿਆਦੀਆਂ ਪ੍ਰੋਬਲਮਸ ਲੇਡੀਜ਼ ਦੀਆਂ ਹੁੰਦੀਆਂ ਹੈਗੀਆਂ ਆ। ਸੋ ਇਹਨਾਂ ਦੇ ਲਈ ਜਾਣਨਾ ਤੁਹਾਡੇ ਤੋਂ ਮੈਂ ਚਾਹੂੰਗੀ ਕਿ ਇਹ ਕਿਵੇਂ ਆ। ਪਰ ਪਹਿਲਾਂ ਇੱਕ ਕਾਲ ਲੈ ਲਈ ਅਸੀਂ ਇਹਨਾਂ ਦੇ, ਇਹ ਕੀ ਕਹਿਣਾ ਚਾਹੁੰਦੇ ਆ?
ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। गुड इवनिंग। एबसफोर्ड में कहाँ पे है जी आपका क्लिनिक? मैं एबसफोर्ड से बोल रहा हूँ, अगर अपॉइंटमेंट लेनी हो तो। एबसफोर्ड से ਦੱਸੋ ਡਾਕਟਰ ਸ਼ਵੇਤਾ जी। एबर्ट्सफोर्ड में एबर्ट्सफोर्ड में क्लिनिक है सीडर पार्क में। नंबर भी बोल देंगे तो आप अच्छा होगा प्लीज ਜੀ ਸ਼ੋਰ, ਅਸੀਂ ਨੰਬਰ ਵੀ ਬੋਲ ਦਿੰਦੇ ਹਾਂ ਜੀ। ਥੈਂਕ ਯੂ ਵੈਰੀ ਮਚ ਜੀ। ਤੁਹਾਡੀ ਆਵਾਜ਼ ਨਹੀਂ ਸਾਡੇ ਤੱਕ ਕਲੀਅਰ ਆ ਰਹੀ। ਸੋ ਡਾਕਟਰ ਸ਼ਵੇਤਾ ਤੁਸੀਂ ਇੱਕ ਵਾਰੀ ਐਡਰੈਸ ਤੇ ਨੰਬਰ ਰਿਪੀਟ ਕਰ ਦਿਓ ਜੀ। ਜੀ ਐਬਰਟਸਫੋਰਡ ਦੀ ਜਿਹੜੀ ਕਲੀਨਿਕ ਹੈ ਉਹ ਯੂਨਿਟ ਨੰਬਰ 1 ਬਿਲਡਿੰਗ ਨੰਬਰ 32056 32056 ਸੈਕੰਡ ਫਲੋਰ ਤੇ ਹੈ, ਸਾਊਥ ਫਰੇਜ਼ਰ ਵੇ। ਐਂਡ ਫੋਨ ਨੰਬਰ ਅਪਾਇੰਟਮੈਂਟ ਵਾਸਤੇ ਉਹ ਲੈ ਸਕਦੇ ਨੇ 604 304 2236। ਔਰ ਐਵਰੀ ਵੈਨਸਡੇ ਮੈਂ ਸਰੀ ਵਾਲੀ ਕਲੀਨਿਕ ਚਾਹਨੀ ਆ। ਸਰੀ ਸਪਾਈਲ ਬਿਜ਼ਨਸ ਸੈਂਟਰ ਚ ਕਲੀਨਿਕ ਹੈ by the name of natural homeopathic solutions, ਜਿੱਥੇ ਡਾਕਟਰ ਆਰ.ਐਸ. ਸੈਣੀ ਵੀ ਬੈਠਦੇ ਨੇ। ਸੋ ਉੱਥੇ ਦਾ ਐਡਰੈਸ ਹੈਗਾ ਯੂਨਿਟ ਨੰਬਰ 231 ਬਿਲਡਿੰਗ ਨੰਬਰ 8138 ਕੱਪੜਾ ਮੰਡੀ ਦੇ ਸਾਹਮਣੇ। ਐਂਡ ਇਟਸ ਆਲਸੋ ਔਨ ਸੈਕੰਡ ਫਲੋਰ। ਉੱਥੇ ਦਾ ਫੋਨ ਨੰਬਰ ਜੇ ਅਪਾਇੰਟਮੈਂਟ ਉੱਥੇ ਵਾਸਤੇ ਬਣਵਾਉਣੀ ਹੋਵੇ ਤਾਂ 604 725 8401। ਸੋ ਕਿਸੇ ਵੀ ਨੰਬਰ ਦੇ ਉੱਤੇ ਕਾਲ ਕਰਕੇ ਫਿਰ ਸਾਡੇ ਨਾਲ ਦੋਨਾਂ ਚੋਂ ਕਿਸੇ ਦੇ ਨਾਲ ਵੀ ਅਪਾਇੰਟਮੈਂਟ ਚਾਹੀਦੀ ਹੈ ਸੋ ਦੇ ਕੈਨ ਮੇਕ ਦ ਅਪਾਇੰਟਮੈਂਟ ਜੀ। ਤੇ ਡਾਕਟਰ ਆਰ.ਐਸ. ਸੈਣੀ ਤੁਸੀਂ ਵੀ ਜਰੂਰ ਇੱਕ ਵਾਰੀ ਆਪਣਾ ਐਡਰੈਸ ਤੇ ਆਪਣੀ ਲੋਕੇਸ਼ਨ ਦੇ ਬਾਰੇ ਸਾਨੂੰ ਦੱਸੋ ਜੀ। ਹਾਂਜੀ, ਮੇਰੀ ਕਲੀਨਿਕ ਹੈਗੇ ਜੀ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ। ਪਿਛਲੇ ਤਕਰੀਬਨ 2004 ਤੋਂ ਲੈ ਕੇ 4-5 ਤੋਂ ਮੇਰੀ ਉੱਥੇ ਕਲੀਨਿਕ ਹੈ ਜੀ। 15 ਸਾਲ ਹੋ ਗਏ ਆਲਰੇਡੀ। ਸੈਕੰਡ ਫਲੋਰ ਤੇ ਹੈ, ਯੂਨਿਟ 231 ਹੈ ਜਿਵੇਂ ਡਾਕਟਰ ਸ਼ਵੇਤਾ ਨੇ ਦੱਸਿਆ ਹੈਗਾ। ਤੇ ਸੈਕੰਡ ਫਲੋਰ ਤੇ ਔਰ ਕੱਪੜਾ ਮੰਡੀ ਦੀ ਸਾਹਮਣੇ ਜਿਹੜੀ ਬਿਲਡਿੰਗ ਆ ਉਹਦੇ ਉੱਪਰ ਹੈ, ਪੌੜੀਆਂ ਸਿੱਧੀਆਂ ਉੱਪਰ ਕਲੀਨਿਕ ਸੈਂਟਰ ਹੁੰਦੀਆਂ। 231 ਨੰਬਰ ਹੈ। ਟੈਲੀਫੋਨ ਹੈ 604 725 8401 ਜੀ। ਤੇ ਤੁਹਾਡੀ ਓਪਨਿੰਗ ਟਾਈਮ ਕੀ ਹੈਗੇ? ਕੀ ਤੁਸੀਂ ਮੰਡੇ ਟੂ ਫਰਾਈਡੇ ਹੁੰਦੇ ਆ ਉੱਥੇ? ਮੈਂ ਮੰਡੇ ਟੂ ਸੈਟਰਡੇ ਹੁੰਦਾ ਜੀ, ਸੰਡੇ ਕਲੋਜ਼ਡ ਹੁੰਦਾ ਹੈਗਾ। ਤੇ 11 to 6:30 ਜੀ। ਤੇ ਡਾਕਟਰ ਸ਼ਵੇਤਾ ਤੁਸੀਂ ਵੀ ਕਾਫੀ ਸੈਮੀਨਾਰਸ ਕਰਦੇ ਹੋ, ਥੋੜਾ ਜਿਹਾ ਉਸ ਦੇ ਬਾਰੇ ਦੱਸੋ ਸਾਨੂੰ। ਕਿ ਤੁਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹੋ, ਉੱਥੇ ਵੀ ਜਾ ਕੇ ਤੁਸੀਂ ਸੈਸ਼ਨ ਦਿੰਦੇ ਹੋ, ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਦੀ ਕਰਦੇ ਹੋ। ਸੋ ਉਹਦੇ ਬਾਰੇ ਥੋੜਾ ਜਿਹਾ ਦੱਸੋ, ਕਿਹੜੇ ਗੁਰਦੁਆਰਾ ਸਾਹਿਬ ਜਾਂਦੇ ਹੋ ਤੇ ਕੀ ਮਕਸਦ ਆ, ਕਿਹੋ ਜਿਹੇ ਤੁਸੀਂ ਸੈਸ਼ਨ ਲਾਉਂਦੇ ਹੈਗੇ? ਜਿਹੜੇ ਮੇਰੇ ਸੈਸ਼ਨਸ ਨੇ ਇਹ ਯੂਜੂਲੀ ਕੋਲੈਬੋਰੇਟਡ ਹੁੰਦੇ ਨੇ ਐਨਜੀਓ ਦੇ ਨਾਲ। ਆਰਚਵੇ ਕਮਿਊਨਿਟੀ ਸਰਵਿਸਿਜ਼ ਹੈ ਐਬਰਟਸਫੋਰਡ ਦੇ ਵਿੱਚ। ਸੋ ਉਹਨਾਂ ਦੇ ਨਾਲ ਇਹ ਹੁੰਦੇ ਨੇ। ਥੀਸ ਆਰ ਸਪੈਸੀਫਿਕਲੀ ਡਾਇਰੈਕਟਡ ਟੁਵਰਡਸ ਪ੍ਰੈਗਨੈਂਟ ਫੀਮੇਲਸ ਜਿਹੜੀਆਂ ਕਿ ਪ੍ਰੈਗਨੈਂਟ ਨੇ ਜਾਂ ਫਿਰ ਜਿਨ੍ਹਾਂ ਦੀ ਰੀਸੈਂਟ ਡਿਲੀਵਰੀ ਹੋਈ ਹੈ, ਲਾਈਕ 1 year 2 year ਤੱਕ ਦੇ ਜਿਨ੍ਹਾਂ ਦੇ ਬੇਬੀਜ਼ ਨੇ। ਸੋ ਉਹਨਾਂ ਵਾਸਤੇ ਇਨਫੋਰਮੇਸ਼ਨ ਸੈਸ਼ਨਸ ਹੁੰਦੇ ਨੇ। ਪਹਿਲਾਂ ਜਦ ਤੱਕ ਕੋਵਿਡ ਦਾ ਰੌਲਾ ਨਹੀਂ ਸੀਗਾ ਉਦੋਂ ਤੇ ਐਵਰੀ ਥਰਸਡੇ ਮੇਰਾ ਲੈਕਚਰ ਹੁੰਦਾ ਸੀਗਾ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਦੇ ਵਿੱਚ। ਐਂਡ ਐਵਰੀ ਟਿਊਜ਼ਡੇ ਹੁੰਦਾ ਹੈ ਗੁਰਦੁਆਰਾ ਸਾਹਿਬ ਕਲਗੀਧਰ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ। ਬਟ ਹੁਣ ਕੋਵਿਡ ਦੇ ਚੱਲਦਿਆਂ ਹੁਣ ਇਹ ਸੈਸ਼ਨ ਜਿਹੜੇ ਹੈ ਉਹ ਆਨਲਾਈਨ ਹੋ ਗਏ ਨੇ। ਤੇ ਜਿਹੜੇ ਵੀ ਕੋਈ ਸਾਡੀਆਂ ਗਰੁੱਪ ਮੈਂਬਰਸ ਨੇ, ਫੀਮੇਲਸ ਨੇ, ਪ੍ਰੈਗਨੈਂਟ ਔਰ ਨਿਊ ਮਦਰਸ ਨੇ, ਉਹਨਾਂ ਨੂੰ ਫਿਰ ਅਸੀਂ ਲਿੰਕ ਭੇਜ ਦਿੰਦੇ ਹਾਂ ਆਪਣੀ ਮੀਟਿੰਗ ਦਾ। ਐਂਡ ਦੈਨ ਦੇ ਆਰ ਬੀਇੰਗ ਗਿਵਨ ਇਨਫੋਰਮੇਸ਼ਨ ਅਬਾਊਟ ਕਿ ਉਹਨਾਂ ਨੂੰ ਪ੍ਰੈਗਨੈਂਸੀ ਦੇ ਵਿੱਚੋਂ ਕੀ ਕੀ ਐਕਸਪੈਕਟ ਕਰ ਸਕਦੇ ਨੇ। ਦੈਨ ਡਿਲੀਵਰੀ ਟਾਈਮ ਦੇ ਉੱਤੇ ਉਹਨਾਂ ਦੇ ਨਾਲ ਕੀ ਕੀ ਵਿਚਰ ਸਕਦਾ ਐਂਡ ਵਾਟ ਥਿੰਗਸ ਦੇ ਸ਼ੁੱਡ ਬੀ ਕੇਅਰਫੁਲ ਆਫ। ਔਰ ਉਸ ਤੋਂ ਬਾਅਦ ਜਦੋਂ ਬੇਬੀ ਹੋ ਗਿਆ ਤਾਂ ਬੇਬੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ। ਐਂਡ ਸਭ ਤੋਂ ਜ਼ਿਆਦਾ ਅਸੀਂ ਐਮਫੈਸਿਸ ਦੇਈਦਾ ਕਿ ਬੇਬੀ ਨੂੰ ਬ੍ਰੈਸਟ ਫੀਡ ਜ਼ਰੂਰ ਕਰਾਉਣਾ ਹੈ, ਨਵੇਂ ਬੇਬੀ ਨੂੰ, ਨਵੇਂ ਪੈਦਾ ਹੋਏ ਬੱਚੇ ਨੂੰ। ਸੋ ਮਦਰ ਨੂੰ ਪੂਰੀ A to Z ਅਸੀਂ ਐਜੂਕੇਸ਼ਨ ਦੇਈਦੀ ਹੈ, ਰਾਈਟ ਫਰੋਮ ਹਰ ਕਨਸੈਪਸ਼ਨ ਟੂ ਟੇਕਿੰਗ ਕੇਅਰ ਆਫ ਬੇਬੀ। ਕਿ ਉਹਨੂੰ ਫਿਰ ਫੀਡਿੰਗ ਲਾਈਕ ਬ੍ਰੈਸਟ ਫੀਡਿੰਗ, ਔਰ ਜੇ ਕਿਸੇ ਬੱਚੇ ਨੂੰ ਫਾਰਮੂਲਾ ਫੀਡਿੰਗ ਦੀ ਸਮਹਾਉ ਜ਼ਰੂਰਤ ਹੈ, ਹਾਊ ਟੂ ਡੂ ਦੈਟ। ਐਂਡ ਜਦੋਂ ਬੱਚਾ 6 ਮਹੀਨੇ ਦਾ ਹੋ ਗਿਆ ਹੁਣ ਉਹਨੂੰ ਸੋਲਿਡ ਫੂਡ ਤੇ ਕਿਸ ਤਰ੍ਹਾਂ ਪਾਣਾ ਹੈ। ਸੋ ਐਵਰੀਥਿੰਗ ਰਾਈਟ ਫਰਮ ਸਕ੍ਰੈਚ ਜਿਹਨੂੰ ਆਪਾਂ ਕਹਿ ਸਕਦੇ ਹਾਂ। ਸੋ ਉਹ ਸਾਰੀ ਇਨਫੋਰਮੇਸ਼ਨ ਫੀਮੇਲਸ ਵਾਸਤੇ ਉੱਥੇ ਉਪਲਬਧ ਕੀਤੀ ਜਾਂਦੀ ਹੈ ਜੀ। ਔਰ ਇਹ ਤੇ ਹੋਇਆ ਕਿ ਤੁਸੀਂ ਮਦਰਸ ਨੂੰ ਜਿਹੜੀਆਂ ਜਿਨ੍ਹਾਂ ਦੇ ਬੱਚੇ ਪਹਿਲਾਂ ਹੋਏ ਆ, ਛੋਟੇ ਬੱਚੇ ਆ ਜਾਂ ਜਿਨ੍ਹਾਂ ਨੇ ਪ੍ਰੈਗਨੈਂਟ ਆ, ਜਿਨ੍ਹਾਂ ਦੇ ਬੱਚੇ ਹੋਣੇ ਆ, ਇਸ ਤੋਂ ਇਲਾਵਾ ਤੁਸੀਂ ਸੀਨੀਅਰਸ ਲਈ ਵੀ ਕੋਈ, ਕਿਉਂਕਿ ਡਾਇਬੀਟੀਜ਼ ਦੀ ਬਹੁਤ ਸਾਰਾ ਇਸ਼ੂਜ਼ ਆ, ਤੁਸੀਂ ਇਹੋ ਜਿਹਾ ਵੀ ਕੋਈ ਸੈਸ਼ਨਸ ਲਾਉਂਦੇ ਹੈਗੇ? ਸੀਨੀਅਰਸ ਵਾਸਤੇ ਸਾਡੇ ਮੰਥਲੀ ਸੈਸ਼ਨਸ ਹੁੰਦੇ ਨੇ। ਉਹ ਹੁੰਦੇ ਸੀਗੇ ਜਦੋਂ ਕੋਵਿਡ ਟਾਈਮ ਨਹੀਂ ਸੀਗਾ। ਹੁਣ ਕਿਉਂਕਿ ਸੀਨੀਅਰਸ ਨੂੰ ਨੈਚੁਰਲੀ ਥੋੜੀ ਦਿੱਕਤ ਹੈਗੀ ਹੈ ਟੈਕਨੋਲੋਜੀ ਦੇ ਨਾਲ ਆਨਲਾਈਨ ਆਉਣ ਦੇ ਵਿੱਚ। ਸੋ ਹੁਣ ਉਹਨਾਂ ਨੂੰ ਅਸੀਂ ਪੈਂਫਲੇਟਸ ਦੇ ਰਾਹੀਂ ਉਹਨਾਂ ਨੂੰ ਇਨਫੋਰਮੇਸ਼ਨ ਦੇਈਦੀ ਹੈ। ਬਟ ਇਹ ਜ਼ਰੂਰ ਹੈ ਕਿ ਮਹੀਨੇ ਦੇ ਵਿੱਚ ਹੁਣ ਅੱਗੇ ਟਾਈਮ ਬਿਹਤਰ ਟਾਈਮ ਆਣੇ ਹੀ ਹੈ। ਸੋ ਮੰਥ ਦੇ ਵਿੱਚ ਇੱਕ ਦਿਨ ਸਾਡਾ ਫਿਕਸ ਹੁੰਦਾ ਹੈ,
ਉਦੋਂ ਅਸੀਂ ਸੀਨੀਅਰਸ ਦਾ ਸੈਸ਼ਨ ਲਗਾਈਦਾ, ਉਹਦੇ ਵਿੱਚ ਉਹਨਾਂ ਦੀਆਂ ਹੈਲਥ ਪ੍ਰੋਬਲਮਸ ਵੀ ਡਿਸਕਸ ਕਰੀਦੀਆਂ ਜੀ, ਪਲੱਸ ਉਹਨਾਂ ਨੂੰ ਜਿਹੜੀ ਅਦਰਵਾਈਜ਼ ਕੋਈ ਇਮੋਸ਼ਨਲ ਪ੍ਰੋਬਲਮਸ ਨੇ ਜਾਂ ਕੋਈ ਉਂਝ ਉਹਨਾਂ ਨੂੰ ਔਖਿਆਈ ਆ ਰਹੀ ਹੈ ਆਪਣੀਆਂ ਡੇਲੀ ਜ਼ਰੂਰਤਾਂ ਪੂਰੀਆਂ ਕਰਨ ਲਈ, ਸੋ ਉਹਨਾਂ ਬਾਰੇ ਵੀ ਉਹਨਾਂ ਨਾਲ ਡਿਸਕਸ਼ਨਸ ਕੀਤੀ ਜਾਂਦੀ ਹੈ ਜੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਯੋਗਾ ਦੀ ਤੇ ਡਾਕਟਰ ਆਰ.ਐਸ. ਸੈਣੀ ਕਿ ਤੁਸੀਂ ਇਹੋ 100 ਐਪੀਸੋਡ ਤੱਕ ਕੰਪਲੀਟ ਕਰ ਲਏ ਹੈਗੇ ਆ, ਸੋ ਕੰਗ੍ਰੈਚੁਲੇਸ਼ਨ, ਇਟਸ ਅ ਬਿਗ ਅਚੀਵਮੈਂਟ ਕਿ ਇੰਨੇ ਸੈਸ਼ਨ ਲਾਉਣੇ ਆ, ਇੰਨਾ ਜ਼ਿਆਦਾ ਤੁਸੀਂ ਲੋਕਾਂ ਦੀ ਮਦਦ ਕਰ ਰਹੇ ਹੋ ਇਸ ਹਾਰਡ ਸਿਚੁਏਸ਼ਨ ਦੇ ਵਿੱਚ। ਔਰ ਇਹ ਸੈਸ਼ਨ ਤੁਸੀਂ ਇੰਝ ਹੀ ਚੱਲਦੇ ਰੱਖੋਗੇ ਆਉਣ ਵਾਲੇ ਸਮੇਂ 'ਚ ਵੀ? ਹਾਂਜੀ, ਮੇਰੀ ਆਸ ਪੂਰੀ ਆ ਤੇ ਮੈਨੂੰ ਸਪੋਰਟ ਵੀ ਬਹੁਤ ਹੈ, ਘਰੋਂ ਮੇਰੇ ਬਹੁਤ ਸਪੋਰਟ ਹੈ ਤੇ ਮੈਨੂੰ ਮੇਰੇ ਫਰੈਂਡਸ ਦੀ ਬੜੀ ਸਪੋਰਟ ਆ। ਸਭ ਤੋਂ ਵੱਡੀ ਗੱਲ ਜਿਹੜੇ ਨਾਲ ਜੁਆਇਨ ਹੁੰਦੇ ਆ ਉਹਨਾਂ ਦੀ ਬੜੀ ਮੋਟੀਵੇਸ਼ਨ ਆ, ਕਿਉਂਕਿ ਅਸੀਂ ਇੱਕ ਦੂਜੇ ਤੋਂ ਸਿੱਖਦੇ ਆ। ਸਾਰਾ ਕੁਝ ਮੈਨੂੰ ਵੀ ਨਹੀਂ ਆਉਂਦਾ, ਮੈਂ ਵੀ ਦੂਜਿਆਂ ਤੋਂ ਸਿੱਖਦਾ ਹੈਗਾ। ਸੋ ਸਿੱਖ ਕੇ ਅੱਗੇ ਵਧਣਾ ਜਿਹੜਾ ਹੈਗਾ ਉਹ ਇੱਕ ਜੀਵਨ ਦਾ ਮੰਤਵ ਬਣਾਇਆ ਹੈ ਤੇ ਕੋਸ਼ਿਸ਼ ਕਰਨੀ ਹੈ ਮੈਂ ਵੀ ਇਹ ਮੇਰੇ ਜਾਰੀ ਰਹਿਣ। ਤੇ ਹੁਣ ਮੈਂ ਈਵਨਿੰਗ ਪ੍ਰਾਣਾਯਾਮ, ਪਾਵਰ ਪ੍ਰਾਣਾਯਾਮ ਵੀ ਸ਼ੁਰੂ ਕੀਤਾ ਹੈਗਾ। 15 ਮਿੰਟ ਹਰ ਰੋਜ਼ ਈਵਨਿੰਗ 8:30 ਵਜੇ ਲਾਣਾ, 8:30 ਤੋਂ 8:45 ਤੇ ਉਹਦੇ 'ਚ ਵੀ ਸ਼ਾਮਲ ਹੋ ਸਕਦੇ ਆ। ਤੇ ਉਹ 15 ਮਿੰਟ ਦਾ ਹੀ ਹੁੰਦਾ, ਉਹਦੇ ਵਿੱਚ ਕੁਝ ਕਿਰਿਆਵਾਂ ਸਿਖਾਉਂਦਾ ਹੈਗਾ ਪਾਵਰ ਪ੍ਰਾਣਾਯਾਮਾਂ ਦੀ, ਉਹਦੇ 'ਚ ਵੀ ਬੰਦੇ ਉਸੇ ਫੇਸਬੁੱਕ ਪੇਜ ਦੇ ਉੱਪਰ ਜਿਹੜੇ ਜੁਆਇਨ ਕਰ ਸਕਦੇ। ਇੱਕ ਵਾਰੀ ਫਿਰ ਸਾਨੂੰ ਫੇਸਬੁੱਕ ਦੇ ਬਾਰੇ ਦੱਸ ਦਿਓ ਤਾਂ ਕਿ ਜਿਨ੍ਹਾਂ ਨੇ ਨਹੀਂ ਸੁਣਿਆ, ਮਿਸ ਕਰ ਲਿਆ, ਤੇ ਉਹ ਤੁਹਾਨੂੰ ਜੁਆਇਨ ਕਰ ਸਕਣ। ਹਾਂਜੀ, ਮੇਰਾ ਫੇਸਬੁੱਕ ਪੇਜ ਜਿਹੜਾ ਪਬਲਿਕ ਹੈਗਾ, ਉਹ ਮੇਰੇ ਨਾਂ ਤੋਂ ਹੈ, ਰਾਮ ਸਰੂਪ ਸੈਣੀ, ਤੇ ਉਸ ਤੇ ਜਾ ਸਕਦੇ ਆ, ਜਾਂ ਡਾਕਟਰ ਆਰ.ਐਸ. ਸੈਣੀ ਹੋਮਿਓਪੈਥਿਕ ਕਲੀਨਿਕ ਤੇ ਵੀ ਉਹ ਫਿਰ ਸ਼ੇਅਰ ਹੁੰਦੇ ਹੈਗੇ ਜੋ ਵੀ ਸੈਸ਼ਨਸ ਹੈਗੇ ਆ, ਤੇ ਤੁਸੀਂ ਸਵੇਰੇ ਵੀ ਔਰ ਸ਼ਾਮ ਨੂੰ ਮੇਰੇ ਨਾਲ ਜੁੜ ਸਕਦੇ ਹੋ ਸਰਚ ਕਰਕੇ। ਜੀ, ਤੇ ਡਾਕਟਰ ਸ਼ਵੇਤਾ ਤੁਸੀਂ ਵੀ ਆਨਲਾਈਨ ਕਲਾਸਿਸ ਕੋਈ ਇਹੋ ਜਿਹੀਆਂ ਅਰੇਂਜ ਕੀਤੀਆਂ ਹੈਗੀਆਂ ਜਾਂ ਵੈਸੇ ਆਨਲਾਈਨ ਕੋਈ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ ਆਪਣੇ ਕਲਾਇੰਟਸ ਦੇ ਨਾਲ? ਆਨਲਾਈਨ ਉਹਨਾਂ ਦੇ ਨਾਲ ਮੇਰੀ ਆਨਲਾਈਨ ਕੰਸਲਟੇਸ਼ਨਸ ਚੱਲਦੀਆਂ ਨੇ, ਲਾਈਕ ਟੈਲੀਫੋਨਿਕ ਕੰਸਲਟੇਸ਼ਨਸ ਔਰ ਥਰੂ ਫੇਸਟਾਈਮ ਔਰ WhatsApp ਵੀਡੀਓ ਕਾਲਸ। ਅਦਰ ਦੈਨ ਦੈਟ ਜਿਹੜੇ ਇਨਫੋਰਮੇਸ਼ਨ ਸੈਸ਼ਨਸ ਨੇ ਉਹ ਫਿਰ ਮੈਂ NGO ਦੇ ਰਾਹੀਂ ਸਭ ਨੂੰ ਡਿਲੀਵਰ ਕਰੀਦੇ ਆ, ਐਂਡ ਉਹਨਾਂ ਦਾ ਲਿੰਕ ਫਿਰ ਫੇਸਬੁੱਕ ਦੇ ਉੱਤੇ ਆ ਜਾਂਦਾ ਹੈ, ਸੋ ਦੈਟ ਐਨੀਵਨ ਕੈਨ ਐਕਸੈਸ ਦੋਜ਼। ਸੋ ਇੱਕ ਵਾਰੀ ਸਾਨੂੰ ਫੇਸਬੁੱਕ ਦੇ ਲਿੰਕ ਬਾਰੇ ਵੀ ਦੱਸ ਦਿਓ ਕਿ ਕਿਹੜੇ ਨਾਂ ਦੇ ਅੰਡਰ ਹੈਗਾ? ਜਿਹੜਾ ਫੇਸਬੁੱਕ ਦਾ ਲਿੰਕ ਹੁੰਦਾ ਉਹ ਯੂਜੂਲੀ ਕਲੀਨਿਕ ਦੇ ਪੇਜ ਤੇ ਹੁੰਦਾ ਹੈ, ਲਾਈਫ ਕੇਅਰ ਹੋਮਿਓਪੈਥੀ ਦੇ ਨਾਮ ਨਾਲ ਪੇਜ ਹੈ, ਸੋ ਉਹਨੂੰ ਜਦ ਲਾਈਕ ਕਰਦੇ ਆ ਸੋ ਦੇ ਗੈਟ ਆਲ ਦ ਨੋਟੀਫਿਕੇਸ਼ਨਸ ਔਰ ਉੱਥੋਂ ਫਿਰ ਉਹ ਸਾਰੀ ਇਨਫੋਰਮੇਸ਼ਨ ਐਕਸੈਸ ਕਰ ਸਕਦੇ ਆ। ਜੀ, ਸੋ ਬਹੁਤ ਵਧੀਆ ਤੁਸੀਂ ਜਿਹੜਾ ਇੰਨੀ ਵਧੀਆ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ। ਬਹੁਤ ਸਾਰੇ ਸਾਡੇ ਸਵਾਲ ਜਿਹੜੇ ਪਿਛਲੀ ਵਾਰ ਦੇ ਰਹਿ ਗਏ ਸੀ ਉਹਨਾਂ ਦਾ ਵੀ ਆਨਸਰ ਕੀਤਾ, ਥੈਂਕ ਯੂ। ਤੇ ਇਸ ਵਾਰ ਵੀ ਜਿਹੜੇ ਲੋਕਾਂ ਨੇ ਸਵਾਲ ਕੀਤੇ ਆ ਔਰ ਤੁਹਾਨੂੰ ਆ ਕੇ ਜ਼ਰੂਰ ਕਲੀਨਿਕ ਦੇ ਵਿੱਚ ਮਿਲਣਗੇ, ਕਿਉਂਕਿ ਕਈ ਇਹੋ ਜਿਹੀਆਂ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਬਹਿ ਕੇ ਡਿਸਕਸ ਕਰਨ ਵਾਲੀਆਂ ਹੁੰਦੀਆਂ ਆ। ਸੋ ਹਰ ਇੱਕ ਪ੍ਰੋਬਲਮ ਦਾ ਜਿਹੜਾ ਹੱਲ ਆ ਉਹ ਰਾਈਟ ਵੇ ਨਹੀਂ ਹੁੰਦਾ, ਕਈ ਵਾਰੀ ਤੁਹਾਨੂੰ ਉਸ ਪਰਸਨ ਦੀ ਬੈਕਗ੍ਰਾਉਂਡ ਤੇ ਹਿਸਟਰੀ ਤੇ ਜਾਣਾ ਪੈਂਦਾ ਕਿ ਕਿਹੜੀਆਂ ਸਿਚੁਏਸ਼ਨਾਂ ਕਾਰਨ ਹੋਇਆ ਜਿਹੜਾ ਤੁਸੀਂ ਦੱਸਿਆ ਸੀ। ਔਰ ਜ਼ਰੂਰ ਥੈਂਕ ਯੂ ਤੁਹਾਡਾ ਕਿ ਤੁਸੀਂ ਆਪਣਾ ਇਸ ਵਾਰ ਵੀ ਸਮਾਂ ਕੱਢਿਆ ਤੇ ਇੰਨੀ ਵਧੀਆ ਜਾਣਕਾਰੀ ਦਿੱਤੀ। ਕੀ ਮੈਸੇਜ ਤੁਸੀਂ ਡਾਕਟਰ ਸੈਣੀ ਦੇਣਾ ਚਾਹੁੰਦੇ ਹੋ ਤੇ ਫਿਰ ਅਸੀਂ ਤੁਹਾਡੇ ਤੋਂ ਵੀ ਮੈਸੇਜ ਲਵਾਂਗੇ ਪਰਿਵਾਰਾਂ ਲਈ? ਜੀ, ਸਭ ਤੋਂ ਪਹਿਲਾਂ ਤਾਂ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਇਹ ਕੋਵਿਡ-19 ਦਾ ਪ੍ਰਕੋਪ ਚੱਲਦਾ ਪਿਆ, ਇਸ ਤੋਂ ਬਚਣ ਦਾ ਸਭ ਦਾ ਸਾਡਾ ਇੱਕ ਫਰਜ਼ ਵੀ ਹੈਗਾ। ਇਹ ਬਹੁਤ ਬੜਾ ਇੱਕ ਪਹਾੜ ਹੈ ਜਿਹੜਾ ਅਸੀਂ ਸਰ ਕਰਨਾ। ਇਹਨੂੰ ਅਸੀਂ ਜਦ ਤੱਕ ਵੈਕਸੀਨ ਨਹੀਂ ਆਉਂਦੀ ਉਦੋਂ ਤੱਕ ਇਹਦਾ ਜਿਹੜਾ ਪ੍ਰੀਵੈਂਟੇਟਿਵ ਮੈਜ਼ਰਸ ਹੈਗੇ ਆ ਉਹ ਹੀ ਸਭ ਤੋਂ ਵੱਡਾ ਇਲਾਜ ਨੇ, ਜਿਹਦੇ ਵਿੱਚ ਪਰਸਨਲ ਹਾਈਜੀਨ ਦਾ ਮੇਨਟੇਨ ਰੱਖਣਾ, ਸੋਸ਼ਲ ਡਿਸਟੈਂਸਿੰਗ, ਪਰਸਨਲ ਡਿਸਟੈਂਸਿੰਗ ਔਰ ਆਪਣੇ ਅਨਵਾਸ਼ਡ ਹੈਂਡਸ ਨੂੰ ਕਦੇ ਵੀ ਮੂੰਹ, ਨੱਕ ਜਾਂ ਹੱਥ ਤੇ ਨਾ ਲੈ ਕੇ ਜਾਓ। ਮਿਨੀਮਮ 20 ਸੈਕਿੰਡਸ ਦੇ ਵਾਸਤੇ ਸੋਪ ਦੇ ਨਾਲ ਹੱਥਾਂ ਨੂੰ ਧੋਵੋ ਤੇ ਫਿਰ ਤੁਸੀਂ ਆਪਣਾ ਜਿਹੜਾ ਹੈਗਾ ਉਹ ਕੰਮਕਾਰ ਕਰੋ। ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਆਪਣੇ ਕਲਾਇੰਟਸ ਦਾ ਖਾਸ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਵੀ ਹੈਗੀ ਹੈ। ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਵੀ ਪ੍ਰੋਵਾਈਡ ਕਰਨੀ ਆ ਤੇ ਉਹਨਾਂ ਨੂੰ ਆਪਣੇ ਅਦਾਰੇ ਦੇ ਅੰਦਰ ਅਸੀਂ ਸੈਨੀਟਾਈਜ਼ਰ ਜਾਂ ਹੋਰ ਜੋ ਸਹੂਲਤਾਂ ਉਹ ਮੁਹੱਈਆ ਵੀ ਕਰਾਉਣੀਆਂ ਨੇ, ਕਿਉਂਕਿ ਸਾਡਾ ਫਰਜ਼ ਬਣਦਾ ਆਪਣੇ ਪ੍ਰਤੀ ਵੀ ਔਰ ਕਮਿਊਨਿਟੀ ਦੇ ਪ੍ਰਤੀ ਵੀ। ਔਰ ਇਹ ਜਿਹੜਾ ਸਪਰੈਡ ਹੈ ਕਮਿਊਨਿਟੀ ਦੇ ਵਿੱਚ ਇਸੇ ਕਰਕੇ ਹੋਣ ਦੇ ਇਹਦੇ ਚਾਂਸ ਔਰ ਡਰ ਹੈਗਾ ਕਿ ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ। ਸੋ ਜਿੰਨਾ ਅਸੀਂ ਆਪ ਦੇ ਬਾਰੇ, ਆਪਣੇ ਆਲੇ ਦੁਆਲੇ ਦੇ ਬਾਰੇ, ਆਪਣੇ ਨੇਬਰਸ ਦੇ ਬਾਰੇ, ਆਪਣੇ ਕੋਵਰਕਰਸ ਦੇ ਬਾਰੇ ਜਿਹੜਾ ਹੈਗਾ ਧਿਆਨ ਰੱਖਾਂਗੇ, ਉਨਾ ਹੀ ਅਸੀਂ ਇਸ ਸਪਰੈਡ ਨੂੰ ਰੋਕ ਪਾਵਾਂਗੇ। ਤੇ ਗਵਰਨਮੈਂਟ ਔਰ ਹੈਲਥ ਅਥਾਰਟੀ ਜੋ ਇੰਨੀਆਂ ਉਦਮ ਕਰ ਰਹੇ ਨੇ ਉਹਨਾਂ ਦੇ ਇਸ ਹਾਰਡ ਵਰਕ ਦੇ ਵਿੱਚ ਸਾਡੇ ਵਾਸਤੇ ਵੀ ਇਹ ਆਹੁਤੀ ਪਾਣੀ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਓਵਰਆਲ ਹੈਲਥ ਦਾ ਲੈਵਲ ਸਾਰਿਆਂ ਦਾ ਉੱਚਾ ਚੱਕ ਸਕੀਏ ਔਰ ਇਸ ਮਹਾਮਾਰੀ ਤੋਂ ਬਚ ਸਕੀਏ। ਜੀ, ਤੇ ਡਾਕਟਰ ਸ਼ਵੇਤਾ ਤੁਸੀਂ ਕੀ ਕਹਿਣਾ ਚਾਹੋਗੇ ਜੀ? ਮੇਰਾ ਵੀ pretty much same message ਹੈ, ਬਸ ਇਹ ਹੈ ਕਿ ਪੈਨਿਕ ਨਹੀਂ ਕਰਨਾ, eat healthy and stay happy। ਜੀ,
ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ ਤੁਹਾਡੇ ਟਾਈਮ ਦੇ ਲਈ, ਸਾਡੇ ਲਈ ਤੁਸੀਂ ਟਾਈਮ ਕੱਢਿਆ। ਸੋ ਫਿਰ ਕਿਤੇ ਇਸੇ ਤਰ੍ਹਾਂ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਬਹੁਤ ਸਾਰੇ ਕਈ ਵਾਰੀ ਸਾਡੇ ਸਵਾਲ ਰਹਿ ਜਾਂਦੇ ਹੁੰਦੇ ਆ, ਪਰ ਥੈਂਕ ਯੂ ਫॉर ਕਮਿੰਗ। ਥੈਂਕ ਯੂ ਫॉर ਥੈਂਕ ਯੂ। ਹੈਵਿੰਗ ਅਸ। ਸਤਿ ਸ੍ਰੀ ਅਕਾਲ ਜੀ ਸਾਰੇ ਵਿਊਅਰਸ ਦਾ, ਸਾਰੇ ਲਿਸਨਰ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਜੀ। ਥੈਂਕ ਯੂ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਡਾਕਟਰ RS ਸੈਣੀ ਤੇ ਡਾਕਟਰ ਸ਼ਵੇਤਾ ਸੈਣੀ। ਇਹਨਾਂ ਨੂੰ ਤੁਸੀਂ ਮਿਲ ਸਕਦੇ ਹੋ। ਡਾਕਟਰ RS ਸੈਣੀ ਹੁਣਾਂ ਦੇ ਫੇਸਬੁੱਕ ਪੇਜ ਨੂੰ ਤੁਸੀਂ ਫੋਲੋ ਕਰ ਸਕਦੇ ਹੋ, ਔਰ ਡਾਕਟਰ ਸ਼ਵੇਤਾ ਹੁਣਾਂ ਦੇ ਜਿਹੜੀ ਇਨਫੋਰਮੇਸ਼ਨ ਇਹਨਾਂ ਨੇ ਸਾਂਝੀ ਕੀਤੀ ਉਸ ਪੇਜ ਤੇ ਜਾ ਕੇ ਜਾਂ ਇਹਨਾਂ ਦੇ ਕਲੀਨਿਕ 'ਚ ਜਾ ਕੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਆਨਲਾਈਨ ਇਹਨਾਂ ਦੇ ਕੋਲੋਂ ਤੁਸੀਂ ਸਲਾਹ ਮਸ਼ਵਰਾ ਲੈ ਸਕਦੇ ਹੋ। ਸੋ ਅਗਲੀ ਵਾਰ ਮੇਰੇ ਸ਼ੋਅ ਦੇ ਵਿੱਚ ਇੱਕ ਖਾਸ ਹੋਰ ਮਹਿਮਾਨ ਆਉਣਗੇ ਜਿਨ੍ਹਾਂ ਦੇ ਕੋਲੋਂ ਬਹੁਤ ਸਾਰੀ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਲੈ ਕੇ ਆਵਾਂਗੇ। CWC ਤੋਂ ਅਮਨ ਖਹਿਰਾ ਮੇਰੇ ਨਾਲ ਹੋਣਗੇ। ਸੋ ਬਹੁਤ ਸਾਰੇ ਸਾਡੇ ਜਿਹੜੇ ਦੇਖਣ ਵਾਲੇ ਪਰਿਵਾਰ ਆ ਉਹਨਾਂ ਦੀਆਂ ਇਮੀਗ੍ਰੇਸ਼ਨ ਰਿਲੇਟਡ ਬਹੁਤ ਸਾਰੇ ਸਾਨੂੰ ਸਵਾਲ ਹੁੰਦੇ ਆ। ਸੋ ਤੁਸੀਂ ਉਸ ਦਿਨ ਫੋਨ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ, ਜਾਂ ਤੁਸੀਂ ਪਹਿਲਾਂ ਵੀ ਸਾਨੂੰ info@foimedia.com ਤੇ ਤੁਸੀਂ ਸਾਨੂੰ ਈਮੇਲ ਕਰਕੇ ਆਪਣਾ ਸਵਾਲ ਭੇਜ ਸਕਦੇ ਹੋ। ਕੀ ਸਵਾਲ ਤੁਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹੋ, ਸੋ ਤੁਹਾਡੇ ਬਿਹਾਫ ਤੇ ਅਸੀਂ ਵੀ ਸਵਾਲ ਉਹਨਾਂ ਨੂੰ ਪੁੱਛ ਸਕਦੇ ਹਾਂ। ਪਰ ਅਗਲੀ ਵਾਰ ਉਹਨਾਂ ਦੇ ਨਾਲ ਮੁਲਾਕਾਤ ਹੋਵੇਗੀ, ਸੋ ਅਗਲੇ ਬੁੱਧਵਾਰ ਤੱਕ ਤੁਸੀਂ ਇੰਤਜ਼ਾਰ ਕਰੋ। ਪਰ ਮੇਰੀ ਤੁਹਾਡੇ ਨਾਲ ਫਿਰ ਸਵੇਰੇ 11 ਵਜੇ ਤੋਂ 12 ਵਜੇ ਤੱਕ ਖਬਰਸਾਰ ਦੇ ਵਿੱਚ ਮੁਲਾਕਾਤ ਹੋਊਗੀ। ਤਦ ਤੱਕ ਤੁਸੀਂ ਰੱਖਿਓ ਖਿਆਲ। ਸਤਿ ਸ਼੍ਰੀ ਅਕਾਲ ਜੀ।